ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪੰਜਾਬੀ ਵਿਆਕਰਨ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਦਾ ਪਾਰਟ 2। ਹਾਂਜੀ, ਪਾਰਟ 1 ਅਸੀਂ ਕੱਲ ਕਵਰ ਕੀਤਾ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪਾਰਟ 2 ਕਵਰ ਕਰਾਂਗੇ। ਜਿਵੇਂ ਕਿ ਤੁਹਾਨੂੰ ਪਤਾ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਇੰਪੋਰਟੈਂਟ ਪੰਜਾਬੀ ਗ੍ਰਾਮਰ ਪੋਰਸ਼ਨ ਆਉਂਦਾ ਜਿਹੜਾ 20 ਜਾਂ 15 ਜਾਂ 13 ਨੰਬਰ ਦਾ ਪੁੱਛਿਆ ਜਾਂਦਾ ਵਾ। ਠੀਕ ਹੈ, ਜਿਵੇਂ ਕਿ ਪੰਜਾਬੀ ਲੈਂਗੁਏਜ, ਪੰਜਾਬ ਦੇ ਪੇਪਰਾਂ ਦੇ ਵਿੱਚ ਪੰਜਾਬੀ ਲੈਂਗੁਏਜ ਐਂਡ ਇੰਗਲਿਸ਼ ਲੈਂਗੁਏਜ ਦੇ ਵਿੱਚੋਂ ਅਲੱਗ ਟੌਪਿਕ ਦਿੱਤੇ ਹੁੰਦੇ ਆ ਲਾਸਟ ਤੇ। ਠੀਕ ਹੈ, ਤੇ ਇਸੇ ਤਰ੍ਹਾਂ ਸੈਂਟਰ ਦੇ ਪੇਪਰ ਦੇ ਵਿੱਚ ਹਿੰਦੀ ਲੈਂਗੁਏਜ ਅਤੇ ਇੰਗਲਿਸ਼ ਦੇ ਵਿੱਚੋਂ ਪੁੱਛੇ ਜਾਂਦੇ ਆ। ਠੀਕ ਹੈ, ਤੁਸੀਂ ਧਿਆਨ ਦਿਓ। ਹੁਣ ਜੋ ਮੈਂ ਇੱਥੇ ਤੁਹਾਨੂੰ ਇੰਪੋਰਟੈਂਟ ਫੈਕਟ ਦੱਸਣ ਵਾਲੀ ਹਾਂ ਕਿ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪੰਜਾਬੀ ਵਿਆਕਰਨ ਇੰਪੋਰਟੈਂਟ ਆ ਤੇ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪੇਪਰ A ਵੀ ਜ਼ਰੂਰੀ ਕੀਤਾ ਪੰਜਾਬ ਸਰਕਾਰ ਨੇ ਪੰਜਾਬ ਦੇ ਪੇਪਰਾਂ ਦੇ ਲਈ। ਤੇ ਇਹ ਤੁਹਾਡੇ ਲਈ ਦੋਵਾਂ ਹੀ ਪੇਪਰਾਂ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਹੈਲਪਫੁਲ ਵੀਡੀਓ ਹੋਣ ਵਾਲੀ ਹੈ। ਜੇਕਰ ਤੁਸੀਂ ਇੱਕ ਵਾਰ ਮੇਰੇ ਨਾਲ ਧਿਆਨ ਨਾਲ ਇਹ ਜਿਹੜੀਆਂ 2 ਕਲਾਸਾਂ ਅਟੈਂਪਟ ਕਰ ਲੈਂਦੇ ਹੋ ਤਾਂ ਯਕੀਨ ਮੰਨਿਓ ਕੋਈ ਵੀ ਇੱਦਾਂ ਦਾ ਕੁਐਸਚਨ ਨਹੀਂ ਹੋਊਗਾ ਜੋ ਮੈਂ ਨਾ ਕਰਵਾਇਆ ਹੋਵੇ ਤੇ ਐਗਜ਼ਾਮ ਦੇ ਵਿੱਚ ਆ ਜੇ। ਤਾਂ ਹੁਣ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਤਾਂ ਹਾਂਜੀ, ਸਭ ਤੋਂ ਪਹਿਲਾਂ ਦੇਖੋ ਅਸੀਂ ਅੱਜ ਗੱਲ ਕਰ ਰਹੇ ਸੀਗੇ ਕਿਰਿਆ ਵਿਸ਼ੇਸ਼ਣ ਦੀ। ਐਂਡ ਤੱਕ ਅਸੀਂ ਲਾਸਟ ਪਾਰਟ ਦੇ ਵਿੱਚ ਕੀਤੀ ਸੀ। ਕਿਰਿਆ ਵਿਸ਼ੇਸ਼ਣ ਦੇ ਬਾਰੇ ਸਭ ਤੋਂ ਪਹਿਲਾਂ ਇੱਕ ਵਾਰੀ ਜਾਣ ਲਓ ਕਿ ਕਿਰਿਆ ਵਿਸ਼ੇਸ਼ਣ ਕੀ ਸੀਗਾ। ਜਿਹੜੇ ਸ਼ਬਦ ਕਿਰਿਆ ਜਾਂ ਵਿਸ਼ੇਸ਼ਣਾਂ ਦੇ ਅਰਥਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਦੇ ਆ ਉਹਨਾਂ ਨੂੰ ਅਸੀਂ ਕਿਰਿਆ ਵਿਸ਼ੇਸ਼ਣ ਬੋਲਦੇ ਆ। ਫੋਰ ਐਗਜ਼ਾਮਪਲ ਤੇਜ਼, ਬਹੁਤ, ਉੱਚਾ, ਉੱਪਰ ਆਦਿ। ਠੀਕ ਹੈ, ਤੇ ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦੇ ਹੁੰਦੇ ਆ। ਕਿੰਨੇ ਪ੍ਰਕਾਰ ਦੇ ਹੁੰਦੇ ਆ? 8 ਪ੍ਰਕਾਰ ਦੇ। ਜਿਵੇਂ ਕਿ ਮੈਂ ਤੁਹਾਨੂੰ 98 ਨੰਬਰ ਕੁਐਸਚਨ 'ਚ ਕਰਵਾਇਆ ਸੀ। ਤੇ ਆ ਰਹੀਆਂ ਕਿਰਿਆ ਦੀਆਂ ਕਿਸਮਾਂ। ਇਸ ਦੇ ਵਿੱਚੋਂ ਅਸੀਂ ਕੀ ਕੀਤਾ ਸੀ ਕਿ ਕਾਲਵਾਚਕ ਕਿਰਿਆ ਵਿਸ਼ੇਸ਼ਣ ਸੀਗਾ ਜਿਹੜਾ ਉਹ ਅਸੀਂ ਕੰਪਲੀਟ ਕਰ ਲਿਆ ਸੀਗਾ ਉਹਦੇ ਨਾਲ ਰਿਲੇਟਡ MCQ। ਤੇ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਥਾਨਵਾਚਕ ਤੋਂ। ਠੀਕ ਹੈ ਜੀ, ਇੱਕ ਵਾਰ ਤੁਸੀਂ ਨਜ਼ਰ ਮਾਰ ਸਕਦੇ ਹੋ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਤੇ। ਠੀਕ ਹੈ, 8 ਤਰ੍ਹਾਂ ਦੇ ਹੁੰਦੇ ਆ ਇਹ। ਕਿਹੜੇ ਹੁੰਦੇ ਆ ਮੈਂ ਰਿਵਾਈਜ਼ ਹੀ ਕਰਾ ਦਿੰਨੀ ਆ, ਨਾਲੇ ਤੁਹਾਨੂੰ ਯਾਦ ਹੋ ਜਾਣਗੇ। ਕਾਲਵਾਚਕ ਕਿਰਿਆ ਵਿਸ਼ੇਸ਼ਣ, ਸਥਾਨਵਾਚਕ ਕਿਰਿਆ ਵਿਸ਼ੇਸ਼ਣ, ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ, ਮਿਣਤੀਵਾਚਕ ਕਿਰਿਆ ਵਿਸ਼ੇਸ਼ਣ, ਸੰਖਿਆਵਾਚਕ ਕਿਰਿਆ ਵਿਸ਼ੇਸ਼ਣ, ਨਿਰਣਾਵਾਚਕ ਕਿਰਿਆ ਵਿਸ਼ੇਸ਼ਣ, ਕਾਰਣਵਾਚਕ ਕਿਰਿਆ ਵਿਸ਼ੇਸ਼ਣ, ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ। ਠੀਕ ਹੈ, ਇਹ 8 ਤਰ੍ਹਾਂ ਦੇ ਹੁੰਦੇ ਆ ਤੇ ਤੁਸੀਂ ਯਾਦ ਰੱਖਣਾ। ਤੇ ਅੱਗੇ ਅਸੀਂ ਇਹਨਾਂ ਨੂੰ MCQ ਦੇ ਵਿੱਚ ਹੀ ਡਿਟੇਲ ਦੇ ਵਿੱਚ ਕਰਦੇ ਹਾਂ। ਇਸ ਦੇ ਵਿੱਚੋਂ ਫਸਟ ਟਾਈਪ ਜੋ ਕਾਲਵਾਚਕ ਆ ਉਹ ਅਸੀਂ ਕਰ ਚੁੱਕੇ ਹਾਂ ਤੇ ਅੱਜ ਅਸੀਂ ਕਰਨ ਵਾਲੇ ਹਾਂ ਸਥਾਨਵਾਚਕ, ਸੈਕਿੰਡ ਟਾਈਪ। ਹਾਂਜੀ, ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੇ ਸਥਾਨ ਦਾ ਪਤਾ ਲੱਗੇ। ਦੇਖੋ ਡੈਫੀਨੇਸ਼ਨ ਤੋਂ ਹੀ ਪਤਾ ਲੱਗ ਰਿਹਾ ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦਾ ਸਥਾਨ ਦਾ ਪਤਾ ਲੱਗੇ ਉਸ ਨੂੰ ਕੀ ਕਹਿੰਦੇ ਆ? ਉਸ ਨੂੰ ਕਹਿੰਦੇ ਆ ਜੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਠੀਕ ਹੈ, ਜਿਹੜੇ ਕੰਮ ਤੋਂ ਕਿਰਿਆ ਵਿਸ਼ੇਸ਼ਣ ਦੇ ਸਥਾਨ ਬਾਰੇ ਪਤਾ ਲੱਗੇ ਉਸ ਨੂੰ ਅਸੀਂ ਕਿਰਿਆ ਵਿਸ਼ੇਸ਼ਣ ਕਹਿੰਦੇ ਆ। ਤੇ ਅੱਗੇ ਅਸੀਂ ਦੇਖਦੇ ਹਾਂ, ਅਸੀਂ ਜਿੱਦਾਂ ਅਸੀਂ ਉੱਪਰ ਬੈਠੇ ਹਾਂ, ਅਸੀਂ ਬਾਹਰ ਖੜੇ ਹਾਂ ਜਾਂ ਉਹ ਬਾਹਰ ਖੜੇ ਹਨ, ਤਾਂ ਇਹਦੇ ਵਿੱਚ ਜਿਹੜਾ ਉੱਪਰ ਆ ਤੇ ਬਾਹਰ ਆ ਇਹਦੇ ਤੋਂ ਕੀ ਆ? ਸਥਾਨ ਦਾ ਪਤਾ ਲੱਗਦਾ ਵਾ ਤੇ ਦੋਵੇਂ ਹੀ ਸਥਾਨਵਾਚਕ ਆ। ਠੀਕ ਹੈ ਜੀ, ਤੇ ਇਸ ਕਰਕੇ ਅਸੀਂ ਇਹਨੂੰ ਕੀ ਬੋਲਾਂਗੇ ਕਿ ਇਹ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਆ। ਹਾਂਜੀ, ਨੈਕਸਟ ਕੁਐਸਚਨ, ਸਥਾਨਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਹਾਂਜੀ, ਇਹਨਾਂ ਦੇ ਵਿੱਚੋਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਸਥਾਨ ਨਾਲ ਸੰਬੰਧਿਤ ਕਿਹੜੇ ਆ? ਅੰਦਰ, ਬਾਹਰ, ਕਿੱਧਰ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਜਿਹੜੇ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਹੋਣ ਦੀ ਮਿਕਦਾਰ ਜਾਂ ਮਿਣਤੀ ਦਾ ਪਤਾ ਲੱਗੇ। ਹਾਂਜੀ, ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਹੋਣ ਦੀ ਮਿਣਤੀ ਦਾ ਪਤਾ ਲੱਗੇ ਉਸ ਨੂੰ ਕਹਿੰਦੇ ਆ ਮਿਣਤੀ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ। ਤੁਹਾਨੂੰ ਮਿਣਤੀ ਵੀ ਆ ਸਕਦਾ, ਵੈਸੇ ਇੰਨਾ ਤਾਂ ਈਜ਼ੀ ਨਹੀਂ ਪਾਏਗਾ ਕਿਉਂਕਿ ਤੁਹਾਨੂੰ ਨਾਮ ਤੋਂ ਹੀ ਪਤਾ ਲੱਗੇ। ਤੁਹਾਨੂੰ ਜ਼ਿਆਦਾਤਰ ਆਪਸ਼ਨ ਦੇ ਵਿੱਚ ਪਰਿਮਾਣ ਹੀ ਮਿਲੇਗਾ। ਠੀਕ ਹੈ, ਮਿਣਤੀਵਾਚਕ ਕਿਰਿਆ ਵਿਸ਼ੇਸ਼ਣ ਤੇ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਬੋਲਦੇ ਆ ਜਿਹਦੇ ਵਿੱਚੋਂ ਮਿਣਤੀ ਦਾ ਪਤਾ ਲੱਗੇ। ਹਾਂਜੀ, ਅੱਗੇ ਦੇਖਦੇ ਹਾਂ ਨੈਕਸਟ ਕੁਐਸਚਨ, ਮਿਣਤੀਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਇਹਦੇ ਵਿੱਚੋਂ ਅਸੀਂ ਮਿਣਤੀਵਾਚਕ ਕਿਰਿਆ ਵਿਸ਼ੇਸ਼ਣ ਚੁਣਨੇ ਆ। ਹੁਣ ਮਿਣਤੀ ਇਹਦੇ ਵਿੱਚੋਂ ਕਿਹਦੀ ਪਤਾ ਲੱਗ ਰਹੀ ਆ? ਘੱਟ ਮਾਤਰਾ ਦੇ ਵਿੱਚ ਮਿਣਤੀ ਹੁੰਦੀ ਆ, ਥੋੜੇ ਮਾਤਰਾ ਦੇ ਵਿੱਚ ਮਿਣਤੀ ਹੁੰਦੀ ਆ। ਠੀਕ ਹੈ, ਰਤਾ ਦੇ ਵਿੱਚ ਹੁੰਦੀ ਆ, ਵੱਧ ਵੀ ਆ ਸਕਦਾ ਤੁਹਾਨੂੰ। ਤਾਂ ਆਪਸ਼ਨ ਨੰਬਰ B ਇਸ ਕੁਐਸਚਨ ਦਾ ਰਾਈਟ ਆਨਸਰ ਹੋਵੇਗਾ ਕਿ ਇਹ ਮਿਣਤੀਵਾਚਕ ਕਿਰਿਆ ਵਿਸ਼ੇਸ਼ਣ ਦੀ ਉਦਾਹਰਨ ਆ। ਜੇ ਅਸੀਂ ਲਈਏ ਤਾਂ ਉਦਾਹਰਨ ਕੀ ਬਣੂਗੀ? ਉਦਾਹਰਨ ਬਣੂਗੀ ਮੈਨੂੰ ਥੋੜਾ ਜਿਹਾ ਪਾਣੀ ਦੇਣਾ। ਠੀਕ ਹੈ, ਥੋੜਾ ਜਿਹਾ ਬੋਲਤਾ ਥੋੜਾ, ਤਾਂ ਥੋੜਾ ਕੀ ਹੋ ਗਿਆ? ਮਿਣਤੀਵਾਚਕ ਕਿਰਿਆ ਵਿਸ਼ੇਸ਼ਣ ਹੋ ਗਿਆ। ਠੀਕ ਹੈ, ਨੈਕਸਟ ਕੁਐਸਚਨ,
ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੇ ਕਾਰਨਾਂ ਦਾ ਪਤਾ ਲੱਗੇ। ਹਾਂਜੀ, ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੇ ਕਾਰਨਾਂ ਦਾ ਪਤਾ ਲੱਗੇ ਉਹਨਾਂ ਨੂੰ ਕੀ ਕਹਿੰਦੇ ਆ? ਉਹਨਾਂ ਨੂੰ ਅਸੀਂ ਬੋਲਦੇ ਆ ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਾਰਨਾਂ ਦਾ ਪਤਾ ਲੱਗੇ ਉਹਨੂੰ ਅਸੀਂ ਕੀ ਕਹਿੰਦੇ ਆ? ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਕਾਰਨ ਫੋਰ ਐਗਜ਼ਾਮਪਲ ਇਹਦੇ ਵਿੱਚ ਕੀ ਹੋ ਸਕਦੀ ਆ? ਮੈਂ ਪੜ੍ਹ ਨਹੀਂ ਸਕਦਾ ਕਿਉਂਕਿ ਮੇਰੀਆਂ ਅੱਖਾਂ ਦੁਖਦੀਆਂ ਨੇ। ਮੈਂ ਪੜ੍ਹ ਨਹੀਂ ਸਕਦਾ ਕਿਉਂਕਿ ਕੀ ਹੈ ਇਹਦੇ ਵਿੱਚ? ਕਾਰਨ ਦੱਸ ਰਿਹਾ ਨਾ, ਕਿਉਂਕਿ ਮੇਰੀਆਂ ਅੱਖਾਂ ਦੁਖਦੀਆਂ ਨੇ। ਉਹਨੇ ਕਾਰਨ ਦੱਸਤਾ ਤਾਂ ਇਹਨੂੰ ਅਸੀਂ ਕੀ ਬੋਲਾਂਗੇ? ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਠੀਕ ਹੈ, ਇਹ ਹੋ ਸਕਦਾ ਵਾ। ਇਸ ਤੋਂ ਇਲਾਵਾ ਇਸ ਦੇ ਵੀ ਹੋ ਸਕਦਾ ਵਾ। ਠੀਕ ਹੈ ਜੀ। ਨੈਕਸਟ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਹਾਂਜੀ, ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਿਹੜੇ ਆ ਇਹਦੇ ਵਿੱਚੋਂ? ਕਿਉਂਕਿ, ਇਸ ਕਰਕੇ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਮੈਂ ਪੜ੍ਹ ਨਹੀਂ ਸਕਦਾ ਕਿਉਂਕਿ ਮੇਰੀਆਂ ਅੱਖਾਂ ਦੁਖਦੀਆਂ ਨੇ। ਹਾਂਜੀ, ਰਾਮ ਅੱਜ ਸਕੂਲ ਨਹੀਂ ਆਇਆ ਕਿਉਂਕਿ ਉਸਦੇ ਵੀ ਹੋ ਸਕਦਾ ਵਾ। ਠੀਕ ਹੈ, ਕਾਰਨ ਜਿਹੜੇ ਦੱਸਣੇ ਆ, ਕਿਉਂਕਿ ਵੀ ਹੋ ਸਕਦਾ ਵਾ, ਜਿਹਦੇ ਤੋਂ ਬਸ ਕਾਰਨ ਸਾਨੂੰ ਪਤਾ ਲੱਗੇ। ਨੈਕਸਟ ਕੁਐਸਚਨ, ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਹੋਣ ਦੇ ਢੰਗਾਂ ਬਾਰੇ ਪਤਾ ਲੱਗੇ ਉਸ ਨੂੰ ਕੀ ਕਹਿੰਦੇ ਹਨ? ਹਾਂਜੀ, ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਹੋਣ ਦੇ ਢੰਗਾਂ ਦਾ ਪਤਾ ਲੱਗੇ ਉਸ ਨੂੰ ਬੋਲਦੇ ਆ ਅਸੀਂ। ਹਾਂਜੀ, ਇਹਦੇ ਵਿੱਚ ਕਿਰਿਆ ਦੇ ਕੰਮ ਹੋਣ ਦੇ ਢੰਗਾਂ ਬਾਰੇ ਪਤਾ ਲੱਗੇ ਉਸ ਨੂੰ ਅਸੀਂ ਬੋਲਦੇ ਆ ਪ੍ਰਕਾਰ ਕਿਰਿਆ ਵਿਸ਼ੇਸ਼ਣ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਠੀਕ ਹੈ, ਕਿਰਿਆ ਦੇ ਕੰਮ ਹੋਣ ਦੇ ਢੰਗ ਬਾਰੇ ਪਤਾ ਲੱਗੇ ਉਸ ਨੂੰ ਕੀ ਬੋਲਦੇ ਆ? ਪ੍ਰਕਾਰ ਕਿਰਿਆ ਵਿਸ਼ੇਸ਼ਣ। ਜਿਵੇਂ ਮੈਂ ਹੌਲੀ ਹੌਲੀ ਤੁਰਦਾ ਹਾਂ, ਉਹ ਰੁਕ ਰੁਕ ਕੇ ਤੁਰਦਾ ਹੈ। ਤਾਂ ਹੌਲੀ ਹੌਲੀ ਕੀ ਹੋ ਗਿਆ? ਐਂਡ ਰੁਕ ਰੁਕ ਕੇ ਕੀ ਹੋ ਗਿਆ? ਇਹਦੇ ਵਿੱਚ ਪ੍ਰਕਾਰ ਕਿਰਿਆ ਵਿਸ਼ੇਸ਼ਣ ਹੋ ਗਿਆ। ਨੈਕਸਟ ਕੁਐਸਚਨ, ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਹਾਂਜੀ, ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਿਹੜੇ ਆ? ਹੌਲੀ, ਛੇਤੀ, ਇੰਜ, ਉਸ ਤਰ੍ਹਾਂ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਜਿਹੜੇ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦੀ ਗਿਣਤੀ ਦਾ ਪਤਾ ਲੱਗੇ ਉਹਨਾਂ ਨੂੰ ਕੀ ਕਹਿੰਦੇ ਆ? ਹਾਂਜੀ, ਪਹਿਲਾਂ ਅਸੀਂ ਮਿਣਤੀ ਕੀਤੀ ਸੀ ਤਾਂ ਅਸੀਂ ਕਿਹਾ ਸੀ ਪਰਿਮਾਣ। ਠੀਕ ਹੈ, ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ। ਹੁਣ ਅਸੀਂ ਬੋਲ ਰਹੇ ਹਾਂ ਕਿ ਜਿਹੜੇ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦੀ ਗਿਣਤੀ ਦਾ ਪਤਾ ਲੱਗੇ। ਗਿਣਤੀ ਦੇ ਨਾਲ ਰਿਲੇਟਡ ਹੁੰਦੀ ਸੰਖਿਆ, ਤਾਂ ਉਸ ਨੂੰ ਅਸੀਂ ਬੋਲਦੇ ਹਾਂ ਸੰਖਿਆਵਾਚਕ ਵਿਸ਼ੇਸ਼ਣ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ। ਤੁਹਾਨੂੰ ਫੋਰ ਐਗਜ਼ਾਮਪਲ ਇਹਦੇ ਵਿੱਚ ਆ, ਪਾਕਿਸਤਾਨ ਨੇ ਭਾਰਤ ਵਿੱਚ ਕਈ ਵਾਰ ਸਮਝੌਤਾ ਕੀਤਾ। ਪਾਕਿਸਤਾਨ ਨੇ ਭਾਰਤ ਵਿੱਚ ਕਈ ਵਾਰ ਸਮਝੌਤਾ ਕੀਤਾ। ਠੀਕ ਹੈ, ਇਹ ਕੀ ਹੋ ਗਿਆ? ਕਈ ਵਾਰ ਇਹਦੇ ਵਿੱਚ। ਤੇ ਅੱਗੇ ਅਸੀਂ ਸੈਕਿੰਡ ਐਗਜ਼ਾਮਪਲ ਦੇਦੇ ਆ, ਅਸੀਂ ਘੜੀ ਮੁੜੀ ਗਲਤੀ ਕਰਦੇ ਰਹੇ। ਘੜੀ ਮੁੜੀ ਤੇ ਕਈ ਵਾਰ, ਇਹ ਕੀ ਆ? ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਦੀਆਂ ਉਦਾਹਰਨਾਂ ਨੇ ਇਹਦੇ ਵਿੱਚ। ਨੈਕਸਟ ਕੁਐਸਚਨ, ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਹਾਂਜੀ, ਇਹਦੇ ਵਿੱਚ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿਹੜਾ ਵਾ? ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਇਹਦੇ ਵਿੱਚ ਇੱਕ ਇੱਕ, ਦੁਬਾਰਾ, ਕਈ ਵਾਰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਜਿਹੜੇ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦਾ ਪਤਾ ਲੱਗੇ, ਯਕੀਨ ਜਾਂ ਪਕਿਆਈ ਵੱਜੇ। ਜਿਹੜੇ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦਾ ਯਕੀਨ ਹੋਵੇ, ਠੀਕ ਹੈ, ਜਿਹਦੇ ਤੋਂ, ਤਾਂ ਉਹਨਾਂ ਨੂੰ ਅਸੀਂ ਕੀ ਬੋਲਦੇ ਆ? ਉਹਨਾਂ ਨੂੰ ਅਸੀਂ ਬੋਲਦੇ ਆ ਨਿਸ਼ਚੈਵਾਚਕ ਵਿਸ਼ੇਸ਼ਣ। ਜਾਣੀ ਕਿ ਉਹ ਨਿਸ਼ਚਿਤ ਕਰ ਦਿੰਦਾ ਨਾ, ਜਦੋਂ ਯਕੀਨ ਹੋ ਜਾਂਦਾ ਤਾਂ ਗੱਲ ਨਿਸ਼ਚਿਤ ਹੋ ਜਾਂਦੀ ਆ। ਤੇ ਇਹਦਾ ਮਤਲਬ ਕੀ ਹੈ? ਜਿਹੜੇ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦਾ ਪੱਕਾ ਯਕੀਨ ਜਾਂ ਪਕਿਆਈ ਵੱਜੇ ਉਸ ਨੂੰ ਅਸੀਂ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਬੋਲਦੇ ਆ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਮੈਂ ਉਸ ਨੂੰ ਬਿਲਕੁਲ ਪਸੰਦ ਨਹੀਂ ਕਰਦਾ। ਮਤਲਬ ਇਹ ਗੱਲ ਨਿਸ਼ਚਿਤ ਹੀ ਹੋ ਗਈ ਵੀ ਪਸੰਦ ਨਹੀਂ ਕਰਦਾ ਤਾਂ ਨਹੀਂ ਕਰਦਾ। ਠੀਕ ਹੈ, ਇਹਦੇ ਵਿੱਚ ਕੀ ਹੋ ਗਿਆ? ਜਿਹੜਾ ਬਿਲਕੁਲ ਆ, ਇਹ ਕੀ ਆ? ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਆ। ਤੇ ਉਹ ਤਾਂ ਸ਼ਰਾਰਤੀ ਹੀ ਹੈ, ਉਹ ਤਾਂ ਹੈ ਹੀ ਸ਼ਰਾਰਤੀ, ਇੱਥੇ ਬਣਨਾ ਸੀ। ਠੀਕ ਹੈ, ਉਹ ਤਾਂ ਹੈ ਹੀ ਸ਼ਰਾਰਤੀ ਆ। ਤੇ ਇਹਦੇ ਵਿੱਚ ਜਿਹੜਾ ਹੀ ਬਣ ਗਿਆ, ਉਹਨੇ ਕੀ ਕਰਤਾ? ਨਿਸ਼ਚਿਤ ਕਰਤਾ ਵੀ ਉਹਨੂੰ ਨਜ਼ਰ 'ਚ ਸ਼ਰਾਰਤੀ ਹੀ ਬਣਾਤਾ ਕਿ ਹਾਂ ਹੈਗਾ ਹੀ ਆ। ਠੀਕ ਹੈ ਜੀ। ਨੈਕਸਟ ਅਸੀਂ ਦੇਖਦੇ ਹਾਂ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਇਹਦੇ ਵਿੱਚ ਕੀ ਬਣ ਸਕਦਾ? ਬਿਲਕੁਲ, ਬੇਸ਼ੱਕ, ਹੀ, ਵੀ, ਤਾਂ, ਤੇ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਜਿਹੜੇ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਬਾਰੇ ਨਿਰਣਾ ਦੇਣ। ਹਾਂਜੀ, ਜਿਹੜੇ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਦੇ ਬਾਰੇ ਨਿਰਣਾ ਦੇਣ, ਉਹਨੂੰ ਕੀ ਬੋਲਦੇ ਆ? ਉਹਨੂੰ ਬੋਲਦੇ ਆ ਨਿਰਣੈਵਾਚਕ ਕਿਰਿਆ ਵਿਸ਼ੇਸ਼ਣ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਮੈਂ ਸੁਰਿੰਦਰ ਨੂੰ ਨਹੀਂ ਪਛਾਣਦਾ। ਠੀਕ ਹੈ, ਮੈਂ ਸੁਰਿੰਦਰ ਨੂੰ ਨਹੀਂ ਪਛਾਣਦਾ ਤੇ ਤੁਸੀਂ ਜ਼ਰੂਰ ਦਰਸ਼ਨ ਦੇਣੇ। ਇਹਦੇ ਵਿੱਚ ਜੋ ਨਹੀਂ ਆ,
ਅਤੇ ਜ਼ਰੂਰ ਆ। ਇਹ ਕੀ ਆ? ਨਿਰਣੈਵਾਚਕ ਕਿਰਿਆ ਵਿਸ਼ੇਸ਼ਣ ਆ। ਨੈਕਸਟ ਕੁਐਸਚਨ, ਨਿਰਣੈਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਹਾਂਜੀ, ਨਿਰਣੈਵਾਚਕ ਕਿਰਿਆ ਵਿਸ਼ੇਸ਼ਣ ਇਹਦੇ ਵਿੱਚ ਕਿਹੜੇ ਆ? ਨਿਰਣੈਵਾਚਕ ਕਿਰਿਆ ਵਿਸ਼ੇਸ਼ਣ ਆ, ਦੱਸੋ ਜੀ ਕਿਹੜੇ ਕਿਹੜੇ ਆ? ਨਹੀਂ, ਜੀ, ਹਾਂਜੀ, ਠੀਕ, ਸਤ ਵਚਨ, ਜ਼ਰੂਰ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਕਿਰਿਆ ਵਿਸ਼ੇਸ਼ਣਾਂ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਹਨ? ਹਾਂਜੀ, ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਨੇ? ਕਿਰਿਆ ਵਿਸ਼ੇਸ਼ਣ 3 ਤਰ੍ਹਾਂ ਦੇ ਹੁੰਦੇ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। 3 ਅਵਸਥਾ ਹੁੰਦੀਆਂ ਵਾ ਕਿਰਿਆ ਵਿਸ਼ੇਸ਼ਣਾਂ ਦੀਆਂ। ਕਿਹੜੀਆਂ ਕਿਹੜੀਆਂ ਹੁੰਦੀਆਂ ਨੇ? ਸਧਾਰਨ ਅਵਸਥਾ, ਪ੍ਰਸ਼ਨਿਕ ਅਵਸਥਾ ਅਤੇ ਯੋਜਕੀ ਅਵਸਥਾ। ਠੀਕ ਹੈ, ਅਸੀਂ ਅੱਗੇ ਇਹਨਾਂ ਨੂੰ ਸਟੈਪ ਬਾਈ ਸਟੈਪ MCQ ਟਾਈਪ ਦੇ ਵਿੱਚ ਹੀ ਕਰਦੇ ਆ ਇਹਨਾਂ ਦੀ ਡੈਫੀਨੇਸ਼ਨ ਬਾਰੇ ਵੀ। ਜਦੋਂ ਕਿਰਿਆ ਵਿਸ਼ੇਸ਼ਣ ਕੇਵਲ ਕਿਰਿਆ ਵਿਸ਼ੇਸ਼ਣ ਦਾ ਹੀ ਕੰਮ ਕਰਦੇ ਆ, ਜਦੋਂ ਕਿਰਿਆ ਵਿਸ਼ੇਸ਼ਣ ਕੇਵਲ ਤੇ ਕੇਵਲ ਕਿਰਿਆ ਵਿਸ਼ੇਸ਼ਣ ਦਾ ਹੀ ਕੰਮ ਕਰਦੇ ਆ, ਉਸ ਨੂੰ ਅਸੀਂ ਕਿਹੜੀ ਅਵਸਥਾ ਬੋਲਦੇ ਆ? ਉਸ ਨੂੰ ਅਸੀਂ ਸਧਾਰਨ ਅਵਸਥਾ ਬੋਲਦੇ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਮੈਂ ਸਵੇਰੇ ਸਵੇਰੇ ਪੁੱਜਾਂਗਾ, ਤੁਸੀਂ ਹੌਲੀ ਹੌਲੀ ਪੜ੍ਹਦੇ ਹੋ। ਆਪਸ਼ਨ ਨੰਬਰ ਦੇਖੋ ਇਹਦੇ ਵਿੱਚ ਜਿਹੜਾ ਸਵੇਰੇ ਸਵੇਰੇ ਆ ਤੇ ਹੌਲੀ ਹੌਲੀ ਆ, ਇਹ ਕੀ ਆ? ਸਧਾਰਨ ਅਵਸਥਾ ਵਾ ਕਿਰਿਆ ਵਿਸ਼ੇਸ਼ਣ ਦੀ। ਨੈਕਸਟ, ਜਦੋਂ ਕਿਰਿਆ ਵਿਸ਼ੇਸ਼ਣ ਕੁਝ ਪੁੱਛਣ ਦਾ ਕੰਮ ਕਰਦੇ ਹਨ। ਹਾਂਜੀ, ਜਦੋਂ ਕਿਰਿਆ ਵਿਸ਼ੇਸ਼ਣ ਦੇ ਵਿੱਚ ਕੁਐਸਚਨ ਹੁੰਦੀ ਆ, ਠੀਕ ਹੈ, ਕੁਐਸਚਨ ਪੁੱਛੇ ਜਾਂਦੇ ਆ, ਕੁਝ ਨਾ ਕੁਝ ਪੁੱਛਣ ਦਾ ਕੰਮ ਕਰਦੇ ਆ, ਤਾਂ ਉਸ ਸਮੇਂ ਕਿਹੜੀ ਅਵਸਥਾ ਹੁੰਦੀ ਆ? ਨਾਮ ਤੋਂ ਹੀ ਪਤਾ ਲੱਗਦਾ, ਪ੍ਰਸ਼ਨਿਕ ਅਵਸਥਾ ਹੁੰਦੀ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਫੋਰ ਐਗਜ਼ਾਮਪਲ, ਅਸੀਂ ਕਿੱਥੇ ਜਾਵਾਂਗੇ, ਤੁਸੀਂ ਕਿਉਂ ਧਿਆਨ ਨਹੀਂ ਦਿੰਦੇ? ਠੀਕ ਹੈ, ਇਹਦੇ ਵਿੱਚ ਕੀ ਆ? ਜਿਹੜਾ ਕਿਉਂ ਆ ਤੇ ਕਿੱਥੇ ਆ, ਇਹ ਕੀ ਹੋ ਗਏ? ਇਹ ਹੋ ਗਏ ਪ੍ਰਸ਼ਨਿਕ ਅਵਸਥਾ ਕਿਰਿਆ ਵਿਸ਼ੇਸ਼ਣ ਦੀ। ਹਾਂਜੀ, ਨੈਕਸਟ, ਜਦੋਂ ਕਿਰਿਆ ਵਿਸ਼ੇਸ਼ਣ 2 ਵਾਕਾਂ ਨੂੰ ਜੋੜਨ ਦਾ ਕੰਮ ਕਰਦਾ ਹੋਵੇ ਤਾਂ ਉਸ ਸਮੇਂ ਕਿਹੜੀ ਅਵਸਥਾ ਹੁੰਦੀ ਆ? ਹਾਂਜੀ, ਜਦੋਂ ਕਿਰਿਆ ਵਿਸ਼ੇਸ਼ਣ 2 ਵਾਕਾਂ ਨੂੰ ਜੋੜਨ ਦਾ ਕੰਮ ਕਰਦਾ ਹੋਵੇ ਤਾਂ ਉਸ ਸਮੇਂ ਯੋਜਕ ਦੀ ਅਵਸਥਾ ਹੁੰਦੀ ਆ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ, ਯੋਜਕੀ ਅਵਸਥਾ। ਠੀਕ ਹੈ, ਫੋਰ ਐਗਜ਼ਾਮਪਲ, ਜਿੱਥੇ ਸਾਰੇ ਜਾਣਗੇ ਉੱਥੇ ਮੈਂ ਵੀ ਜਾਵਾਂਗਾ। ਇਹਦੇ ਵਿੱਚ ਜਿਹੜਾ ਜਿੱਥੇ ਆ, ਇਹ ਕੀ ਹੋ ਗਿਆ? ਯੋਜਕੀ ਅਵਸਥਾ ਹੋ ਗਈ, ਜਿਹੜੀ 2 ਵਾਕਾਂ ਨੂੰ ਜੋੜ ਰਹੀ ਆ। ਜਿੱਥੇ ਸਾਰੇ ਜਾਣਗੇ ਉੱਥੇ ਮੈਂ ਵੀ ਜਾਵਾਂਗਾ। ਠੀਕ ਆ, ਤੇ ਤੁਸੀਂ ਜਦੋਂ ਜਾਓਗੇ ਉਦੋਂ ਰਜਵੰਤ ਵੀ ਜਾਏਗਾ। ਉਦੋਂ ਆ ਜਿਹੜਾ, ਇਹ ਵੀ 2 ਵਾਕਾਂ ਨੂੰ ਜੋੜ ਰਿਹਾ ਵਾ। ਠੀਕ ਹੈ ਜੀ, ਤੇ ਇਹਦੇ ਵਿੱਚ ਕੀ ਹੋ ਗਿਆ ਕਿ ਇਹ ਯੋਜਕੀ ਅਵਸਥਾ ਦੇ ਆ। ਠੀਕ ਹੈ ਜੀ, ਨੈਕਸਟ ਕੁਐਸਚਨ। ਹਾਂਜੀ, ਹੁਣ ਜੋ ਸਾਡਾ ਟੌਪਿਕ ਹੈ ਸੰਬੰਧਕ ਦੇ ਨਾਲ ਰਿਲੇਟਡ ਹੋਣ ਜਾ ਰਿਹਾ ਹੈ। ਸੰਬੰਧਕ, ਵਾਕ ਵਿਚਲੇ ਉਹ ਸ਼ਬਦ ਜੋ ਨਾਮ ਜਾਂ ਪੜਨਾਮ ਦੇ ਨਾਲ ਲੱਗ ਕੇ ਉਸ ਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਦੱਸਣ ਤਾਂ ਉਸ ਨੂੰ ਕੀ ਕਿਹਾ ਜਾਂਦਾ? ਦੇਖੋ ਧਿਆਨ ਨਾਲ ਸੁਣੋ। ਵਾਕ ਦੇ ਵਿਚਲੇ ਉਹ ਸ਼ਬਦ ਜੋ ਨਾਮ ਜਾਂ ਪੜਨਾਮ ਦੇ ਨਾਲ ਲੱਗਦੇ ਆ, ਫਿਰ ਉਸ ਦਾ ਸੰਬੰਧ ਵਾਕ ਦੇ ਕਿਸੇ ਹੋਰ ਸ਼ਬਦ ਨਾਲ ਦੱਸਦੇ ਆ, ਉਹਨਾਂ ਨੂੰ ਅਸੀਂ ਬੋਲਦੇ ਆ ਸੰਬੰਧਕ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਇਹ ਮੋਹਨ ਦਾ ਸਕੂਟਰ ਹੈ, ਇਹਦੇ ਵਿੱਚ ਜੋ ਦਾ ਵਾ ਉਹ ਕੀ ਬਣ ਗਿਆ? ਸੰਬੰਧਕ ਬਣ ਗਿਆ। ਠੀਕ ਹੈ, ਤੇ ਇਹ ਉਸ ਦੀਆਂ ਪੁਸਤਕਾਂ ਹਨ, ਮਤਲਬ ਇਹ ਕਿਸੇ ਦਾ ਸੰਬੰਧ ਜੋੜ ਰਿਹਾ ਵਾ, ਦੀਆਂ, ਤੇ ਇਹ ਕੀ ਹੋ ਗਿਆ? ਸੰਬੰਧਕ ਹੋ ਗਏ, ਦਾ, ਦੀਆਂ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਸੰਬੰਧਕ ਚੁਣੋ। ਹਾਂਜੀ, ਇਹਨਾਂ ਦੇ ਵਿੱਚੋਂ ਸੰਬੰਧਕ ਕਿਹੜੇ ਹੋਏ? ਦਾ, ਦੀ, ਨੇ, ਨੂੰ, ਨਾਲ। ਠੀਕ ਹੈ, ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਜਿਵੇਂ ਸ਼ਾਮ ਦੀ ਘੜੀ ਆ, ਠੀਕ ਹੈ ਜੀ, ਸ਼ਾਮ ਨੇ ਪਾਣੀ ਦਿੱਤਾ, ਇਹ ਕੀ ਹੋ ਗਏ? ਸੰਬੰਧਕ ਹੋ ਗਏ। ਨੈਕਸਟ ਕੁਐਸਚਨ, ਵਰਤਨ ਪੱਖੋਂ ਸੰਬੰਧਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਹਾਂਜੀ, ਬਣਤਰ ਦੇ ਪੱਖੋਂ ਦੇਖੀਏ ਤਾਂ ਸੰਬੰਧਕ 3 ਪ੍ਰਕਾਰ ਦੇ ਹੁੰਦੇ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਕਿਹੜੀ ਕਿਹੜੀ ਪ੍ਰਕਾਰ ਹੁੰਦੀ ਹੈ ਇਹਨਾਂ ਦੀ? ਮੂਲ ਸੰਬੰਧਕ, ਸੰਬੰਧ ਸੂਚਕ ਪਿਛੇਤਰ, ਸੰਧੀ ਸੰਬੰਧਕ ਅਤੇ ਸੰਯੁਕਤ ਸੰਬੰਧਕ। ਇੱਥੇ ਦੇਖੋ, ਜਿਹੜਾ ਸੰਬੰਧਕ ਸੂਚਕ ਪਿਛੇਤਰ ਆ ਤੇ ਸੰਧੀ ਸੰਬੰਧਕ ਆ, ਉਹ ਇੱਕ ਹੀ ਆ। ਮੂਲ ਸੰਬੰਧਕ, ਸੰਧੀ ਸੰਬੰਧਕ, ਸੰਯੁਕਤ ਸੰਬੰਧਕ, ਇਹ 3 ਪ੍ਰਕਾਰ ਦੇ ਹੁੰਦੇ ਆ ਬਣਤਰ ਦੇ ਪੱਖੋਂ। ਠੀਕ ਹੈ, ਤਾਂ ਅੱਗੇ ਅਸੀਂ ਸਟੈਪ ਬਾਈ ਸਟੈਪ ਬਾਈ ਡੈਫੀਨੇਸ਼ਨ ਇਹਨਾਂ ਨੂੰ MCQ ਦੇ ਵਿੱਚ ਹੀ ਕਰਾਂਗੇ। ਉਹ ਸੰਬੰਧਕ ਸ਼ਬਦ ਜਿਹੜੇ ਇੱਕ ਸ਼ਬਦਕ ਵਜੋਂ ਸੁਤੰਤਰ ਤੇ ਵਿਚਰ ਸਕਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਉਹ ਸੰਬੰਧਕ ਜਿਹੜੇ ਇੱਕ ਸ਼ਬਦਕ ਵਜੋਂ ਸੁਤੰਤਰ ਤੇ ਵਿਚਰ ਸਕਦੇ ਆ, ਉਹਨਾਂ ਨੂੰ ਅਸੀਂ ਮੂਲ ਸੰਬੰਧਕ ਬੋਲਦੇ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਜਾਨੀ ਕਿ ਇੱਕ ਦੂਜੇ ਨਾਲ ਵਿਚਰ ਸਕਦੇ ਆ। ਠੀਕ ਹੈ, ਉਹ ਸੰਬੰਧਕ ਜਿਹੜੇ ਇੱਕ ਦੂਜੇ ਨਾਲ ਵਿਚਰ ਸਕਦੇ ਹੋਣ। ਜਿਵੇਂ ਪਿਤਾ ਨੇ ਪੁੱਤਰ ਨੂੰ ਕਿਹਾ, ਜਾਂ ਤਾਂ ਇਹ ਲਿਖ ਦਿੱਤਾ ਜਾਵੇ ਕਿ ਪਿਤਾ ਨੇ ਪੁੱਤਰ ਨੂੰ ਕਿਹਾ, ਜਾਂ ਫਿਰ ਇਹ ਲਿਖ ਦਿੱਤਾ ਜਾਵੇ ਕਿ ਪੁੱਤਰ ਨੇ ਪਿਤਾ ਨੂੰ ਕਿਹਾ।
ਇੱਥੇ ਸੌਰੀ ਇੱਕ ਹੀ ਐਗਜ਼ਾਮਪਲ ਟਾਈਪ ਹੋਈ ਆ, ਦੋ ਸੀਗੀਆਂ ਇਹ। ਪਿਤਾ ਨੇ ਪੁੱਤਰ ਨੂੰ ਕਿਹਾ, ਠੀਕ ਹੈ, ਤੇ ਇੱਥੇ ਦੂਸਰੀ ਬਣ ਸਕਦੀ ਹੈ ਪੁੱਤਰ ਨੇ ਪਿਤਾ ਨੂੰ ਕਿਹਾ। ਤਾਂ ਇਹ ਦੋਵਾਂ ਦੇ ਵਿੱਚ ਕੀ ਆ, ਇੱਕ ਦੂਜੇ ਦੇ ਵਿੱਚ ਵਿਚਰ ਰਹੇ ਨੇ ਨਾ, ਪਿਤਾ ਨੇ ਪੁੱਤਰ ਨੂੰ ਕਿਹਾ ਜਾਂ ਪੁੱਤਰ ਨੇ ਪਿਤਾ ਨੂੰ ਕਿਹਾ, ਠੀਕ ਹੈ, ਇਹ ਦੋਨੇ ਆਪਸ ਦੇ ਵਿੱਚ ਵਿਚਰ ਰਹੇ ਨੇ, ਤਾਂ ਇਹਨਾਂ ਨੂੰ ਅਸੀਂ ਕੀ ਬੋਲਾਂਗੇ, ਮੂਲ ਸੰਬੰਧਕ। ਨੈਕਸਟ, ਵਾਕ ਵਿੱਚ ਕਈ ਸ਼ਬਦਾਂ ਦੇ ਪਿਛੇਤਰ ਸੰਬੰਧਕ ਦਾ ਕੰਮ ਕਰਦੇ ਹਨ, ਉਹ ਕਿਹੜੇ ਸੰਬੰਧਕ ਹੁੰਦੇ ਹਨ? ਹਾਂਜੀ, ਕਈ ਸ਼ਬਦਾਂ ਦੇ ਵਿੱਚ ਕਹਿੰਦਾ ਪਿਛੇਤਰ ਆ ਜਿਹੜੇ ਉਹ ਸੰਬੰਧਕ ਦਾ ਕੰਮ ਕਰਦੇ ਆ, ਠੀਕ ਹੈ, ਤਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ, ਉਹਨਾਂ ਨੂੰ ਅਸੀਂ ਬੋਲਦੇ ਆ ਸੰਬੰਧ ਸੂਚਕ ਪਿਛੇਤਰ ਜਾਂ ਫਿਰ ਸੰਧੀ ਸੰਬੰਧਕ। ਵਾਕ ਦੇ ਵਿੱਚ ਜਿਹੜੇ ਸ਼ਬਦ ਪਿਛੇਤਰ, ਕਈ ਪਿਛੇਤਰ ਇਦਾਂ ਦੇ ਹੁੰਦੇ ਆ ਜਿਹੜੇ ਸੰਬੰਧਕ ਦਾ ਕੰਮ ਕਰਦੇ ਆ, ਉਹਨਾਂ ਨੂੰ ਅਸੀਂ ਬੋਲਦੇ ਆ ਸੰਧੀ ਸੰਬੰਧਕ ਜਾਂ ਫਿਰ ਸੰਬੰਧ ਸੂਚਕ ਪਿਛੇਤਰ, ਠੀਕ ਹੈ। ਫੋਰ ਐਗਜ਼ਾਮਪਲ, ਉਹ ਸਕੂਲੋਂ ਆਇਆ। ਹੁਣ ਦੇਖੋ ਇਹਦੇ ਵਿੱਚ ਕੀ ਹੈ, ਜਿਹੜਾ ਪਿਛੇਤਰ ਆ, ਪਿਛੇਤਰ ਜੇ ਅਸੀਂ ਦੇਖੀਏ ਤਾਂ ਉਹ ਸਕੂਲ ਤੋਂ ਆਇਆ ਵਾ ਨਾ, ਸਕੂਲ ਤੋਂ ਆਇਆ, ਤਾਂ ਸਕੂਲ ਤੋਂ ਇਹਦੇ ਵਿੱਚ ਪਿਛੇਤਰ ਕੀ ਹੈ, ਤੋਂ, ਤਾਂ ਇਹ ਕੀ ਕਰਦਾ, ਇਹਦੇ ਵਿੱਚ ਸੰਬੰਧਕ ਦਾ ਕੰਮ ਕਰ ਰਿਹਾ ਵਾ, ਤਾਂ ਇਹਨੂੰ ਅਸੀਂ ਬੋਲਦੇ ਆ ਸੰਬੰਧ ਸੂਚਕ ਪਿਛੇਤਰ, ਠੀਕ ਹੈ। ਉਹ ਦੁਪਹਿਰੇ ਨਹੀਂ ਆਵੇਗਾ, ਦੁਪਹਿਰੇ ਨਹੀਂ, ਉਹ ਦੁਪਹਿਰੇ ਘਰ ਤੋਂ ਨਹੀਂ ਆਵੇਗਾ, ਠੀਕ ਹੈ, ਇੱਥੇ ਘਰ ਤੋਂ ਆਉਣਾ ਸੀਗਾ, ਘਰੋਂ ਆਊਗਾ, ਜਿਵੇਂ ਇੱਥੇ ਸਕੂਲੋਂ ਲਿਖਿਆ ਉੱਥੇ ਘਰੋਂ ਆਊਗਾ, ਤੇ ਉਹਦਾ ਮਤਲਬ ਕੀ ਬਣ ਜਾਣਾ ਸੀ, ਘਰ ਤੋਂ। ਘਰ ਤੋਂ ਕੀ ਇੱਥੇ ਪਿਛੇਤਰ ਦਾ ਕੰਮ ਕਰ ਰਿਹਾ ਤੇ ਸੰਬੰਧਕ ਦਾ ਵੀ ਕੰਮ ਕਰ ਰਿਹਾ ਵਾ, ਤਾਂ ਇਹਨੂੰ ਅਸੀਂ ਬੋਲਾਂਗੇ ਸੰਬੰਧ ਸੂਚਕ ਪਿਛੇਤਰ। ਨੈਕਸਟ ਕੁਐਸਚਨ, ਹਾਂਜੀ, ਵੱਧ ਸੰਬੰਧਕ ਸ਼ਬਦ ਸਤੰਤਰ ਵਿੱਚ ਵਿਚਰ ਕੇ ਪ੍ਰਗਟ ਕਰਨ। ਉਹ ਵਾਕ ਜਿਹੜੇ ਸੰਬੰਧਕ ਸ਼ਬਦ ਸਤੰਤਰ ਦੇ ਵਿੱਚ ਵਿਚਰ ਕੇ ਪ੍ਰਗਟ ਕਰਦੇ ਆ, ਉਹਨਾਂ ਨੂੰ ਅਸੀਂ ਬੋਲਦੇ ਆ ਸੰਯੁਕਤ ਸੰਬੰਧਕ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਕਮਰੇ ਦੇ ਵਿੱਚ ਕੁਰਸੀ ਹੈ, ਹੁਣ ਜਿਹੜੀ ਵਿੱਚ ਆ ਉਹ ਕੀ ਹੋ ਗਈ, ਸੰਯੁਕਤ, ਠੀਕ ਹੈ, ਸੰਯੁਕਤ। ਇਸ ਦੇ ਵਿੱਚ ਦੋ ਸੰਬੰਧਕ ਯੂਜ਼ ਹੁੰਦੇ ਆ ਨਾ, ਦੇਖੋ ਇਹਦੇ ਵਿੱਚ ਕੀ ਲਿਖਿਆ ਹੋਇਆ, ਵੱਧ, ਤੁਹਾਨੂੰ ਲਿਖ ਰਿਹਾ ਵੱਧ, ਇੱਕ ਜਾਂ ਵੱਧ ਸੰਬੰਧਕ, ਇੱਕ ਜਾਂ ਵੱਧ ਸੰਬੰਧਕ ਸ਼ਬਦ ਸਤੰਤਰ ਦੇ ਵਿੱਚ ਵਿਚਰ ਕੇ ਜਦੋਂ ਕੁਝ ਪ੍ਰਗਟ ਕਰਦੇ ਆ, ਦੇਖੋ ਤਾਂ ਉਹਨਾਂ ਨੂੰ ਅਸੀਂ ਕੀ ਬੋਲਦੇ ਆ, ਉਹਨਾਂ ਨੂੰ ਅਸੀਂ ਬੋਲਦੇ ਆ ਸੰਯੁਕਤ ਸੰਬੰਧਕ। ਫੋਰ ਐਗਜ਼ਾਮਪਲ, ਕਮਰੇ ਦੇ ਵਿੱਚ ਕੁਰਸੀ ਆ, ਇੱਥੇ ਹੋ ਗਿਆ ਵਿੱਚ, ਠੀਕ ਹੈ, ਇਸ ਵਿੱਚ ਦੋ ਸੰਬੰਧਕ ਯੂਜ਼ ਹੋਏ ਆ, ਵਿੱਚ ਤੇ ਦੇ ਵੀ ਤਾਂ ਸੰਬੰਧਕ ਹੀ ਆ, ਇਹਦੇ ਵਿੱਚ ਕਿੰਨੇ ਸੰਬੰਧਕ ਯੂਜ਼ ਹੋ ਗਏ, ਦੋ। ਜਦੋਂ ਦੋ ਸੰਬੰਧਕ ਯੂਜ਼ ਹੁੰਦੇ ਆ ਉਹਨਾਂ ਨੂੰ ਅਸੀਂ ਬੋਲਦੇ ਆ ਸੰਯੁਕਤ ਸੰਬੰਧਕ, ਮਤਲਬ ਇੱਕ ਜਾਂ ਇੱਕ ਤੋਂ ਵੱਧ ਸੰਬੰਧਕ ਵਰਤੇ ਜਾਂਦੇ ਆ, ਠੀਕ ਹੈ। ਫੋਰ ਐਗਜ਼ਾਮਪਲ, ਰਜਿੰਦਰ ਦੇ ਕੋਲ ਕਿਤਾਬ ਹੈ, ਹੁਣ ਦੇ ਤੇ ਕੋਲ ਦੋ ਸੰਬੰਧਕ ਹੋ ਗਏ, ਤਾਂ ਇਹਦਾ ਮਤਲਬ ਕੀ ਹੋ ਗਿਆ, ਇਹ ਸੰਯੁਕਤ ਸੰਬੰਧਕ ਹੋ ਗਿਆ, ਠੀਕ ਹੈ ਜੀ। ਨੈਕਸਟ ਕੁਐਸਚਨ, ਰੂਪ ਦੇ ਆਧਾਰ ਤੇ ਸੰਬੰਧਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਹਾਂਜੀ, ਰੂਪ ਦੇ ਆਧਾਰ ਤੇ ਸੰਬੰਧਕ ਦੋ ਪ੍ਰਕਾਰ ਦੇ ਹੁੰਦੇ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਵਿਕਾਰੀ ਅਤੇ ਅਵਿਕਾਰੀ। ਕਿੰਨੇ ਹੁੰਦੇ ਆ? ਦੋ ਪ੍ਰਕਾਰ ਦੇ, ਵਿਕਾਰੀ ਅਤੇ ਅਵਿਕਾਰੀ। ਹਾਂਜੀ, ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਾਂਗੀ ਕਿ ਨਾਮ, ਪੜਨਾਮ, ਕਿਰਿਆ, ਵਿਸ਼ੇਸ਼ਣ, ਸੰਬੰਧਕ, ਯੋਜਕ ਵਾਲਾ ਜੋ ਅਸੀਂ ਟੌਪਿਕ ਸ਼ੁਰੂ ਕੀਤਾ ਹੋਇਆ ਸੀ, ਤੇ ਇਸ ਦੇ ਨੈਕਸਟ ਪਾਰਟ ਦੇ ਵਿੱਚ ਅਸੀਂ ਕਰਾਂਗੇ, ਮਤਲਬ ਕਿ ਪਾਰਟ 11 ਦੇ ਵਿੱਚ ਅਸੀਂ ਕਰਾਂਗੇ ਭਾਸ਼ਾ, ਪੰਜਾਬੀ ਭਾਸ਼ਾ, ਲਿਪੀ, ਗੁਰਮੁਖੀ ਲਿਪੀ, ਮੁਹਾਵਰੇ, ਠੀਕ ਹੈ। ਇਸ ਤਰ੍ਹਾਂ ਦੇ ਸਾਰੇ ਟੌਪਿਕ ਡਿਸਕਸ ਕਰਾਂਗੇ। ਇਹ ਟੌਪਿਕ ਜਿਹੜੇ ਥੋੜੇ ਟਫ ਸੀ ਤੇ ਥੋੜੇ ਬੋਰਿੰਗ ਲੱਗ ਸਕਦੇ ਸੀ ਤੁਹਾਨੂੰ, ਇਹ ਸਾਡੇ ਜਿਹੜੇ ਟੌਪਿਕ ਆ ਇੰਪੋਰਟੈਂਟ ਬਹੁਤ ਜ਼ਿਆਦਾ ਸੀ, ਠੀਕ ਹੈ, ਇਸ ਕਰਕੇ ਕਵਰ ਕਰਵਾਉਣੇ ਜ਼ਰੂਰੀ ਸੀ। ਤੇ ਹੁਣ ਤਾਂ ਫਿਰ ਵੈਸੇ ਵੀ ਤੁਹਾਡਾ ਬੇਸਿਕ ਆ ਜੋ ਸਟਾਰਟ ਹੀ ਹੋਇਆ ਸੀਗਾ, ਤੇ ਜਿਹੜੇ ਵੀ ਸਟੂਡੈਂਟ ਫੋਰੈਸਟ ਗਾਰਡ ਵੀਡੀਓ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਇਸ ਤੋਂ ਇਲਾਵਾ ਟੈਕਸ ਇੰਸਪੈਕਟਰ ਤੇ ਹੋਰ ਜਿਹੜੀਆਂ ਪੋਸਟਾਂ ਨੇ ਜਿਵੇਂ PSSSB ਕਲਰਕ, ਤੁਸੀਂ ਦੇਖ ਸਕਦੇ ਹੋ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ। ਤੁਹਾਡਾ ਸਿਲੇਬਸ ਆਲਮੋਸਟ ਸਭ ਦਾ ਸੇਮ ਆ, ਪਰ PSSSB ਬੋਰਡ ਨੇ ਇਹ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਤੁਹਾਡੇ ਪੇਪਰ ਦੇ ਪੈਟਰਨ ਦੇ ਵਿੱਚ ਇਹ ਟੌਪਿਕ ਮੇਨ ਲਏ ਜਾ ਸਕਦੇ ਆ, ਪਰ ਜ਼ਰੂਰੀ ਨਹੀਂ ਕਿ ਸਾਰਾ ਪੇਪਰ ਇਹਨਾਂ ਦੇ ਵਿੱਚੋਂ ਹੀ ਆਵੇ। ਜਦੋਂ ਸਾਨੂੰ ਉਹਨਾਂ ਨੇ ਲਿਖਤਾ ਕਿ ਪੰਜਾਬੀ ਗ੍ਰਾਮਰ, ਮਤਲਬ ਪੰਜਾਬੀ ਗ੍ਰਾਮਰ ਦੇ ਵਿੱਚੋਂ ਕਿਤੋਂ ਵੀ ਕੁਝ ਵੀ ਆ ਸਕਦਾ ਵਾ, ਠੀਕ ਹੈ। ਤੇ PSSSB ਬੋਰਡ ਨੇ ਇਹ ਲਿਖਿਆ ਹੋਇਆ ਵਾ ਸਾਫ਼-ਸਾਫ਼ ਤੁਹਾਡੇ ਸਿਲੇਬਸ ਦੇ ਵਿੱਚ, ਤੁਸੀਂ ਚੈੱਕ ਕਰ ਸਕਦੇ ਹੋ, ਠੀਕ ਹੈ ਜੀ। ਇਸ ਕਰਕੇ ਮੈਂ ਕਿਹਾ, ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਵੀ ਆ ਰਹੇ ਸੀ ਕਿ ਸੰਬੰਧਕ ਸਾਨੂੰ ਨਹੀਂਗਾ, ਨਾਮ, ਪੜਨਾਮ, ਕਿਰਿਆ ਤੇ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਹੀ ਪੁੱਛੀਆਂ ਗਈਆਂ ਨੇ,
ਸਿਲੇਬਸ ਦੇ ਵਿੱਚ, ਬਟ ਇਹ ਟੌਪਿਕ ਨਹੀਂ, ਇਹ ਆਉਂਦੇ ਪੰਜਾਬੀ ਵਿਆਕਰਨ ਦੇ ਅੰਡਰ ਆ। ਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਪੰਜਾਬੀ ਵਿਆਕਰਨ ਪੰਜਾਬੀ ਦੇ ਵਿੱਚੋਂ ਅਸੀਂ ਪੰਜਾਬੀ ਸਾਨੂੰ 15 ਨੰਬਰ ਦੀ ਆਉਣੀ ਆ ਫੋਰੈਸਟ ਗਾਰਡ ਦੇ ਵਿੱਚ। ਅਸੀਂ 15 ਚੋਂ 14 ਨੰਬਰ ਲੈਣ ਵਾਲੀ ਕੋਈ ਗੱਲ ਨਹੀਂ ਕਰਨੀ, ਅਸੀਂ 15 ਦੇ 15 ਨੰਬਰ ਹੀ ਲੈਣੇ ਆ। ਤੇ ਉਹ 15 ਨੰਬਰ ਲੈਣ ਦੇ ਲਈ ਸਾਨੂੰ ਸਾਰੇ ਟੌਪਿਕ ਕਵਰ ਕਰਨੇ ਪੈਣੇ ਆ ਜਿਸ ਤਰ੍ਹਾਂ ਦੇ ਐਗਜ਼ਾਮ ਦੇ ਵਿੱਚ ਆਉਂਦੇ ਨੇ। ਤੇ ਜੋ ਵੀ ਨੋਟਸ ਤਿਆਰ ਕੀਤੇ ਜਾਂਦੇ ਆ ਉਹ ਐਗਜ਼ਾਮ ਦੇ ਪੁਆਇੰਟ ਆਫ ਵਿਊ ਨੂੰ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਹੀ ਲਏ ਜਾਂਦੇ ਆ ਕਿ ਕਿਸ ਤਰ੍ਹਾਂ ਦੇ ਐਗਜ਼ਾਮ ਦੇ ਵਿੱਚ ਦਿਖਾਏ ਜਾਂਦੇ ਨੇ, ਐਗਜ਼ਾਮ ਦੇ ਵਿੱਚ ਲਏ ਜਾਂਦੇ ਨੇ। ਜਿਹੜੇ ਸਟੂਡੈਂਟਸ ਆਲਰੇਡੀ ਐਗਜ਼ਾਮ ਵਗੈਰਾ ਦੇ ਚੁੱਕੇ ਨੇ ਉਹਨਾਂ ਨੂੰ ਤਾਂ ਪਤਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਨੇ। ਠੀਕ ਹੈ ਜੀ। ਤੇ ਹਾਂਜੀ, ਬਾਕੀ ਗੱਲਾਂ ਬਾਅਦ ਚ। ਤਾਂ ਅੱਜ ਫਿਰ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਆਪਣੀ ਵੀਡੀਓ ਸਟਾਰਟ ਕਰਦੇ ਹਾਂ। ਬਸ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਇਹ ਵੀਡੀਓ ਹੋ ਸਕਦਾ ਤੁਹਾਨੂੰ ਬੋਰਿੰਗ ਲੱਗਦੀ ਹੋਵੇ, ਪਰ ਇਸ ਦੇ ਵਿੱਚੋਂ ਜੋ ਕੁਐਸਚਨ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਤੇ ਕੁੱਲ ਪਾਰਟ 10, ਮਤਲਬ ਅੱਜ ਤਾਂ ਅਸੀਂ ਪਾਰਟ 9 ਕਰਨ ਜਾ ਰਹੇ ਹਾਂ। ਨਾਮ, ਪੜਨਾਮ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਵਾਲੇ ਕੁੱਲ ਅਸੀਂ 10 ਪਾਰਟ ਹੋ ਜਾਣਗੇ ਸਾਡੇ, ਜਿਸ ਦੇ ਵਿੱਚੋਂ ਅਸੀਂ 9 ਟੌਪਿਕ ਕੰਪਲੀਟ ਕਰ ਲਏ ਆ। ਠੀਕ ਹੈ ਜੀ। ਤਾਂ ਹਾਂਜੀ, ਅੱਜ ਦਾ ਸਾਡਾ ਕੁਐਸਚਨ ਨੰਬਰ 1 ਆ। ਕੁਐਸਚਨ ਨੰਬਰ ਦੇਖੋ, ਮੈਂ ਤੁਹਾਨੂੰ ਲਾਸਟ 125 ਤੱਕ ਕਰਵਾਏ ਸੀ ਤੇ ਹੁਣ ਮੈਂ 119 ਕਿਉਂ ਓਪਨ ਕੀਤਾ ਹੋਇਆ, ਕਿਉਂਕਿ 125 ਤੱਕ ਅਸੀਂ ਜੋ ਲਾਸਟ ਕਰ ਰਹੇ ਸੀ ਨਾ ਉਹ ਸੰਬੰਧਕ ਦੇ ਨਾਲ ਰਿਲੇਟਡ ਸੀ। ਤਾਂ ਸੰਬੰਧਕ ਦੀ ਡੈਫੀਨੇਸ਼ਨ ਦਿਖਾਉਣ ਦੇ ਲਈ ਮੈਂ ਇੱਥੋਂ ਸਟਾਰਟ ਕੀਤਾ ਹੋਇਆ ਵਾ ਤੇ ਅਸੀਂ ਸੰਬੰਧਕ ਦੀਆਂ ਕਿਸਮਾਂ ਬਾਰੇ ਡਿਸਕਸ ਕਰ ਰਹੇ ਸੀ। ਤਾਂ ਸਭ ਤੋਂ ਪਹਿਲਾਂ ਦੇਖੋ, ਵਾਕ ਵਿਚਲੇ ਉਹ ਸ਼ਬਦ ਜੋ ਨਾਮ ਜਾਂ ਪੜਨਾਮ ਦੇ ਨਾਲ ਲੱਗ ਕੇ ਉਸ ਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਦੱਸਣ, ਉਹਨਾਂ ਨੂੰ ਕਿਹਾ ਜਾਂਦਾ ਹੈ ਸੰਬੰਧਕ। ਠੀਕ ਹੈ। ਹੁਣ ਦੇਖੋ, ਫੋਰ ਐਗਜ਼ਾਮਪਲ, ਇਹ ਮੋਹਨ ਦਾ ਸਕੂਟਰ ਹੈ। ਦੇਖੋ, ਇਹ ਮੋਹਨ ਦਾ ਸਕੂਟਰ ਹੈ, ਇਹ ਨਾਮ ਮੋਹਨ ਕੀ ਹੈ, ਨਾਮ, ਤੇ ਨਾਮ ਦਾ ਨਾਲ ਮਿਲ ਕੇ ਉਸ ਦਾ ਸੰਬੰਧ ਕਿਸੇ ਹੋਰ ਚੀਜ਼ ਨਾਲ ਦੱਸ ਰਿਹਾ ਵਾ, ਸਕੂਟਰ ਨਾਲ ਦੱਸ ਰਿਹਾ ਵਾ, ਤਾਂ ਇਹਨੂੰ ਕੀ ਅਸੀਂ ਇਸ ਤਰ੍ਹਾਂ ਦੇ ਵਾਕ ਨੂੰ ਬੋਲਦੇ ਆ ਸੰਬੰਧਕ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਠੀਕ ਹੈ। ਫਿਰ ਤੁਸੀਂ ਦੇਖ ਸਕਦੇ ਹੋ ਇਹ ਉਸ ਦੀਆਂ ਪੁਸਤਕਾਂ ਹਨ। ਤਾਂ ਇਹ ਵੀ ਦੇਖੋ, ਇਹ ਕੀ ਹੋ ਗਿਆ, ਮਤਲਬ ਇਹ ਉਸ ਦੀਆਂ ਪੁਸਤਕਾਂ ਹਨ। ਇਹਦੇ ਵਿੱਚ ਕੀ ਆ, ਪੜਨਾਮ ਦੇ ਨਾਲ ਲੱਗਿਆ ਹੋਇਆ ਵਾ ਸੰਬੰਧਕ। ਪੜਨਾਮ ਦੇ ਨਾਲ ਜਿਹੜਾ ਸੰਬੰਧਕ ਲੱਗ ਕੇ ਪੁਸਤਕਾਂ ਦਾ ਰਿਲੇਸ਼ਨ ਦੱਸ ਰਿਹਾ ਵਾ ਉਸ ਦੇ ਨਾਲ। ਇਸ ਤਰ੍ਹਾਂ ਦੇ ਵਾਕਾਂ ਨੂੰ ਅਸੀਂ ਸੰਬੰਧਕ ਬੋਲਦੇ ਆ। ਫਿਰ ਅੱਗੇ ਉਹਨੇ ਕਿਹਾ ਵਾ ਵੀ ਇਦਾਂ ਦੇ ਵਿੱਚੋਂ ਸੰਬੰਧਕ ਚੁਣੋ। ਤਾਂ ਇਹਨਾਂ ਦੇ ਵਿੱਚੋਂ ਸੰਬੰਧਕ ਕਿਹੜੇ ਆ, ਦਾ, ਦੀ, ਦੇ, ਨੇ, ਨੂੰ, ਨਾਲ। ਇਹ ਨਾਮ ਜਾਂ ਪੜਨਾਮ ਦੇ ਨਾਲ ਲੱਗ ਕੇ ਵਾਲੇ ਅੱਖਰ ਆ ਜੋ ਇਹ ਕੀ ਆ, ਸੰਬੰਧਕ ਦਰਸਾਉਂਦੇ ਆ, ਤਾਂ ਇਸ ਕਰਕੇ ਇਹਨਾਂ ਨੂੰ ਸੰਬੰਧਕ ਬੋਲਾਂਗੇ ਅਸੀਂ। ਨੈਕਸਟ ਕੁਐਸਚਨ, ਬਣਤਰ ਪੱਖੋਂ ਸੰਬੰਧਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਹਾਂਜੀ, ਬਣਤਰ ਪੱਖੋਂ ਸੰਬੰਧਕ ਸਾਡੇ ਕੋਲੇ ਆ ਜਿਹੜੇ ਉਹ 3 ਪ੍ਰਕਾਰ ਦੇ ਹੁੰਦੇ ਆ। ਮੂਲ ਸੰਬੰਧਕ, ਦੇਖ ਸਕਦੇ ਹੋ ਤੁਸੀਂ ਲਿਖੇ ਲਿਖੇ ਹੋਏ ਆ, ਮੂਲ ਸੰਬੰਧਕ, ਸੰਬੰਧ ਸੂਚਕ ਪਿਛੇਤਰ ਜਾਂ ਫਿਰ ਸੰਧੀ ਸੰਬੰਧਕ, ਸੰਯੁਕਤ ਸੰਬੰਧਕ। ਉਹ ਸੰਬੰਧਕ ਜਿਹੜੇ ਇੱਕ ਸ਼ਬਦਕ ਵਜੋਂ ਸੁਤੰਤਰ ਤੇ ਵਿਚਰ ਸਕਦੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ? ਹਾਂਜੀ, ਉਹ ਸੰਬੰਧਕ ਜਿਹੜੇ ਇੱਕ ਸ਼ਬਦਕ ਵਜੋਂ ਸੁਤੰਤਰ ਤੇ ਵਿਚਰ ਸਕਦੇ ਆ ਉਹਨਾਂ ਨੂੰ ਮੂਲ ਸੰਬੰਧਕ ਕਿਹਾ ਜਾਂਦਾ ਵਾ। ਜਾਨੀ ਕਿ ਇੱਕ ਦੂਜੇ ਦੇ ਵਿੱਚ ਵਿਚਰ ਸਕਦੇ ਆ। ਜਿਵੇਂ ਫੋਰ ਐਗਜ਼ਾਮਪਲ, ਪਿਤਾ ਨੇ ਪੁੱਤਰ ਨੂੰ ਕਿਹਾ। ਇਸ ਦਾ ਸੈਂਟੈਂਸ ਹੋਰ ਵੀ ਬਣ ਸਕਦਾ ਸੀ ਕਿ ਪੁੱਤਰ ਨੇ ਪਿਤਾ ਨੂੰ ਕਿਹਾ। ਠੀਕ ਹੈ, ਪਿਤਾ ਨੇ ਪੁੱਤਰ ਨੂੰ ਕਿਹਾ ਤੇ ਪੁੱਤਰ ਨੇ ਪਿਤਾ ਨੂੰ ਕਿਹਾ। ਇਹ ਇੱਕ ਦੂਜੇ ਦੇ ਵਿੱਚ ਵਿਚਰ ਸਕਦੇ ਆ ਤੇ ਇਹਨਾਂ ਨੂੰ ਅਸੀਂ ਬੋਲਾਂਗੇ ਮੂਲ ਸੰਬੰਧਕ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਵਾਕ ਵਿੱਚ ਕਈ ਸ਼ਬਦਾਂ ਦੇ ਪਿਛੇਤਰ ਸੰਬੰਧਕ ਦਾ ਕੰਮ ਕਰਦੇ ਹਨ, ਉਹ ਕਿਹੜੇ ਸੰਬੰਧਕ ਹੁੰਦੇ ਹਨ? ਹਾਂਜੀ, ਵਾਕ ਵਿੱਚ ਕਈ ਸ਼ਬਦਾਂ ਦੇ ਪਿਛੇਤਰ ਸੰਬੰਧਕ ਦਾ ਕੰਮ ਕਰਦੇ ਆ, ਉਹ ਸੰਬੰਧ ਸੂਚਕ ਪਿਛੇਤਰ ਜਾਂ ਫਿਰ ਸੰਧੀ ਸੰਬੰਧਕ ਹੁੰਦੇ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਉਹ ਸਕੂਲੋਂ ਆਇਆ। ਹੁਣ ਇਹਦੇ ਵਿੱਚ ਅਸੀਂ ਕੀ ਕਿਹਾ ਵਾ ਕਿ ਇਹ ਕੀ ਆ, ਸੰਬੰਧ ਸੂਚਕ ਪਿਛੇਤਰ ਆ। ਮਤਲਬ ਕੀ ਆ, ਉਹ ਸਕੂਲੋਂ ਆਇਆ ਦਾ ਮੀਨਿੰਗ ਤਾਂ ਇਹ ਬਣਦਾ ਨਾ ਕਿ ਉਹ ਸਕੂਲ ਤੋਂ ਆਇਆ। ਤਾਂ ਵਾਕ ਦੇ ਵਿੱਚ ਜਿਹੜਾ ਸਕੂਲ ਤੋਂ ਆਇਆ ਇਹ ਪਿਛੇਤਰ ਦਾ ਹੀ ਕੰਮ ਕਰ ਰਿਹਾ ਵਾ। ਠੀਕ ਹੈ। ਫਿਰ ਉਹ ਦੁਪਹਿਰੇ ਨਹੀਂ ਆਵੇਗਾ, ਸੌਰੀ ਇੱਥੋਂ ਹੁਣ ਅਸੀਂ ਘਰੋਂ ਨਹੀਂ ਆਵੇਗਾ। ਤਾਂ ਘਰ ਤੋਂ, ਘਰੋਂ ਦਾ ਮਤਲਬ ਕੀ ਹੋ ਗਿਆ, ਘਰ ਤੋਂ। ਤਾਂ ਤੋਂ ਆ ਜਿਹੜਾ ਉਹਨੇ ਪਿਛੇਤਰ ਦਾ ਕੰਮ ਕੀਤਾ ਵਾ ਇਹਦੇ ਵਿੱਚ, ਤਾਂ ਇਹਨੂੰ ਅਸੀਂ ਬੋਲਾਂਗੇ ਸੰਬੰਧ ਸੂਚਕ ਪਿਛੇਤਰ। ਨੈਕਸਟ, ਇੱਕ ਜਾਂ ਵੱਧ ਸੰਬੰਧਕ ਸ਼ਬਦ ਸੁਤੰਤਰ ਵਿੱਚ ਵਿਚਰ ਕੇ ਪ੍ਰਗਟ ਕਰਨ। ਹਾਂਜੀ, ਜਦੋਂ ਇੱਕ ਜਾਂ ਇੱਕ ਤੋਂ ਵੱਧ ਸੰਬੰਧਕ ਆ ਜਾਣ ਕਿਸੇ ਸ਼ਬਦ ਦੇ ਵਿੱਚ ਤੇ ਉਹ ਸੰਬੰਧ ਪ੍ਰਗਟ ਕਰਨ ਤਾਂ ਉਹਨਾਂ ਨੂੰ ਅਸੀਂ ਬੋਲਦੇ ਹਾਂ ਸੰਯੁਕਤ ਸੰਬੰਧਕ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਕਮਰੇ ਦੇ ਵਿੱਚ ਕੁਰਸੀ ਹੈ।
ਕਮਰੇ ਦੇ ਵਿੱਚ ਕੁਰਸੀ ਹੈ। ਹੁਣ ਦੇਖੋ ਇਹਦੇ ਵਿੱਚ ਦੇ ਤੇ ਵਿੱਚ ਦੋਨੇ ਹੀ ਕੀ ਆ, ਸੰਬੰਧਕ ਆ। ਇੱਕ ਜਾਂ ਇੱਕ ਤੋਂ ਵੱਧ ਸੰਬੰਧਕ ਵਰਤੇ ਗਏ ਆ ਤਾਂ ਇਹਨਾਂ ਨੂੰ ਅਸੀਂ ਸੰਯੁਕਤ ਸੰਬੰਧਕ ਬੋਲਦੇ ਆ। ਠੀਕ ਹੈ, ਇਸ ਦੇ ਵਿੱਚ ਦੋ ਸੰਬੰਧਕ ਯੂਜ਼ ਹੋਏ ਆ। ਤੇ ਅੱਗੇ ਦੇ ਰਜਿੰਦਰ ਦੇ ਕੋਲ ਕਿਤਾਬ ਹੈ। ਹੁਣ ਕੀ ਇਹਦੇ ਵਿੱਚ ਵੀ ਦੋ ਸੰਬੰਧਕ ਆ, ਦੇ ਕੋਲ, ਇਹ ਦੋਨੋਂ ਕੀ ਆ, ਸੰਬੰਧਕ ਆ। ਠੀਕ ਹੈ, ਜੇ ਅਸੀਂ ਕੋਲ ਨਾ ਪਾਈਏ ਤਾਂ ਰਜਿੰਦਰ ਦੇ ਕਿਤਾਬ ਨਹੀਂ ਹੈ, ਰਜਿੰਦਰ ਦੇ ਕੋਲ ਕਿਤਾਬ ਨਹੀਂ ਹੈ। ਸੌਰੀ, ਮੈਂ ਪਹਿਲਾਂ ਬੋਲਤਾ ਹੈ, ਚਲੋ ਨਹੀਂ ਹੈ ਜਾਂ ਹੈ, ਇਹਦਾ ਤਾਂ ਇੱਕੋ ਹੀ ਗੱਲ ਆ। ਬਸ ਇੱਥੋਂ ਸਮਝੋ ਤੁਸੀਂ, ਦੇ ਕੋਲ, ਰਜਿੰਦਰ ਦੇ ਕੋਲ ਕਿਤਾਬ ਨਹੀਂ ਹੈ। ਦੇਖੋ ਜਿਵੇਂ ਵਿੱਚੋਂ ਕੋਲ ਕੱਟ ਦਵਾਂ, ਕੱਲਾ ਦੇ ਪਾਵਾਂ, ਤਾਂ ਫਿਰ ਤਾਂ ਇਹ ਕਿਹੜੀ ਸਿੰਪਲ ਰਹਿ ਜਾਊਗੀ, ਕੋਈ ਕਿਹੜੀ ਟਾਈਪ ਰਹਿ ਜਾਊਗੀ, ਵੈਸੇ ਤਾਂ ਸੈਂਟੈਂਸ ਹੀ ਨਹੀਂ ਬਣਨਾ ਕੰਪਲੀਟਲੀ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ, ਰੂਪ ਦੇ ਆਧਾਰ ਤੇ ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਆ? ਹਾਂਜੀ, ਰੂਪ ਦੇ ਆਧਾਰ ਤੇ ਸੰਬੰਧਕ ਆ ਜਿਹੜੇ ਦੋ ਪ੍ਰਕਾਰ ਦੇ ਹੁੰਦੇ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਕਿਹੜੇ ਕਿਹੜੇ ਹੁੰਦੇ ਆ? ਵਿਕਾਰੀ ਅਤੇ ਅਵਿਕਾਰੀ। ਠੀਕ ਹੈ, ਤੇ ਫਿਰ ਅਸੀਂ ਦੇ ਦਿਆਂਗੇ ਇਹਨਾਂ ਨੂੰ ਬਾਈ ਡੈਫੀਨੇਸ਼ਨ। ਜਿਹੜੇ ਸੰਬੰਧਕੀ ਸ਼ਬਦ ਆਪਣਾ ਰੂਪ ਬਦਲ ਲੈਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਵਿਕਾਰੀ ਕਿਹਾ ਜਾਂਦਾ ਹੈ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਜਿਹੜਾ ਦਾ ਰੂਪ ਬਦਲਦੇ ਆ ਉਹਨਾਂ ਨੂੰ ਕੀ ਕਹਿੰਦਾ ਹੈ? ਵਿਕਾਰੀ ਕਿਹਾ ਜਾਂਦਾ ਵਾ। ਠੀਕ ਹੈ, ਅਤੇ ਜਿਵੇਂ ਫੋਰ ਐਗਜ਼ਾਮਪਲ ਦੇਖ ਲੈਂਦੇ ਹਾਂ ਅਸੀਂ, ਉਸ ਦਾ, ਉਸ ਦੇ, ਉਸ ਦੀਆਂ ਆਦਿ। ਠੀਕ ਹੈ, ਕਹਿੰਦਾ ਵੀ ਜਦੋਂ ਇਹ ਆਪਦਾ ਰੂਪ ਬਦਲ ਲੈਂਦੇ ਆ ਉਦੋਂ ਇਹਨਾਂ ਨੂੰ ਕੀ ਕਿਹਾ ਜਾਂਦਾ ਵਾ? ਵਿਕਾਰੀ ਕਿਹਾ ਜਾਂਦਾ। ਜਿਵੇਂ ਉਸ ਦਾ ਭਰਾ ਫੌਜੀ ਹੈ। ਠੀਕ ਹੈ, ਉਸ ਦਾ ਭਰਾ ਫੌਜੀ ਹੈ। ਤੇ ਫਿਰ ਤੁਹਾਨੂੰ ਦੇਖੋ ਇੱਥੇ ਤਾਂ ਅਸੀਂ ਕਹਤਾ ਕਿ ਉਸ ਦਾ ਭਰਾ ਫੌਜੀ ਹੈ, ਅਸੀਂ ਇਹ ਵੀ ਤਾਂ ਕਹਿ ਸਕਦੇ ਹਾਂ ਉਸ ਦੇ ਭਰਾ ਫੌਜੀ ਹੈ, ਕੀ ਪਤਾ ਉਸ ਦੇ ਦੋ ਭਰਾ ਹੋਣ, ਦੋਨੇ ਫੌਜੀ ਹੋਣ। ਠੀਕ ਹੈ, ਇਹ ਵੀ ਕਹਿ ਸਕਦੇ ਹਾਂ ਉਸ ਦੀਆਂ ਭੈਣਾਂ ਫੌਜਣਾ ਹਨ, ਉਸ ਦੀਆਂ ਭੈਣਾਂ ਫੌਜਣਾ ਹਨ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਜਿਹੜੇ ਆਪਣਾ ਰੂਪ ਬਦਲ ਲੈਂਦੇ ਆ। ਨੈਕਸਟ, ਦਾ, ਕੋਲ, ਨਾਲ, ਵਿੱਚ, ਨੇੜੇ, ਪਾਸ ਆਦਿ ਕਿਹੜੇ ਸੰਬੰਧਕ ਆ? ਹਾਂਜੀ, ਇਹ ਸਾਰੇ ਵਿਕਾਰੀ ਸੰਬੰਧਕ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਉਹ ਸੰਬੰਧਕੀ ਸ਼ਬਦ ਜਿਹੜੇ ਆਪਣਾ ਰੂਪ ਨਹੀਂ ਬਦਲਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਜਿਹੜੇ ਆਪਦਾ ਰੂਪ ਨਹੀਂ ਬਦਲਦੇ ਉਹਨਾਂ ਨੂੰ ਅਵਿਕਾਰੀ ਕਿਹਾ ਜਾਂਦਾ ਹੈ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਵਿਕਾਰੀ ਕਿਹਾ ਜਾਂਦਾ ਹੈ। ਤੇ ਅਵਿਕਾਰੀ ਕਿਹੜੇ ਕਿਹੜੇ ਹੁੰਦੇ ਨੇ? ਨੇ, ਨੂੰ, ਤੋਂ, ਰਾਹੀਂ, ਲਈ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਦੇ ਵਿੱਚ ਉਹਨੇ ਪੁੱਛਿਆ ਨੇ, ਨੂੰ, ਤੋਂ, ਰਾਹੀਂ, ਲਈ ਕਿਹੜੇ ਸੰਬੰਧਕ ਹਨ? ਮੈਂ ਆਲਰੇਡੀ ਦੱਸ ਚੁੱਕੀ ਹਾਂ, ਅਵਿਕਾਰੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ, ਬਣਤਰ ਅਤੇ ਰੂਪ ਤੋਂ ਬਿਨਾਂ ਸੰਬੰਧਕ ਦੀਆਂ ਹੋਰ ਕਿੰਨੀਆਂ ਕਿਸਮਾਂ ਹਨ? ਦੇਖੋ ਅਸੀਂ ਕਿਹਾ ਸੀ ਕਿ ਬਣਤਰ ਦੇ ਪੱਖੋਂ ਸੰਬੰਧਕ ਤਿੰਨ ਹੁੰਦੇ ਆ, ਮੂਲ ਸੰਬੰਧਕ, ਸੰਧੀ ਸੰਬੰਧਕ ਤੇ ਸੰਯੁਕਤ ਸੰਬੰਧਕ। ਠੀਕ ਹੈ, ਰੂਪ ਦੇ ਪੱਖੋਂ ਅਸੀਂ ਬੋਲਿਆ ਕਿ ਦੋ ਹੁੰਦੇ ਆ, ਵਿਕਾਰੀ ਅਤੇ ਅਵਿਕਾਰੀ। ਹੁਣ ਉਹਨੇ ਪੁੱਛਿਆ ਕਿ ਇਸ ਤੋਂ ਬਿਨਾਂ ਵੀ ਕੋਈ ਹੋਰ ਕਿਸਮਾਂ ਹਨ? ਹਾਂਜੀ ਬਿਲਕੁਲ ਹਨ, ਤਿੰਨ ਕਿਸਮਾਂ ਨੇ ਇਸ ਦੀਆਂ। ਕਿਹੜੀਆਂ ਕਿਹੜੀਆਂ ਨੇ? ਪੂਰਨ ਸੰਬੰਧਕ, ਅਪੂਰਨ ਸੰਬੰਧਕ, ਮਿਸ਼ਰਤ ਸੰਬੰਧਕ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਮਿਸ਼ਰਤ ਨੂੰ ਅਸੀਂ ਹੋਰ ਵੀ ਬੋਲਦੇ ਹਾਂ ਦੁਬਾਜ਼ਰੇ ਸੰਬੰਧਕ। ਠੀਕ ਹੈ, ਹੁਣ ਅੱਗੇ ਅਸੀਂ ਬਾਈ ਡੈਫੀਨੇਸ਼ਨ MCQ ਦੇ ਵਿੱਚ ਡਿਸਕਸ ਕਰ ਲੈਂਦੇ ਆ। ਉਹ ਸ਼ਬਦ ਜਿਹੜੇ ਵਾਕ ਵਿੱਚ ਇਕੱਲਿਆਂ ਹੀ ਹੋਰਨਾਂ ਸ਼ਬਦਾਂ ਨਾਲ ਸੰਬੰਧ ਦੱਸਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਉਹ ਸ਼ਬਦ ਜਿਹੜੇ ਵਾਕ ਦੇ ਵਿੱਚ ਇਕੱਲਿਆਂ ਹੀ ਹੋਰਨਾਂ ਸ਼ਬਦਾਂ ਨਾਲ ਸੰਬੰਧ ਦੱਸਦੇ ਆ ਉਹਨਾਂ ਨੂੰ ਕਿਹਾ ਜਾਂਦਾ ਹੈ ਅਪੂਰਨ ਸੰਬੰਧਕ। ਸੌਰੀ, ਉਹਨਾਂ ਨੂੰ ਪੂਰਨ ਕਿਹਾ ਜਾਂਦਾ ਵਾ। ਜਿਹੜੇ ਇਕੱਲਿਆਂ ਹੀ ਹੋਰਨਾਂ ਸ਼ਬਦਾਂ ਦੇ ਨਾਲ ਸੰਬੰਧ ਦੱਸਣ ਉਹਨਾਂ ਨੂੰ ਪੂਰਨ ਸੰਬੰਧਕ ਕਹਿੰਦੇ ਆ। ਠੀਕ ਹੈ, ਫੋਰ ਐਗਜ਼ਾਮਪਲ ਗੁਰਚਰਨ ਨੇ ਭਾਸ਼ਣ ਦਿੱਤਾ। ਇਹ ਕੀ ਆ ਕਿ ਇਕੱਲਿਆਂ ਹੀ ਹੋਰਨਾਂ ਸ਼ਬਦਾਂ ਨਾਲ ਸੰਬੰਧ ਦੱਸਦੇ ਆ, ਮਤਲਬ ਗੁਰਚਰਨ ਨੇ ਭਾਸ਼ਣ ਦਿੱਤਾ, ਗੁਰਚਰਨ ਦਾ ਭਾਸ਼ਣ ਦੇ ਨਾਲ ਸੰਬੰਧ ਦੱਸ ਰਿਹਾ, ਇਕੱਲਾ ਹੀ ਦੱਸ ਰਿਹਾ, ਤਾਂ ਇਹਨੂੰ ਅਸੀਂ ਬੋਲਾਂਗੇ ਪੂਰਨ ਸੰਬੰਧਕ। ਨੈਕਸਟ, ਜਿਹੜੇ ਸ਼ਬਦ ਇਕੱਲਿਆਂ ਸੰਬੰਧਕ ਦਾ ਕੰਮ ਨਾ ਦੇ ਸਕਣ ਤੇ ਵਾਕ ਦੇ ਭਾਵ ਪ੍ਰਗਟ ਕਰਨ ਲਈ ਕਿਸੇ ਹੋਰ ਸੰਬੰਧਕ ਦੀ ਲੋੜ ਪਵੇ। ਹਾਂਜੀ ਦੇਖੋ ਧਿਆਨ ਨਾਲ ਸਮਝੋ, ਜਿਹੜੇ ਸ਼ਬਦ ਇਕੱਲਿਆਂ ਸੰਬੰਧਕ ਦਾ ਕੰਮ ਨਾ ਦੇ ਸਕਣ ਤੇ ਵਾਕ ਦੇ ਭਾਵ ਪ੍ਰਗਟ ਕਰਨ ਲਈ ਹੋਰ ਸੰਬੰਧਕਾਂ ਦੀ ਸਹਾਇਤਾ ਦੀ ਲੋੜ ਪਵੇ ਉਹਨਾਂ ਨੂੰ ਅਸੀਂ ਕਹਿੰਦੇ ਆ ਅਪੂਰਨ ਸੰਬੰਧਕ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ ਸਾਡਾ ਘਰ ਸਕੂਲ ਦੇ ਕੋਲ ਹੈ। ਦੇਖੋ ਇਹਦੇ ਵਿੱਚ ਵੀ ਦੋ ਹੋ ਗਏ ਨਾ ਸੰਬੰਧਕ। ਸਾਡਾ ਘਰ ਕੀ ਆ? ਸਕੂਲ ਦੇ ਕੋਲ ਆ। ਪੁਲਿਸ ਦੇ ਸਾਹਮਣੇ ਚੋਰ ਡਰ ਗਿਆ, ਇਸ ਦੇ ਵਿੱਚ ਵੀ ਦੋ ਆ ਗਏ। ਪੁਲਿਸ ਦੇ ਸਾਹਮਣੇ ਚੋਰ ਡਰ ਗਿਆ। ਦੇ ਸਾਹਮਣੇ ਕੀ ਆ? ਦੇ ਸਾਹਮਣੇ ਇਸ ਦੇ ਵਿੱਚ ਅਪੂਰਕ ਸੰਬੰਧਕ ਆ।
ਨੈਕਸਟ ਕੁਐਸਚਨ, ਜਿਹੜੇ ਸ਼ਬਦ ਕਦੇ ਪੂਰਨ ਤੇ ਕਦੇ ਅਪੂਰਨ ਹੋਣ ਉਹਨਾਂ ਨੂੰ ਕੀ ਕਹਿੰਦੇ ਆ? ਹਾਂਜੀ, ਜਿਹੜੇ ਪੂਰਨ ਕਦੇ ਤਾਂ ਪੂਰਨ ਹੋਣ ਤੇ ਕਦੇ ਅਪੂਰਨ ਹੋਣ ਉਹਨਾਂ ਨੂੰ ਅਸੀਂ ਕਹਿੰਦੇ ਆ ਮਿਸ਼ਰਤ, ਦੋਨਾਂ ਨੂੰ ਹੀ ਮਿਲ ਜਾਂਦੇ ਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਇਸ ਨੂੰ ਦੁਬਾਜ਼ਰੇ ਵੀ ਬੋਲਦੇ ਆ, ਠੀਕ ਹੈ। ਫੋਰ ਐਗਜ਼ਾਮਪਲ, ਹਰਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੇ ਵਿਚਕਾਰ ਹੈ। ਹਰਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੇ ਵਿਚਕਾਰ ਹੈ, ਇਹ ਤੁਸੀਂ ਯਾਦ ਰੱਖਣਾ। ਇੱਥੇ ਸੰਬੰਧਕ ਕਿਹੜਾ ਯੂਜ਼ ਹੋਇਆ ਵਾ? ਦੇ ਵਿਚਕਾਰ, ਠੀਕ ਹੈ ਜੀ। ਨੈਕਸਟ ਕੁਐਸਚਨ, ਜਿਹੜਾ ਸ਼ਬਦ ਦੋ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜੇ ਉਸ ਨੂੰ ਕੀ ਕਹਿੰਦੇ ਆ? ਹਾਂਜੀ, ਨੈਕਸਟ ਟੌਪਿਕ ਤੁਹਾਡਾ ਸ਼ੁਰੂ ਹੋ ਚੁੱਕਿਆ ਹੈ। ਜਿਹੜਾ ਸ਼ਬਦ ਦੋ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜੇ, ਬਸ ਇਹ ਯਾਦ ਰੱਖੋ, ਜਿਹੜਾ ਸ਼ਬਦ ਦੋ ਵਾਕਾਂ ਨੂੰ ਜੋੜੇ ਜਾਂ ਦੋ ਸ਼ਬਦਾਂ ਨੂੰ ਜੋੜੇ ਉਹਨੂੰ ਅਸੀਂ ਯੋਜਕ ਬੋਲਦੇ ਹਾਂ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਕਦੇ ਵੀ ਸੰਬੰਧਕ ਨਾ ਲਾ ਕੇ ਆਉਣਾ, ਬਹੁਤ ਸਾਰੇ ਸਟੂਡੈਂਟ ਸੰਬੰਧਕ ਲਾਉਂਦੇ ਆ। ਫੋਰ ਐਗਜ਼ਾਮਪਲ, ਜਿਹੜਾ ਸ਼ਬਦ ਦੋ, ਦੇਖੋ ਅਸੀਂ ਬੋਲਿਆ ਕਿ ਦੋ ਸ਼ਬਦਾਂ ਨੂੰ ਜੋੜੇ ਜਾਂ ਦੋ ਵਾਕਾਂ ਨੂੰ ਜੋੜੇ। ਫੋਰ ਐਗਜ਼ਾਮਪਲ, ਮੋਹਨ ਅਤੇ ਸੋਹਨ ਗੈਰ ਹਾਜ਼ਰ ਹਨ। ਦੇਖੋ ਇਸ ਦੇ ਵਿੱਚ ਕੀ ਆ ਕਿ ਇਹ ਦੋ ਸ਼ਬਦਾਂ ਨੂੰ ਜੋੜ ਰਿਹਾ, ਦੋ ਨਾਮਾਂ ਨੂੰ ਜੋੜ ਰਿਹਾ, ਤਾਂ ਇਹਦੇ ਵਿੱਚੋਂ ਕੀ ਆ? ਮੋਹਨ ਅਤੇ ਸੋਹਨ ਗੈਰ ਹਾਜ਼ਰ ਆ, ਅਤੇ ਕੀ ਆ? ਯੋਜਕ ਦਾ ਕੰਮ ਕਰ ਰਿਹਾ ਵਾ। ਨੈਕਸਟ, ਯੋਜਕ ਚੁਣੋ। ਹਾਂਜੀ, ਇਹਨਾਂ ਦੇ ਵਿੱਚੋਂ ਕਿਹੜੇ ਸ਼ਬਦ ਆ ਜਿਹੜੇ ਦੋ ਨੂੰ ਜੋੜ ਸਕਦੇ ਆ? ਤੇ, ਅਤੇ, ਪਰ, ਕਿਉਂਕਿ, ਜਿਹੜਾ, ਇਸ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਜੇ ਅਸੀਂ ਗੱਲ ਕਰੀਏ ਅਤੇ ਦੀ, ਰਾਮ ਅਤੇ ਸ਼ਾਮ ਇਕੱਠੇ ਸਕੂਲ ਜਾਂਦੇ ਹਨ। ਜੇ ਅਸੀਂ ਗੱਲ ਕਰੀਏ ਪਰ ਦੀ, ਸ਼ਾਮ ਸ਼ੁਭਾ ਖੇਡਦਾ ਏ ਪਰ ਸ਼ਾਮ ਨੂੰ ਪੜ੍ਹਦਾ ਏ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ। ਜਾਏ ਕਹੋ, ਸ਼ਾਮ ਸੁਬਹ ਪੜ੍ਹਦਾ ਏ ਪਰ ਸ਼ਾਮ ਨੂੰ ਖੇਡਦਾ ਏ, ਠੀਕ ਹੈ। ਜੇ ਅਸੀਂ ਗੱਲ ਕਰੀਏ ਕਿਉਂਕਿ ਦੀ, ਸ਼ਾਮ ਸਵੇਰੇ ਪੜ੍ਹਦਾ ਏ ਕਿਉਂਕਿ ਸ਼ਾਮ ਪੜ੍ਹਦਾ ਏ ਕਿਉਂਕਿ ਉਹ ਪੁਲਿਸ ਵਾਲਾ ਬਣਨਾ ਚਾਹੁੰਦਾ ਏ, ਠੀਕ ਹੈ। ਜੇਕਰ ਅਸੀਂ ਗੱਲ ਕਰੀਏ ਜਿਹੜਾ ਦੀ, ਉਹ ਉਹੀ ਆਦਮੀ ਆ ਜਿਹੜਾ ਆਪਾਂ ਕੱਲ ਸ਼ਿਕਾਰ ਕਰ ਰਿਹਾ ਦੇਖਿਆ ਸੀ, ਠੀਕ ਹੈ। ਇਸ ਤਰ੍ਹਾਂ ਦੇ ਸ਼ਬਦ ਤੁਸੀਂ ਦੇਖ ਸਕਦੇ ਹੋ ਕਿ ਸੰਬੰਧਕ ਦਾ ਕੰਮ ਯੋਜਕ ਦਾ ਕੰਮ ਕਰਦੇ ਆ, ਦੋ ਵਾਕਾਂ ਨੂੰ ਜੋੜਦੇ ਆ। ਜਿਵੇਂ ਉਹ ਉਹੀ ਆਦਮੀ ਆ ਜਿਹੜਾ ਆਪਾਂ ਕੱਲ ਦੇਖਿਆ ਸੀ, ਤਾਂ ਆਪਾਂ ਇਦਾਂ ਆਮ ਵੀ ਤਾਂ ਬੋਲਦੇ ਆ ਨਾ, ਉਹ ਉਹੀ ਆਦਮੀ ਆ ਜਿਹੜਾ ਆਪਾਂ ਕੱਲ ਉੱਥੇ ਦੇਖਿਆ ਸੀ, ਤਾਂ ਇਹਨੂੰ ਕੀ ਬੋਲਾਂਗੇ ਆਪਾਂ? ਜਿਹੜਾ ਕੀ ਹੋ ਗਿਆ? ਯੋਜਕ ਦਾ ਕੰਮ ਕਰ ਰਿਹਾ। ਦੋ ਸ਼ਬਦ ਬਣਾਤੇ ਇਹਨੇ, ਉਹੀ ਆਦਮੀ ਆ ਜਿਹੜਾ ਕੱਲ ਦੇਖਿਆ ਸੀ, ਠੀਕ ਹੈ। ਯੋਜਕ ਕਿੰਨੀ ਪ੍ਰਕਾਰ ਦੇ ਹੁੰਦੇ ਆ? ਹਾਂਜੀ, ਯੋਜਕ ਦੋ ਪ੍ਰਕਾਰ ਦੇ ਹੁੰਦੇ ਆ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਯੋਜਕ ਦੇ ਵਿੱਚੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਆ। ਯੋਜਕ ਦੋ ਪ੍ਰਕਾਰ ਦੇ ਹੁੰਦੇ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਕਿਹੜੇ ਸਮਾਨ ਯੋਜਕ ਅਤੇ ਅਧੀਨ ਯੋਜਕ। ਅੱਗੇ ਅਸੀਂ ਬਾਈ ਡੈਫੀਨੇਸ਼ਨ MCQ ਦੇ ਵਿੱਚ ਦੇਖ ਲੈਂਦੇ ਆ। ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦ ਵਾਕਾਂ ਨੂੰ ਜੋੜਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦ, ਜਿਹੜੇ ਬਰਾਬਰ ਦੇ ਸ਼ਬਦ ਹੁੰਦੇ ਆ ਨਾ, ਉਹਨੂੰ ਬਰਾਬਰ ਨੂੰ ਤਾਂ ਅਸੀਂ ਸਮਾਨ ਬੋਲਦੇ ਆ, ਇਕੁਇਵੈਲੈਂਟ ਬੋਲਦੇ ਆ। ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਵਾਕਾਂਸ਼ਾਂ ਵਾਕਾਂ ਨੂੰ ਜੋੜਨ ਉਹਨਾਂ ਨੂੰ ਬੋਲਦੇ ਆ ਸਮਾਨ ਯੋਜਕ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਮੋਹਨ ਅਤੇ ਸੋਹਨ ਗੈਰ ਹਾਜ਼ਰ ਹਨ। ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਆ। ਹੁਣ ਦੇਖੋ, ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੋਵੇਂ ਕੀ ਆ? ਸਟੇਟ ਆ, ਰਾਜ ਆ ਦੋਵੇਂ ਹੀ, ਯਾਨੀ ਕਿ ਦੋਵੇਂ ਹੀ ਸਮਾਨ ਆ। ਦੋਨਾਂ ਦੀ ਜਿਹੜੀ ਪੋਜੀਸ਼ਨ ਆ, ਦੋਨਾਂ ਸਮਾਨ ਆ, ਦੋਨੋਂ ਹੀ ਸਟੇਟ ਆ, ਤਾਂ ਇਹ ਚੰਡੀਗੜ੍ਹ ਦੋਨਾਂ ਦੀ ਰਾਜਧਾਨੀ ਆ। ਤਾਂ ਇੱਥੇ ਕੀ ਹੋ ਗਿਆ ਕਿ ਇਹ ਸਮਾਨ ਯੋਜਕ ਦਾ ਕੰਮ ਕਰ ਰਹੇ ਆ, ਠੀਕ ਹੈ ਜੀ। ਦੋਨਾਂ ਸਮਾਨ ਚੀਜ਼ਾਂ ਦੇ ਵਿੱਚ ਦੱਸ ਰਹੇ ਆ। ਜਿਵੇਂ ਹੁਣ ਮੋਹਨ ਤੇ ਸੋਹਨ ਲਾ ਲਓ, ਇਹ ਦੋਨੋਂ ਵਿਦਿਆਰਥੀ ਆ, ਠੀਕ ਹੈ। ਦੋਵੇਂ ਸਮਾਨ ਹੋਏ ਚ ਵਿਦਿਆਰਥੀ ਆ, ਤਾਂ ਇਹ ਸਮਾਨ ਯੋਜਨ ਦਾ ਕੰਮ ਕਰ ਰਹੇ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਇਸ ਦੇ ਵਿੱਚ, ਠੀਕ ਹੈ। ਐਗਜ਼ਾਮਪਲ ਵੀ ਮੈਂ ਤੁਹਾਨੂੰ ਦੱਸਦੀ। ਨੈਕਸਟ ਆ, ਸਮਾਨ ਯੋਜਕ ਦੀ ਅੱਗੇ ਹੋਰ ਕਿੰਨੀਆਂ ਕਿਸਮਾਂ ਹਨ? ਹਾਂਜੀ, ਸਮਾਨ ਯੋਜਕ ਦੀਆਂ ਅੱਗੇ ਹੋਰ ਕਿੰਨੀਆਂ ਕਿਸਮਾਂ ਨੇ? ਸਮਾਨ ਯੋਜਕ ਦੀਆਂ ਅੱਗੇ 4 ਕਿਸਮਾਂ ਨੇ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਕਿਹੜੀਆਂ ਨੇ ਸਮਾਨ ਯੋਜਕ ਦੀਆਂ ਕਿਸਮਾਂ? ਸਮੁੱਚੀ ਸਮਾਨ ਯੋਜਕ, ਵਿਕਲਪੀ ਸਮਾਨ ਯੋਜਕ, ਨਿਖੇਧੀ ਜਾਂ ਸਮਾਨ ਯੋਜਕ ਅਤੇ ਕਾਰਜਬੋਧਕ ਸਮਾਨ ਯੋਜਕ। ਹਾਂਜੀ, ਇਹ ਪਾਰਟ ਨੰਬਰ 10 ਜਾਨੀ ਕਿ ਪੰਜਾਬੀ ਗ੍ਰਾਮਰ ਦੀ ਕਲਾਸ 10ਵੀਂ ਲੱਗਣ ਜਾ ਰਹੀ ਆ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਆਪਣੀਆਂ ਕੁਐਸਚਨ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ।
ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਲਾਸਟ ਟਾਈਮ ਅਸੀਂ ਯੋਜਕ ਬਾਰੇ ਕਰ ਰਹੇ ਸੀਗੇ, ਤਾਂ ਇੱਕ ਵਾਰ ਅਸੀਂ ਯੋਜਕ ਦੀ ਡੈਫੀਨੇਸ਼ਨ ਦੇਖ ਲੈਂਦੇ ਹਾਂ। ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦੀ ਹਾਂ ਯੋਜਕ ਦੀ ਡੈਫੀਨੇਸ਼ਨ ਅਸੀਂ 134 ਨੰਬਰ ਕੁਐਸਚਨ ਦੇ ਵਿੱਚ ਕੀਤੀ ਸੀ ਕਿ ਜਿਹੜਾ ਸ਼ਬਦ ਦੋ ਸ਼ਬਦਾਂ ਨੂੰ ਜਾਂ ਵਾਕਾਂ ਨੂੰ ਜੋੜੇ ਉਸ ਨੂੰ ਅਸੀਂ ਯੋਜਕ ਬੋਲਦੇ ਹਾਂ। ਠੀਕ ਹੈ, ਫੋਰ ਐਗਜ਼ਾਮਪਲ ਮੋਹਨ ਅਤੇ ਸੋਹਨ ਗੈਰ ਹਾਜ਼ਰ ਆ, ਮਤਲਬ ਕੀ ਆ, ਦੋ ਵਿਦਿਆਰਥੀ ਆ ਜਿਨ੍ਹਾਂ ਨੂੰ ਜੋੜ ਕੇ ਦੱਸ ਰਿਹਾ ਕਿ ਦੋਵੇਂ ਗੈਰ ਹਾਜ਼ਰ ਆ, ਇਹਨੂੰ ਅਸੀਂ ਯੋਜਕ ਬੋਲਾਂਗੇ। ਜਿਵੇਂ ਯੋਜਕ ਕਿਹੜੇ ਕਿਹੜੇ ਹੁੰਦੇ ਆ, ਤੇ, ਅਤੇ, ਪਰ, ਕਿਉਂਕਿ, ਜਿਹੜਾ। ਠੀਕ ਹੈ, ਜਿਹੜੇ ਦੋ ਸ਼ਬਦਾਂ ਨੂੰ ਜੋੜ ਦਿੰਦੇ ਆ, ਦੋ ਵਾਕਾਂ ਨੂੰ ਜੋੜ ਦਿੰਦੇ ਆ, ਇਹੀ ਸ਼ਬਦ ਹੁੰਦੇ ਆ, ਤਾਂ ਉਹਨਾਂ ਨੂੰ ਅਸੀਂ ਕੀ ਬੋਲਦੇ ਆ, ਯੋਜਕ। ਅਸੀਂ ਫਿਰ ਗੱਲ ਕੀਤੀ ਸੀ ਅੱਗੇ ਕਿ ਯੋਜਕ ਦੋ ਪ੍ਰਕਾਰ ਦੇ ਹੁੰਦੇ ਆ, ਸਮਾਨ ਯੋਜਕ, ਅਧੀਨ ਯੋਜਕ। ਠੀਕ ਹੈ, ਸਮਾਨ ਯੋਜਕ ਤੇ ਅਧੀਨ ਯੋਜਕ। ਸਮਾਨ ਯੋਜਕ ਕਿਹੜੇ ਹੁੰਦੇ ਆ, ਜਿਹੜੇ ਦੋ ਬਰਾਬਰ ਦੀਆਂ ਚੀਜ਼ਾਂ ਨੂੰ ਜੋੜਦੇ ਆ। ਜਿਵੇਂ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਆ, ਮਤਲਬ ਕੀ ਆ ਕਿ ਪੰਜਾਬ ਅਤੇ ਹਰਿਆਣਾ ਦੋਵੇਂ ਕੀ ਆ, ਰਾਜ ਆ, ਤੇ ਦੋਵੇਂ ਕੀ ਆ, ਦੋਨਾਂ ਦੀ ਪੋਜੀਸ਼ਨ ਸਮਾਨ ਆ, ਦੋਨੇ ਬਰਾਬਰ ਚੀਜ਼ਾਂ ਵਾ, ਤੇ ਇਹਨਾਂ ਦੋਨਾਂ ਨੂੰ ਹੀ ਜੋੜਤਾ, ਉਹਨੇ ਵਾਕ ਬਣਾਤਾ, ਤਾਂ ਇਹਨੂੰ ਅਸੀਂ ਬੋਲਾਂਗੇ ਸਮਾਨ ਯੋਜਕ। ਠੀਕ ਹੈ, ਫਿਰ ਅਸੀਂ ਗੱਲ ਕੀਤੀ ਸੀ ਅੱਗੇ ਸਮਾਨ ਯੋਜਨ ਦੀਆਂ ਅੱਗੇ ਹੋਰ ਕਿਸਮਾਂ ਦੀ। ਇੱਥੇ ਸਾਡਾ ਲਾਸਟ ਐਂਡ ਕੀਤਾ ਸੀ ਅਸੀਂ ਵੀਡੀਓ ਦਾ, ਤੇ ਅੱਜ ਅਸੀਂ ਇੱਥੋਂ ਪੂਰੀ ਡਿਟੇਲ ਦੇ ਵਿੱਚ ਸਟਾਰਟ ਕਰਦੇ ਹਾਂ। ਹਾਂਜੀ, ਅਸੀਂ ਬੋਲਿਆ ਕਿ ਸਮਾਨ ਯੋਜਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ। ਸਮਾਨ ਯੋਜਕ ਮੈਂ ਤੁਹਾਨੂੰ ਹੁਣ ਦੱਸ ਦਿੱਤਾ ਹੈ ਕਿ ਦੋ ਬਰਾਬਰ ਦੀਆਂ ਚੀਜ਼ਾਂ ਦੇ ਵਿੱਚ ਸੰਬੰਧ ਦੱਸਦਾ ਵਾ, ਤਾਂ ਉਹਨੂੰ ਸਮਾਨ ਯੋਜਕ ਬੋਲਦੇ ਆ। ਠੀਕ ਹੈ, ਜਿਵੇਂ ਫੋਰ ਐਗਜ਼ਾਮਪਲ ਹੁਣ ਅਸੀਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਸਮਾਨ ਯੋਜਕ ਦੀਆਂ ਅੱਗੇ ਹੋਰ ਕਿੰਨੀਆਂ ਕਿਸਮਾਂ ਹਨ। ਹਾਂਜੀ, ਸਮਾਨ ਯੋਜਕ ਦੀ ਪਹਿਲੀ ਕਿਸਮ ਆ। ਠੀਕ ਹੈ, ਤੇ ਇਸ ਦੀਆਂ ਅੱਗੇ ਕਿਸਮਾਂ ਨੇ, ਇਹਦੀਆਂ ਅੱਗੇ ਕਿਸਮਾਂ ਨੇ 4। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਕਿਹੜੀਆਂ ਕਿਹੜੀਆਂ? ਸਮੁੱਚੀ ਸਮਾਨ ਯੋਜਕ, ਵਿਕਲਪੀ ਸਮਾਨ ਯੋਜਕ, ਨਿਖੇਧੀ ਸਮਾਨ ਯੋਜਕ ਅਤੇ ਕਾਰਜਬੋਧਕ ਸਮਾਨ ਯੋਜਕ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਅੱਗੇ ਅਸੀਂ ਬਾਈ ਡੈਫੀਨੇਸ਼ਨ ਸਟੈਪ ਬਾਈ ਸਟੈਪ MCQ ਦੇ ਵਿੱਚ ਹੀ ਡਿਸਕਸ ਕਰਦੇ ਹਾਂ ਸਮਾਨ ਯੋਜਕ ਦੀਆਂ ਕਿਸਮਾਂ ਨੂੰ ਵੀ। ਜਿਹੜੇ ਸਮਾਨ ਯੋਜਕ ਦੋ ਸੁਤੰਤਰ ਵਾਕਾਂ ਜਾਂ ਸਮਾਨ ਉਪਵਾਕਾਂ ਨੂੰ ਸਧਾਰਨ ਰੂਪ ਵਿੱਚ ਜੋੜ ਕੇ ਸਮੁੱਚਾ ਭਾਵ ਪ੍ਰਗਟ ਕਰਨ, ਉਹਨਾਂ ਨੂੰ ਕੀ ਕਹਿੰਦੇ ਆ? ਹਾਂਜੀ, ਜਿਹੜੇ ਸਮਾਨ ਯੋਜਕ ਦੋ ਸੁਤੰਤਰ ਜਾਂ ਸਮਾਨ ਉਪਵਾਕਾਂ ਨੂੰ ਸਧਾਰਨ ਰੂਪ ਦੇ ਵਿੱਚ ਜੋੜ ਕੇ ਸਮੁੱਚਾ ਭਾਵ ਪ੍ਰਗਟ ਕਰਨ, ਉਹਨਾਂ ਨੂੰ ਸਮੁੱਚੀ ਸਮਾਨ ਯੋਜਕ ਬੋਲਦੇ ਆ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ ਫਿਰੋ ਤੁਰੋ ਅਤੇ ਸਿਹਤ ਵੀ ਬਣਾਓ। ਫਿਰੋ ਤੁਰੋ ਅਤੇ ਸਿਹਤ ਵੀ ਬਣਾਓ, ਰੋਟੀ ਵੀ ਖਾਓ ਤੇ ਗੱਪਾਂ ਵੀ ਮਾਰੋ। ਠੀਕ ਹੈ, ਰੋਟੀ ਵੀ ਖਾਓ ਤੇ ਗੱਪਾਂ ਵੀ ਮਾਰੋ। ਇਸ ਦੇ ਵਿੱਚ ਜਿਹੜਾ ਅਤੇ ਆ ਅਤੇ ਤੇ ਆ, ਇਹ ਦੋਵੇਂ ਕੀ ਆ, ਸਮੁੱਚੀ ਸਮਾਨ ਯੋਜਕ ਆ। ਠੀਕ ਹੈ, ਨੈਕਸਟ ਕੁਐਸਚਨ ਜਿਹੜੇ ਸ਼ਬਦ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਜਿਨ੍ਹਾਂ ਤੋਂ ਉਹਨਾਂ ਦੇ ਵਟਾਂਦਰੇ ਦਾ ਭਾਵ ਪ੍ਰਗਟ ਹੋਵੇ। ਹਾਂਜੀ, ਜਿਹੜੇ ਸੁਤੰਤਰ ਵਾਕਾਂ ਨੂੰ ਜੋੜਦੇ ਆ ਜਿਨ੍ਹਾਂ ਤੋਂ ਉਹਨਾਂ ਦੇ ਵਟਾਂਦਰੇ ਦਾ ਵੀ ਉਹਨਾਂ ਦਾ ਵਟਾਂਦਰਾ ਕੀਤਾ ਗਿਆ ਵਾ, ਇਹ ਭਾਵ ਪ੍ਰਗਟ ਹੋਵੇ, ਉਹਨਾਂ ਨੂੰ ਕੀ ਕਹਿੰਦੇ ਆ? ਹਾਂਜੀ, ਉਸ ਨੂੰ ਬੋਲਦੇ ਆ ਵਿਕਲਪੀ ਸਮਾਨ ਯੋਜਕ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ ਜਿਹੜੇ ਸ਼ਬਦ ਕਿਹੜੇ ਆ ਜਿਨ੍ਹਾਂ ਨੂੰ ਵਟਾਂਦਰੇ, ਜਿਹੜੇ ਸ਼ਬਦ ਵਾਕਾਂ ਨੂੰ ਜੋੜਨ ਅਤੇ ਉਹਨਾਂ ਦੇ ਵਟਾਂਦਰੇ ਦਾ ਭਾਵ ਪ੍ਰਗਟ ਕਰਨ। ਫੋਰ ਐਗਜ਼ਾਮਪਲ ਇਹ ਲੇਖ ਤੂੰ ਲਿਖ ਭਾਵੇਂ ਉਹ ਲਿਖੇ। ਉਹਨੇ ਕਿਹਾ ਕਿ ਇਹ ਲੇਖ ਤੂੰ ਲਿਖ ਭਾਵੇਂ ਉਹ ਲਿਖੇ, ਤਾਂ ਇਹਦੇ ਵਿੱਚ ਭਾਵੇਂ ਕੀ ਆ? ਭਾਵੇਂ ਹੈਗਾ ਵਿਕਲਪੀ ਸਮਾਨ ਯੋਜਕ। ਠੀਕ ਹੈ ਜੀ, ਨੈਕਸਟ ਕੁਐਸਚਨ ਜਿਹੜੇ ਸ਼ਬਦ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਜਿਨ੍ਹਾਂ ਤੋਂ ਉਹਨਾਂ ਦਾ ਆਪਸੀ ਟਾਕਰਾ ਜਾਂ ਵਿਰੋਧ ਪ੍ਰਗਟ ਹੋਵੇ, ਉਸ ਨੂੰ ਕੀ ਕਹਿੰਦੇ ਆ? ਹਾਂਜੀ, ਜਿਹੜੇ ਸ਼ਬਦ ਸੁਤੰਤਰ ਵਾਕਾਂ ਨੂੰ ਜੋੜਨ ਜਿਨ੍ਹਾਂ ਤੋਂ ਉਹਨਾਂ ਦਾ ਆਪਸੀ ਟਾਕਰਾ ਜਾਂ ਵਿਰੋਧ ਪ੍ਰਗਟ ਹੋਵੇ, ਉਸ ਨੂੰ ਬੋਲਦੇ ਆ ਨਿਖੇਧੀ ਸਮਾਨ ਯੋਜਕ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ ਉਹ ਕਮਜ਼ੋਰ ਹੈ ਪਰੰਤੂ ਡਰਪੋਕ ਨਹੀਂ। ਉਹਨੇ ਕੀ ਵਿਰੋਧ ਹੋ ਰਿਹਾ ਨਾ, ਦੇਖੋ ਇੱਕ ਤਾਂ ਉਹਨੇ ਦੱਸਤਾ ਵੀ ਉਹ ਕਮਜ਼ੋਰ ਆ, ਪਰ ਹੋ ਸਕਦਾ ਡਰਪੋਕ ਵੀ ਹੋਵੇ, ਇਸੇ ਕਰਕੇ ਕਮਜ਼ੋਰ ਆ, ਪਰ ਉਹਨੇ ਕਹਿਤਾ ਵਿਰੋਧ ਕਰਤਾ ਕਿ ਉਹ ਡਰਪੋਕ ਨਹੀਂਗਾ, ਕਮਜ਼ੋਰ ਜ਼ਰੂਰ ਆ। ਤਾਂ ਇਸ ਦੇ ਵਿੱਚ ਜਿਹੜਾ ਪਰੰਤੂ ਆ, ਤਾਂ ਇਹਨੂੰ ਕੀ ਅਸੀਂ ਬੋਲਾਂਗੇ ਕਿ ਇਹ ਨਿਖੇਧੀ ਆ, ਮਤਲਬ ਦੋ ਵਾਕਾਂ ਨੂੰ ਨਿਖੇੜ ਕੇ ਦੱਸ ਰਿਹਾ ਵਾ, ਉਹਦੀ ਨਿਖੇੜ ਕੇ ਵਿਸ਼ੇਸ਼ਤਾ ਦੱਸ ਰਿਹਾ ਵਾ ਪਰੰਤੂ। ਠੀਕ ਹੈ, ਫਿਰ ਅਗਲੀ ਐਗਜ਼ਾਮਪਲ ਦੇਖ ਲੈਂਦੇ ਆ। ਉਹ ਗਰੀਬ ਹੈ ਤਾਂ ਵੀ ਖੁੱਲ੍ਹ ਦਿਲਾ ਹੈ। ਹਾਂਜੀ, ਉਹ ਗਰੀਬ ਆ ਪਰ ਫਿਰ ਵੀ ਖੁੱਲੇ ਦਿਲ ਵਾਲਾ ਵਾ, ਤਾਂ ਵੀ ਆ ਜਿਹੜਾ ਇਹ ਕੀ ਆ, ਇੱਥੇ ਨਿਖੇਧੀ ਹੈ, ਨਿਖੇੜ ਕੇ ਦੱਸ ਰਿਹਾ ਨਾ, ਇਸ ਕਰਕੇ ਇਹਨੂੰ ਅਸੀਂ ਬੋਲਾਂਗੇ ਨਿਖੇਧੀ ਸਮਾਨ ਯੋਜਕ। ਨੈਕਸਟ, ਜਦੋਂ ਸਮਾਨ ਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਜਿਹੜਾ ਕਿ ਇੱਕ ਵਾਕ
ਕਾਰਨ ਪ੍ਰਗਟ ਕਰੇ ਅਤੇ ਦੂਜਾ ਕਾਰਜ ਪ੍ਰਗਟ ਕਰੇ, ਉਸ ਨੂੰ ਕੀ ਕਹਿੰਦੇ ਆ? ਹਾਂਜੀ, ਸਮਾਨ ਯੋਜਕ ਦੋ ਜਿਹੇ ਸੁਤੰਤਰ ਵਾਕਾਂ ਨੂੰ ਜੋੜੇ, ਜਿਹੜਾ ਇੱਕ ਤਾਂ ਵਾਕ ਕਾਰਨ ਪ੍ਰਗਟ ਕਰੇ ਅਤੇ ਦੂਜਾ ਕਾਰਜ ਪ੍ਰਗਟ ਕਰੇ। ਇੱਕ ਕਾਰਜ ਪ੍ਰਗਟ ਕਰੇ, ਦੂਸਰਾ ਕਰਮ ਪ੍ਰਗਟ ਕਰੇ, ਇਸ ਤਰ੍ਹਾਂ ਵੀ ਬੋਲ ਸਕਦੇ ਆ। ਉਸ ਨੂੰ ਅਸੀਂ ਬੋਲਦੇ ਆ ਕਾਰਜ ਬੋਧਕ ਸਮਾਨ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਉਸ ਦਾ ਵਿਹਾਰ ਚੰਗਾ ਨਹੀਂ, ਇਸ ਲਈ ਮੈਂ ਉਦਾਹਰਨ ਨਹੀਂ ਦਿੱਤਾ। ਇਸ ਲਈ ਕੀ ਹੈ ਇਹਦੇ ਵਿੱਚ? ਕਾਰਜ ਬੋਧਕ ਸਮਾਨ, ਮਤਲਬ ਕੀ ਆ? ਉਸ ਦਾ ਵਿਹਾਰ ਚੰਗਾ ਨਹੀਂ ਗਾ, ਇਸ ਲਈ ਮੈਂ ਉਸ ਨੂੰ ਉਦਾਹਰਨ ਨਹੀਂ ਦਿੱਤਾ, ਇਸ ਲਈ ਇਸ ਦੇ ਵਿੱਚ ਹੋ ਗਿਆ ਕਾਰਜ ਬੋਧਕ ਸਮਾਨ। ਨੈਕਸਟ, ਜਿਹੜੇ ਸ਼ਬਦ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਦੇ ਅਧੀਨ ਉਪਵਾਕ ਨੂੰ ਆਪਸ ਦੇ ਵਿੱਚ ਜੋੜਨ, ਉਸ ਨੂੰ ਕੀ ਕਹਿੰਦੇ ਹਨ? ਹਾਂਜੀ, ਜਿਹੜੇ ਸ਼ਬਦ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕ ਨੂੰ ਆਪਸ ਦੇ ਵਿੱਚ ਜੋੜਦੇ ਆ, ਉਸ ਨੂੰ ਬੋਲਦੇ ਆ ਅਸੀਂ ਅਧੀਨ ਯੋਜਕ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਇਹ ਯੋਜਕ ਦੀ ਦੂਜੀ ਕਿਸਮ ਆ। ਠੀਕ ਹੈ, ਦੂਜੀ ਕਿਸਮ ਦੀ ਗੱਲ ਕਰ ਰਹੇ ਹਾਂ ਅਸੀਂ। ਜਿਹੜੇ ਸ਼ਬਦ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕ ਨੂੰ ਜੋੜਨ, ਉਸ ਨੂੰ ਅਧੀਨ ਯੋਜਕ ਬੋਲਦੇ ਆ। ਫੋਰ ਐਗਜ਼ਾਮਪਲ, ਕੀ, ਕਿਉਂਕਿ। ਫੋਰ ਐਗਜ਼ਾਮਪਲ ਦੇਖ ਲੈਂਦੇ ਹਾਂ ਅਸੀਂ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕਿਰਤ ਕਰਕੇ ਖਾਓ। ਇਸ ਦੇ ਵਿੱਚ ਜਿਹੜਾ ਕੀ ਹੈ, ਇਹ ਕੀ ਹੈ? ਅਧੀਨ ਯੋਜਕ ਆ। ਮਤਲਬ ਕੀ ਹੈ? ਜਿਹੜਾ ਕੀ ਆ, ਉਹਨੇ ਕੀ ਕੀਤਾ? ਉਪਵਾਕ ਅਤੇ ਵਾਕ ਨੂੰ ਆਪਸ ਦੇ ਵਿੱਚ ਜੋੜ ਦਿੱਤਾ। ਵੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿਰਤ ਕਰਕੇ ਖਾਓ। ਅੱਗੇ ਹਾਂਜੀ, ਇੱਥੇ ਤੁਸੀਂ ਕੋਈ ਵੀ ਨਾਮ ਪਾ ਲਓ। ਰਾਮ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਹੈ। ਠੀਕ ਹੈ, ਸਿਕੰਦਰ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਹੈ। ਇੱਥੇ ਜਿਹੜਾ ਕਿਉਂ ਕੀ ਆ, ਇਹ ਕੀ ਆ? ਅਧੀਨ ਆ, ਅਧੀਨ ਯੋਜਕ ਆ। ਨੈਕਸਟ ਕੁਐਸਚਨ, ਅਧੀਨ ਯੋਜਕ ਦੀਆਂ ਅੱਗੇ ਹੋਰ ਕਿੰਨੀਆਂ ਕਿਸਮਾਂ ਹਨ? ਹਾਂਜੀ, ਅਧੀਨ ਯੋਜਕ ਦੀਆਂ ਅੱਗੇ ਕਿੰਨੀਆਂ ਕਿਸਮਾਂ ਹਨ? 7 ਕਿਸਮਾਂ ਹਨ। ਕਿੰਨੀਆਂ ਨੇ? 7। ਕਿਹੜੀਆਂ ਨੇ ਉਹ ਅਸੀਂ ਅੱਗੇ ਦੇਖ ਲੈਂਦੇ ਆ। ਸਮਾਨ ਅਧਿਕਰਨ, ਕਰਨਵਾਚਕ, ਫਲਵਾਚਕ, ਮੰਤਵਵਾਚਕ, ਸ਼ਰਤਵਾਚਕ, ਵਿਰੋਧਵਾਚਕ, ਤੁਲਨਾਵਾਚਕ। ਅੱਗੇ ਅਸੀਂ MCQ ਬਾਈ ਸਟੈਪ ਇਹਨਾਂ ਨੂੰ ਵੀ ਡਿਸਕਸ ਕਰ ਲੈਂਦੇ ਆ। ਤਾਂ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੇ ਕਿਸੇ ਸ਼ਬਦ ਦੀ ਵਿਆਖਿਆ ਕਰੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕ ਨੂੰ ਕੀ ਕਹਿੰਦੇ ਆ? ਹਾਂਜੀ, ਜਦੋਂ ਅਧੀਨ ਉਪਵਾਕ ਕਿਸੇ ਪ੍ਰਧਾਨ ਉਪਵਾਕ ਦੇ ਸ਼ਬਦ ਦੀ ਵਿਆਖਿਆ ਕਰੇ ਤਾਂ ਉਸ ਤਰ੍ਹਾਂ ਦੇ ਵਾਕਾਂ ਨੂੰ ਜੋੜਨ ਵਾਲੇ ਨੂੰ ਸਮਾਨ ਅਧਿਕਰਨ ਕਹਿੰਦੇ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਤੂੰ ਤਾਂ ਇਸ ਤਰ੍ਹਾਂ ਭੋਲਾ ਬਣ ਰਿਹਾ ਹੈ ਜੇਕਰ ਤੈਨੂੰ ਪਤਾ ਹੀ ਨਹੀਂ ਹੁੰਦਾ। ਵੀ ਤੂੰ ਤਾਂ ਇਸ ਤਰ੍ਹਾਂ ਭੋਲਾ ਬਣ ਰਿਹਾ ਜਿਵੇਂ ਤੈਨੂੰ ਪਤਾ ਹੀ ਨਹੀਂ ਹੁੰਦਾ, ਇਸ ਤਰ੍ਹਾਂ ਬੋਲਦੇ ਆ ਨਾ ਅਸੀਂ। ਤਾਂ ਇਸ ਦੇ ਵਿੱਚ ਕੀ ਆ? ਇੱਥੇ ਕਿਹੜਾ ਵਰਤਿਆ ਗਿਆ ਵਾ ਯੋਜਕ? ਸਮਾਨ ਅਧਿਕਰਨ ਯੋਜਕ ਵਰਤਿਆ ਗਿਆ। ਨੈਕਸਟ, ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਕਾਰਨ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕ ਨੂੰ ਕੀ ਕਹਿੰਦੇ ਆ? ਹਾਂਜੀ, ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਕਾਰਨ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਨੂੰ ਕਹਿੰਦੇ ਆ ਕਾਰਣਵਾਚਕ ਕਿਰਿਆ। ਨਾਮ ਤੋਂ ਹੀ ਪਤਾ ਲੱਗ ਰਿਹਾ ਨਾ, ਸੌਰੀ ਮੈਂ ਕਿਰਿਆ ਬੋਲਤਾ, ਕਾਰਣਵਾਚਕ ਅਧੀਨ ਯੋਜਨ। ਠੀਕ ਹੈ ਜੀ, ਯੋਜਕ। ਤਾਂ ਇਸ ਦੀ ਅੱਗੇ ਐਗਜ਼ਾਮਪਲ ਦੇਖ ਲੈਂਦੇ ਆ। ਉਹ ਝੂਠ ਬੋਲਦਾ ਹੈ ਕਿਉਂਕਿ ਉਹ ਕਾਣਾ ਹੈ। ਹੁਣ ਦੇਖੋ ਇਸ ਨੇ ਕੀ ਦੱਸ ਦਿੱਤਾ? ਕਿਉਂ ਕੀ ਆ ਜਿਹੜਾ ਇੱਥੇ ਕੀ ਆ? ਇਹ ਕਾਰਣਵਾਚਕ ਅਧੀਨ ਯੋਜਕ ਆ। ਨੈਕਸਟ, ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਫਲ ਜਾਂ ਨਤੀਜਾ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕ ਨੂੰ ਅਸੀਂ ਕੀ ਬੋਲਦੇ ਆ? ਤਾਂ ਇਹਦਾ ਨਾਮ ਤੋਂ ਹੀ ਪਤਾ ਲੱਗ ਰਿਹਾ ਵਾ, ਫਲਵਾਚਕ ਅਧੀਨ ਯੋਜਕ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਸਿਪਾਹੀ ਨੇ ਕਸੂਰਵਾਰ ਨੂੰ ਇੰਨਾ ਕੁੱਟਿਆ ਕਿ ਅਧਮੋਇਆ ਕਰ ਦਿੱਤਾ। ਇੱਥੇ ਜਿਹੜਾ ਕੀ ਆ, ਇਹ ਕਿਹਦਾ ਕੰਮ ਕਰ ਰਿਹਾ ਵਾ? ਫਲਵਾਚਕ ਦਾ ਕਰ ਰਿਹਾ ਵਾ। ਠੀਕ ਹੈ, ਇਹਨੇ ਕਾਰਨ ਵੀ ਦੱਸਤਾ ਤੇ ਕੁੱਟ ਕੇ ਹੋਇਆ, ਸੌਰੀ, ਸਿਪਾਹੀ ਨੇ ਕਸੂਰਵਾਰ ਨੂੰ ਕੁੱਟਿਆ, ਮਤਲਬ ਜੇ ਕਸੂਰਵਾਰ ਸੀ ਤਾਂ ਹੀ ਕੁੱਟਿਆ, ਕਾਰਨ ਵੀ ਦੱਸਤਾ ਤੇ ਅੱਗੇ ਉਹਦਾ ਕੀ ਹਾਲ ਹੋਇਆ ਇਹ ਵੀ ਦੱਸਤਾ। ਠੀਕ ਹੈ, ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ। ਜਦੋਂ ਅਧੀਨ ਉਪਵਾਕ ਦੀ ਕਿਰਿਆ ਦਾ ਮੰਤਵ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕ ਨੂੰ ਕੀ ਕਹਿੰਦੇ ਆ? ਹਾਂਜੀ, ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਮੰਤਵ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਨੂੰ ਕੀ ਕਹਿੰਦੇ ਆ? ਨਾਮ ਤੋਂ ਹੀ ਪਤਾ ਲੱਗ ਰਿਹਾ ਹੈ, ਮੰਤਵਵਾਚਕ ਅਧੀਨ ਯੋਜਕ ਕਹਿੰਦੇ ਆ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਉਹ ਗੱਪਾਂ ਮਾਰ ਰਿਹਾ ਹੈ ਤਾਂ ਕਿ ਸਮਾਂ ਬਤੀਤ ਹੋ ਜਾਵੇ। ਆਪਸ਼ਨ ਇਹਦੇ ਵਿੱਚ ਜਿਹੜੀ ਕੀ ਆ, ਇਹ ਕਿਹਦਾ ਕੰਮ ਕਰ ਰਹੀ ਆ?
ਸੌਰੀ ਤਾਂ ਇਹਦੇ ਵਿੱਚ ਜਿਹੜਾ ਤਾਂ ਵਾ ਨਾ ਉਹ ਕਰ ਰਿਹਾ ਵਾ ਕੰਮ ਮੰਤਵਵਾਚਕ ਦਾ ਕਿ ਉਹ ਗੱਪਾਂ ਮਾਰ ਰਿਹਾ ਵਾ ਤਾਂ ਕਿ ਉਹਦਾ ਸਮਾਂ ਬਤੀਤ ਹੋ ਜਾਵੇ। ਠੀਕ ਹੈ ਜੀ। ਨੈਕਸਟ ਕੁਐਸਚਨ, ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦਾ ਕਾਰਨ ਸ਼ਰਤ ਵਾਂਗ ਦੱਸੇ। ਜਦੋਂ ਅਧੀਨ ਉਪਵਾਕ ਕਹਿੰਦਾ ਪ੍ਰਧਾਨ ਵਾਕ ਉਪਵਾਕ ਦਾ ਕਾਰਨ ਆ ਜਿਹੜਾ ਉਹ ਕਿਸੇ ਸ਼ਰਤ ਵਾਂਗ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕ ਨੂੰ ਅਸੀਂ ਬੋਲਦੇ ਆ ਸ਼ਰਤਵਾਚਕ ਅਧੀਨ ਯੋਜਕ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਫॉर एग्जांपल, ਜੇ ਤੁਸੀਂ ਠੀਕ ਹੋਣਾ ਹੈ ਤਾਂ ਬਕਾਇਦਾ ਇਲਾਜ ਕਰਾਓ। ਦੇਖੋ ਇਹ ਡਾਕਟਰ ਕਹਿ ਰਿਹਾ ਹੈ ਕਿ ਜੇਕਰ ਤੁਸੀਂ ਠੀਕ ਹੋਣਾ ਹੈ ਤਾਂ ਬਕਾਇਦਾ ਕੀ ਹੈ, ਇੱਥੇ ਸ਼ਰਤ ਦਾ ਕੰਮ ਕਰ ਰਿਹਾ ਵਾ। ਸ਼ਰਤ ਹੀ ਹੋਗੀ ਨਾ ਇਹ, ਫੇਰ ਹੀ ਠੀਕ ਹੋਵੋਗੇ ਜੇ ਇਲਾਜ ਹੋਵੇਗਾ। ਠੀਕ ਹੈ, ਤੇ ਇਹਨੂੰ ਬੋਲਾਂਗੇ ਅਸੀਂ ਸ਼ਰਤਵਾਚਕ ਹਾਂਜੀ ਸ਼ਰਤਵਾਚਕ ਅਧੀਨ ਵਿਯੋਜਕ। ਠੀਕ ਹੈ। ਨੈਕਸਟ, ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਨਾਲ ਵਿਰੋਧ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕ ਨੂੰ ਕੀ ਕਹਿੰਦੇ ਹਨ। ਹਾਂਜੀ, ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਨਾਲ ਵਿਰੋਧ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਨੂੰ ਅਧੀਨ ਨੂੰ ਕਹਿੰਦੇ ਆ ਕੀ ਬੋਲਦੇ ਆ ਵਿਰੋਧ। ਨਾਮ ਤੋਂ ਹੀ ਪਤਾ, ਡੈਫੀਨੇਸ਼ਨ ਤੋਂ ਹੀ ਪਤਾ ਲੱਗ ਰਿਹਾ ਵਿਰੋਧਵਾਚਕ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਫॉर एग्जांपल, ਭਾਵੇਂ ਉਹ ਗਰੀਬ ਹੈ ਫਿਰ ਵੀ ਦਿਆਲੂ ਹੈ। ਭਾਵੇਂ ਉਹ ਗਰੀਬ ਆ ਪਰ ਫਿਰ ਵੀ ਦਿਆਲੂ ਆ। ਇਹਨੇ ਕੀ ਕੀਤਾ ਕਿ ਨਾਲੇ ਤਾਂ ਇਹ ਦੱਸਦਾ ਕਿ ਉਹ ਗਰੀਬ ਆ ਪਰ ਫਿਰ ਵੀ ਦਿਆਲੂ ਆ, ਤਾਂ ਇੱਥੇ ਅਸੀਂ ਕੀ ਬੋਲਾਂਗੇ ਵਿਰੋਧਵਾਚਕ ਬੋਲਾਂਗੇ। ਠੀਕ ਹੈ ਜੀ। ਆਪਸ਼ਨ ਨੰਬਰ ਏ ਇਸ ਕੁਐਸਚਨ ਦਾ ਰਾਈਟ ਆਨਸਰ ਹੈ। ਨੈਕਸਟ ਕੁਐਸਚਨ, ਜਦੋਂ ਪ੍ਰਧਾਨ ਉਪਵਾਕ ਦੇ ਅਧੀਨ ਉਪਵਾਕ ਦੋ ਚੀਜ਼ਾਂ ਦੇ ਗੁਣਾ ਅਗੁਣਾ ਆਦਿ ਦਾ ਟਾਕਰਾ ਕਰਨ ਮਤਲਬ ਤੁਲਨਾ ਕਰਨ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕ ਨੂੰ ਕੀ ਕਹਿੰਦੇ ਆ। ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕ ਨੂੰ ਬੋਲਦੇ ਆ ਤੁਲਨਾਵਾਚਕ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਫॉर एग्जांपल, ਉਹ ਇੰਨਾ ਤੇਜ਼ ਦੌੜਦਾ ਹੈ ਕਿ ਉਸ ਨਾਲ ਕੋਈ ਟਾਕਰਾ ਨਹੀਂ ਕਰ ਸਕਦਾ। ਠੀਕ ਹੈ, ਉਹ ਇੰਨਾ ਤੇਜ਼ ਦੌੜਦਾ ਵਾ ਕਿ ਉਸ ਦੇ ਨਾਲ ਕਿਸੇ ਦੀ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ। ਤੇ ਇਸ ਦੇ ਵਿੱਚ ਜਿਹੜਾ ਤੁਲਨਾਵਾਚਕ ਆ, ਠੀਕ ਹੈ, ਉਹ ਸੰਬੰਧਕ ਵਰਤਿਆ ਗਿਆ ਵਾ ਕੀ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਹਾਂਜੀ, ਨੈਕਸਟ ਜੋ ਸਾਡਾ ਟੌਪਿਕ ਆ ਨੰਬਰ 1, ਜਿਹੜੇ ਸ਼ਬਦ ਮਨ ਦੀ ਖੁਸ਼ੀ, ਗਮੀ, ਹੈਰਾਨੀ, ਡਰ ਆਦਿ ਦਾ ਭਾਵ ਪ੍ਰਗਟ ਕਰਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ। ਹਾਂਜੀ, ਜਿਹੜੇ ਸ਼ਬਦ ਮਨ ਦੀ ਖੁਸ਼ੀ ਪ੍ਰਗਟ ਕਰਦੇ ਆ, ਗਮੀ ਪ੍ਰਗਟ ਕਰਦੇ ਆ, ਹੈਰਾਨੀ ਪ੍ਰਗਟ ਕਰਦੇ ਆ ਜਾਂ ਡਰ ਪ੍ਰਗਟ ਕਰਦੇ ਆ ਉਹਨਾਂ ਨੂੰ ਵਿਸਮਿਕ ਕਿਹਾ ਜਾਂਦਾ ਹੈ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਹੇਠ ਲਿਖਿਆਂ ਵਿੱਚੋਂ ਵਿਸਮਿਕ ਚਿੰਨ੍ਹ ਕਿਹੜਾ ਹੈ। ਹਾਂਜੀ, ਇਹਨਾਂ ਦੇ ਵਿੱਚੋਂ ਵਿਸਮਿਕ ਚਿੰਨ੍ਹ ਕਿਹੜਾ ਹੈ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਇਹ ਵਿਸਮਿਕ ਦਾ ਚਿੰਨ੍ਹ ਹੈ। ਠੀਕ ਹੈ। ਨੈਕਸਟ ਕੁਐਸਚਨ, ਵਿਸਮਿਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ। ਹਾਂਜੀ, ਵਿਸਮਿਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ। 9 ਪ੍ਰਕਾਰ ਦੇ ਹੁੰਦੇ ਆ ਵਿਸਮਿਕ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਕਿਹੜੇ ਕਿਹੜੇ ਹੁੰਦੇ ਨੇ ਮੈਂ ਨੋਟ ਕਰ ਦਿੱਤੇ ਆ, ਤੁਸੀਂ ਦੇਖ ਸਕਦੇ ਹੋ। ਸੰਬੋਧਨੀ ਵਿਸਮਿਕ, ਪ੍ਰਸ਼ੰਸਾ ਵਿਸਮਿਕ, ਵਾਚਕ ਸ਼ੌਕਵਾਚਕ ਵਿਸਮਿਕ, ਫਿਟਕਾਰਵਾਚਕ ਵਿਸਮਿਕ, ਹੈਰਾਨੀਵਾਚਕ ਵਿਸਮਿਕ, ਸਤਿਕਾਰਵਾਚਕ ਵਿਸਮਿਕ, ਅਸੀਸਵਾਚਕ ਵਿਸਮਿਕ, ਇੱਛਿਆਵਾਚਕ ਵਿਸਮਿਕ ਤੇ ਸੂਚਨਾਵਾਚਕ ਵਿਸਮਿਕ। ਹੁਣ ਅੱਗੇ ਅਸੀਂ ਦੇਖਦੇ ਹਾਂ ਵਿਸਮਿਕ ਸ਼ਬਦ ਚੁਣੋ। ਹਾਂਜੀ, ਇਹਨਾਂ ਦੇ ਵਿੱਚੋਂ ਵਿਸਮਿਕ ਸ਼ਬਦ ਕਿਹੜੇ ਕਿਹੜੇ ਮੇਨ ਆ ਜਿਹੜੇ ਇਹਨਾਂ ਦੇ ਵਿੱਚੋਂ ਵਿਸਮਿਕ ਆ। ਦੇਖੋ, ਪਰ ਦੇ ਨਾਲ ਕਦੇ ਵੀ ਵਿਸਮਿਕ ਨਹੀਂ ਲੱਗਦਾ, ਤੇ ਦੇ ਨਾਲ ਵੀ ਵਿਸਮਿਕ ਨਹੀਂ ਲੱਗਦਾ। ਵਿਸਮਿਕ ਕਿਹਦੇ ਨਾਲ ਲੱਗਦਾ, ਜਦੋਂ ਅਸੀਂ ਕਿਸੇ ਦੀ ਪ੍ਰਸ਼ੰਸਾ ਕਰਨੀ ਹੋਵੇ ਜਾਂ ਸਾਨੂੰ ਕੋਈ ਡਰ ਹੋਵੇ ਜਾਂ ਸਾਡੇ ਕੋਲ ਕੋਈ ਖੁਸ਼ੀ ਹੋਵੇ, ਗਮੀ ਹੋਵੇ, ਭਾਵ ਪ੍ਰਗਟ ਕਰਨੇ ਹੋਣ, ਅਸੀਂ ਖੁਸ਼ੀ, ਗਮੀ, ਪ੍ਰਸ਼ੰਸਾ, ਡਰ ਦੇ, ਉਸ ਟਾਈਮ ਵਿਸਮਿਕ ਲੱਗਦਾ। ਫॉर एग्जांपल, ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਾਬਾਸ਼ੀ, ਕਾਸ਼, ਬੱਲੇ ਬੱਲੇ, ਜਿਵੇਂ ਕਾਸ਼ ਮੇਰੇ ਕੋਲ ਵੀ ਗੱਡੀ ਹੁੰਦੀ। ਠੀਕ ਹੈ, ਇਸ ਤਰ੍ਹਾਂ ਦੇ ਜਿਹੜੇ ਆ ਜਾਂਦੇ ਆ ਨਾ ਜਦੋਂ ਅਸੀਂ ਬੋਲਦੇ ਹਾਂ ਵਾਕਪ ਲਿਖਣਾ ਹੋਵੇ, ਅਸੀਂ ਕੋਈ ਸੈਂਟੈਂਸ ਬਣਾਉਣਾ ਹੋਵੇ, ਅਸੀਂ ਕੀ ਲਿਖਾਂਗੇ ਕਾਸ਼, ਫਿਰ ਲਿਖਾਂਗੇ ਵਿਸਮਿਕ, ਫਿਰ ਅਸੀਂ ਬੋਲਾਂਗੇ ਮੇਰੇ ਕੋਲ ਵੀ ਗੱਡੀ ਹੁੰਦੀ। ਫਿਰ ਆਪਾਂ ਲਿਖਾਂਗੇ ਜੇ ਬੱਲੇ ਬੱਲੇ ਆ, ਓਏ ਬੱਲੇ ਬੱਲੇ ਕਿੰਨੇ ਟਾਈਮ ਬਾਅਦ ਅੱਜ ਤਾਂ ਰੱਬ ਨੇ ਮੇਲ ਕਰਾਇਆ ਨਾ, ਇਦਾਂ ਦਾ ਕੁਝ ਬੋਲਦੇ ਆ ਜਦੋਂ ਵੀ ਆਪਾਂ ਕਿਸੇ ਨੂੰ ਬਹੁਤ ਟਾਈਮ ਬਾਅਦ ਮਿਲਦੇ ਆ। ਤਾਂ ਸ਼ਾਬਾਸ਼, ਮੈਨੂੰ ਤੇਰੇ ਤੋਂ ਇਹੀ ਉਮੀਦ ਸੀ ਕਿ ਤੂੰ ਇਸ ਨੂੰ ਜ਼ਰੂਰ ਕਰ ਪਾਏਗਾ। ਇਸ ਤਰ੍ਹਾਂ ਦੇ ਬੋਲਦੇ ਆ ਅਸੀਂ ਵਰਡ, ਤਾਂ ਜਾਨੀ ਕਿ ਵਾਕ ਬੋਲਦੇ ਆ, ਸੈਂਟੈਂਸ ਬਣਾਉਂਦੇ ਆ, ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਵਿੱਚ ਵਿਸਮਿਕ ਲੱਗਦਾ ਵਾ। ਨੈਕਸਟ ਕੁਐਸਚਨ, ਜਿਹੜੇ ਵਿਸਮਿਕ ਕਿਸੇ ਨੂੰ ਬੁਲਾਉਣ ਲਈ ਵਰਤੇ ਜਾਂਦੇ ਹਨ ਉਹ ਕਿਹੜੇ ਵਿਸਮਿਕ ਹੁੰਦੇ ਆ। ਹਾਂਜੀ, ਜਿਹੜੇ ਕਿਸੇ ਨੂੰ ਬੁਲਾਉਣ ਲਈ ਵਰਤੇ ਜਾਂਦੇ ਮਤਲਬ ਕਿਸੇ ਨੂੰ ਸੰਬੋਧਨ ਹੀ ਕਰਦੇ ਆ, ਉਹ ਵਿਸਮਿਕ ਕਿਹੜੇ ਹੁੰਦੇ ਆ, ਉਹ ਹੁੰਦੇ ਆ ਸੰਬੋਧਨੀ ਵਿਸਮਿਕ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਫॉर एग्जांपल, ਓਏ ਚੱਲਿਆ ਕੋਈ ਕੰਮ ਦੀ ਗੱਲ ਕਰ, ਮਤਲਬ ਕਿਸੇ ਨੂੰ ਅਸੀਂ ਸੰਬੋਧਨ ਹੀ ਕਰ ਰਹੇ ਹਾਂ ਨਾ, ਓਏ ਚੱਲਿਆ ਕੋਈ ਕੰਮ ਦੀ ਗੱਲ ਕਰ। ਨੈਕਸਟ ਕੁਐਸਚਨ, ਜਿਹੜੇ ਵਿਸਮਿਕ ਮਨ ਦੀ ਖੁਸ਼ੀ ਨੂੰ ਪ੍ਰਗਟ ਕਰਨ ਉਹ ਕਿਹੜੇ ਵਿਸਮਿਕ ਹੁੰਦੇ ਆ।
हाँ जी, ਜਿਹੜੇ ਮਨ ਦੀ ਖੁਸ਼ੀ ਨੂੰ ਪ੍ਰਗਟ ਕਰਦੇ ਆ ਤਾਂ ਉਹ ਪ੍ਰਸ਼ੰਸਾ ਨਾਮ ਤੋਂ ਹੀ ਪਤਾ ਲੱਗ ਰਿਹਾ, ਪ੍ਰਸ਼ੰਸਾਵਾਚਕ ਵਿਸਮਿਕ ਹੁੰਦੇ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਸ਼ਾਬਾਸ਼ ਏ ਤੇਰੀ ਮਿਹਨਤ ਤੇਰੇ ਕੰਮ ਆਈ। ਇਹ ਸ਼ਾਬਾਸ਼ ਇਹਦੇ ਵਿੱਚ ਕੀ ਆ, ਇੱਕ ਵਿਸਮਿਕ ਆ, ਠੀਕ ਹੈ, ਤੇਰੀ ਮਿਹਨਤ ਕੰਮ ਆਈ। ਨੈਕਸਟ ਕੁਐਸਚਨ, ਜਿਹੜੇ ਵਿਸਮਿਕ ਮਨ ਦੀ ਗਮੀ ਨੂੰ ਪ੍ਰਗਟ ਕਰਨ ਉਹ ਕਿਹੜੇ ਵਿਸਮਿਕ ਹੁੰਦੇ ਆ? ਹਾਂਜੀ, ਜਿਹੜੇ ਮਨ ਦੀ ਗਮੀ ਨੂੰ ਪ੍ਰਗਟ ਕਰਦੇ ਆ, ਦੁੱਖ ਨੂੰ ਪ੍ਰਗਟ ਕਰਦੇ ਆ, ਉਹ ਕਿਹੜੇ ਹੁੰਦੇ ਆ? ਉਹ ਹੁੰਦੇ ਆ, ਕਿਹੜੇ ਹੁੰਦੇ ਆ ਜੀ? ਉਹ ਹੁੰਦੇ ਆ ਸ਼ੌਕਵਾਚਕ। ਸ਼ੌਕ ਲੱਗ ਗਿਆ ਨਾ, ਸ਼ੌਕਵਾਚਕ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਤੇ ਨੈਕਸਟ ਤੁਸੀਂ ਇਹਦੀ ਐਗਜ਼ਾਮਪਲ ਦੇਖ ਸਕਦੇ ਹੋ, ਉਫ ਕਿਹੋ ਜਿਹਾ ਭਾਣਾ ਵਰਤ ਗਿਆ, ਮਤਲਬ ਜਿਹੜੇ ਗਮੀ ਨੂੰ ਪ੍ਰਗਟ ਕਰਦੇ ਆ, ਉਫ ਕਿਹੋ ਜਿਹਾ ਭਾਣਾ ਵਰਤ ਗਿਆ, ਉਹਦੇ ਲਈ ਅਸੀਂ ਇਸ ਤਰ੍ਹਾਂ ਬੋਲਦੇ ਆ। ਤਾਂ ਕਿਹੜੀ ਕਿਸਮ ਹੁੰਦੀ ਹੈ ਇਹ ਵਿਸਮਿਕ ਦੀ? ਸ਼ੌਕਵਾਚਕ। ਨੈਕਸਟ ਕੁਐਸਚਨ, ਜਿਹੜੇ ਵਿਸਮਿਕ ਫਿਟਕਾਰ ਜਾਂ ਲਾਨਤ ਦੇ ਭਾਵ ਪ੍ਰਗਟ ਕਰਨ ਉਹ ਕਿਹੜੇ ਵਿਸਮਿਕ ਹੁੰਦੇ ਆ? ਹਾਂਜੀ, ਜਿਹੜੇ ਫਿਟਕਾਰ ਜਾਂ ਲਾਨਤ ਦਾ ਭਾਵ ਪ੍ਰਗਟ ਕਰਦੇ ਆ ਉਹ ਹੁੰਦੇ ਆ ਫਿਟਕਾਰ ਵਿਸਮਿਕ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਬੇਸ਼ਰਮਾ ਤੂੰ ਤਾਂ ਖਾਨਦਾਨ ਨੂੰ ਮਿੱਟੀ ਵਿੱਚ ਰੋਲ ਦਿੱਤਾ। ਬੇਸ਼ਰਮਾ, ਠੀਕ ਹੈ, ਬੇਸ਼ਰਮਾ ਤੂੰ ਤਾਂ ਖਾਨਦਾਨ ਨੂੰ ਮਿੱਟੀ ਵਿੱਚ ਰੋਲ ਦਿੱਤਾ। ਇਹ ਤੁਸੀਂ ਦੇਖ ਸਕਦੇ ਹੋ ਫਿਟਕਾਰਵਾਚਕ ਵਿਸਮਿਕ ਆ। ਨੈਕਸਟ ਕੁਐਸਚਨ, ਜਿਹੜੇ ਵਿਸਮਿਕ ਹੈਰਾਨੀ ਪ੍ਰਗਟ ਕਰਨ ਉਹ ਕਿਹੜੇ ਵਿਸਮਿਕ ਹੁੰਦੇ ਆ? ਹਾਂਜੀ, ਜਿਹੜੇ ਹੈਰਾਨੀ ਪ੍ਰਗਟ ਕਰਦੇ ਆ ਉਹ ਕਿਹੜੇ ਹੁੰਦੇ ਆ? ਹੈਰਾਨੀਵਾਚਕ ਵਿਸਮਿਕ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਹੈ ਉਸਨੇ ਆਤਮ ਹੱਤਿਆ ਕਰ ਲਈ। ਆਪਾਂ ਇਸ ਤਰ੍ਹਾਂ ਹੀ ਬੋਲਦੇ ਆ ਨਾ, ਹੈ ਹੈਰਾਨ ਹੋ ਕੇ, ਹੈ ਉਸਨੇ ਆਤਮ ਹੱਤਿਆ ਕਰ ਲਈ, ਤਾਂ ਇਹ ਕੀ ਹੋ ਗਿਆ? ਹੈਰਾਨੀਵਾਚਕ। ਨੈਕਸਟ ਕੁਐਸਚਨ, ਜਿਹੜੇ ਵਿਸਮਿਕ ਕਿਸੇ ਲਈ ਸਤਿਕਾਰ ਦੇ ਭਾਵ ਪ੍ਰਗਟ ਕਰਨ ਉਹ ਕਿਹੜੇ ਵਿਸਮਿਕ ਹੁੰਦੇ ਆ? ਹਾਂਜੀ, ਜਿਹੜੇ ਕਿਸੇ ਲਈ ਸਤਿਕਾਰ ਦੇ ਭਾਵ ਪ੍ਰਗਟ ਕਰਦੇ, ਕਿਸੇ ਦੇ ਸਤਿਕਾਰ ਪ੍ਰਗਟ ਕਰਦੇ ਆ ਉਹ ਕਿਹੜੇ ਵਿਸਮਿਕ ਹੁੰਦੇ ਆ? ਉਹ ਹੁੰਦੇ ਆ ਸਤਿਕਾਰਵਾਚਕ ਵਿਸਮਿਕ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਧੰਨ ਭਾਗ ਅੱਜ ਕੀੜੀ ਦੇ ਘਰ ਨਰਾਇਣ ਆਏ। ਮਤਲਬ ਇਹ ਕੀ ਆ? ਸਤਿਕਾਰ ਪ੍ਰਗਟ ਕਰ ਰਿਹਾ ਨਾ, ਧੰਨ ਭਾਗ ਅੱਜ ਕੀੜੀ ਦੇ ਘਰ ਨਰਾਇਣ ਆਏ। ਨੈਕਸਟ ਕੁਐਸਚਨ, ਜਿਹੜੇ ਵਿਸਮਿਕ ਕਿਸੇ ਲਈ ਅਸੀਸ ਅਥਵਾ ਆਸ਼ੀਰਵਾਦ ਦੇ ਭਾਵ ਪ੍ਰਗਟ ਕਰਨ ਉਹ ਕਿਹੜੇ ਵਿਸਮਿਕ ਹੁੰਦੇ ਆ? ਹਾਂਜੀ, ਜਿਨ੍ਹਾਂ ਦੇ ਵਿੱਚ ਆਸ਼ੀਰਵਾਦ ਹੋਵੇ, ਦੁਆ ਦਿੱਤੀ ਜਾਂਦੀ ਆ, ਉਹ ਹੁੰਦੇ ਆ ਅਸ਼ੀਸ਼ਵਾਚਕ ਵਿਸਮਿਕ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਜਿਉਂਦੇ ਰਹੋ ਲੰਬੀ ਉਮਰ ਮਾਣੋ। ਜਿਉਂਦੇ ਰਹੋ ਲੰਬੀ ਉਮਰ ਮਾਣੋ। ਨੈਕਸਟ ਕੁਐਸਚਨ, ਜਿਹੜੇ ਵਿਸਮਿਕ ਮਨ ਦੀ ਇੱਛਾ ਨੂੰ ਪ੍ਰਗਟ ਕਰਨ ਉਹ ਕਿਹੜੇ ਵਿਸਮਿਕ ਹੁੰਦੇ ਆ? ਉਹ ਹੁੰਦੇ ਆ ਜੀ ਇੱਛਾਵਾਚਕ ਵਿਸਮਿਕ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ, ਇੱਛਾਵਾਚਕ ਵਿਸਮਿਕ। ਨੈਕਸਟ ਕੁਐਸਚਨ, ਹਾਂਜੀ ਇਹਦੀ ਅਸੀਂ ਦੇਖ ਲੈਂਦੇ ਆ ਐਗਜ਼ਾਮਪਲ, ਕਾਸ਼ ਮੇਰੇ ਕੋਲ ਵੀ ਗੱਡੀ ਹੁੰਦੀ। ਮਤਲਬ ਇੱਛਾ ਪ੍ਰਗਟ ਕਰ ਰਿਹਾ ਨਾ, ਤਾਂ ਉਹਨੂੰ ਕੀ ਅਸੀਂ ਬੋਲਦੇ ਆ? ਇੱਛਾਵਾਚਕ ਵਿਸਮਿਕ। ਨੈਕਸਟ ਕੁਐਸਚਨ, ਜਿਹੜੇ ਵਿਸਮਿਕ ਸੁਚੇਤ ਕਰਨ ਜਾਂ ਸੂਚਨਾ ਦੇਣ ਲਈ ਵਰਤੇ ਜਾਣ ਉਹ ਕਿਹੜੇ ਵਿਸਮਿਕ ਹੁੰਦੇ ਆ? ਹਾਂਜੀ, ਜਿਹੜੇ ਸੁਚੇਤ ਕਰਨ ਜਾਂ ਸੂਚਨਾ ਦੇਣ ਲਈ ਵਰਤੇ ਜਾਂਦੇ ਆ ਉਹ ਹੁੰਦੇ ਆ ਸੂਚਨਾਵਾਚਕ ਵਿਸਮਿਕ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਸੁਣੋ ਜੀ ਇਸ ਦੀ ਵੀ ਪੁਕਾਰ ਸੁਣੋ। ਮਤਲਬ ਕਿਸੇ ਦੇ ਲਈ ਇਹ ਕੀ ਆ? ਕਿਸੇ ਨੂੰ ਸੂਚਨਾ ਦੇਣ ਲਈ ਵਰਤੇ ਜਾਂਦੇ ਆ, ਸੁਚੇਤ ਕਰਨ ਲਈ ਵਰਤੇ ਜਾਂਦੇ ਆ। ਸੁਣੋ ਜੀ ਇਸ ਦੀ ਵੀ ਪੁਕਾਰ ਸੁਣੋ। ਨੈਕਸਟ, ਵਾਕ ਵਿੱਚ ਨਾਮ ਜਾਂ ਪੜਨਾਮ ਦਾ ਹੋਰਨਾਂ ਸ਼ਬਦਾਂ ਨਾਲ ਸੰਬੰਧ ਕਰਨ ਵਾਲੇ ਰੂਪਾਂ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਹੁਣ ਸਾਡਾ ਨਵਾਂ ਟੌਪਿਕ ਸ਼ੁਰੂ ਹੋ ਗਿਆ ਜਿਸ ਦਾ ਨਾਮ ਆ ਕਾਰਕ। ਠੀਕ ਹੈ, ਵਾਕ ਵਿੱਚ ਨਾਮ ਜਾਂ ਪੜਨਾਮ ਦਾ ਹੋਰਨਾਂ ਸ਼ਬਦਾਂ ਨਾਲ ਜਿਹੜੇ ਸੰਬੰਧ ਕਰਨ ਵਾਲੇ ਰੂਪ ਹੁੰਦੇ ਆ ਉਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਨੈਕਸਟ ਜੇ ਫੋਰ ਐਗਜ਼ਾਮਪਲ ਇਹ ਦੇਖ ਸਕਦੇ ਹੋ ਤੁਸੀਂ, ਨਾਮ ਆਇਆ ਹੋਇਆ ਨਾ, ਨਾਮ ਦਾ ਸੰਬੰਧ ਜਿਹੜਾ ਕਿਸੇ ਹੋਰ ਨਾਲ ਦਰਸਾਉਂਦਾ ਵਾ। ਇਹ ਹਰਮਨ ਦਾ ਭਰਾ ਹੈ, ਤਾਂ ਇਹ ਕੀ ਹੋ ਗਿਆ? ਇਹ ਹਰਮਨ ਦਾ ਭਰਾ ਹੈ, ਇਹ ਹੋ ਗਿਆ ਕਾਰਕ। ਇਹਦੇ ਵਿੱਚ ਜਿਹੜਾ ਦਾ ਵਾ ਉਹ ਕਾਰਕ ਦਾ ਕੰਮ ਕਰ ਰਿਹਾ ਵਾ, ਜਾਣੀ ਕਿ ਨਾਮ ਦਾ ਕਿਸੇ ਨਾਲ ਰਿਲੇਸ਼ਨ ਦਰਸਾ ਰਿਹਾ ਵਾ, ਤਾਂ ਦਾ ਦਰਸਾ ਰਿਹਾ ਵਾ। ਠੀਕ ਹੈ, ਹਰਮਨ ਦਾ ਭਰਾ ਹੈ ਇਹ ਦਰਸਾ ਰਿਹਾ ਨਾ ਦਾ, ਤਾਂ ਇਹਦੇ ਵਿੱਚ ਦਾ ਕਾਰਕ ਆ। ਨੈਕਸਟ, ਵਾਕ ਵਿੱਚ ਕਾਰਕ ਚਿੰਨ੍ਹ ਕਿੰਨਾ ਰਾਹੀਂ ਪ੍ਰਗਟ ਹੁੰਦੇ ਹਨ? ਹਾਂਜੀ, ਵਾਕ ਦੇ ਵਿੱਚ ਜਿਹੜੇ ਕਾਰਕ ਚਿੰਨ੍ਹ ਆ ਇਹ ਸੰਬੰਧਕਾਂ ਰਾਹੀਂ ਪ੍ਰਗਟ ਹੁੰਦੇ ਆ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਵਾਕ ਵਿੱਚ ਨਾਮ ਜਾਂ ਪੜਨਾਮ ਦਾ ਸੰਬੰਧ ਜਿਨ੍ਹਾਂ ਸੰਬੰਧਕਾਂ ਰਾਹੀਂ ਪ੍ਰਗਟ ਹੁੰਦਾ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਵਾਕ ਦੇ ਵਿੱਚ ਨਾਮ ਜਾਂ ਪੜਨਾਮ ਦਾ ਸੰਬੰਧ ਜਿਨ੍ਹਾਂ ਸੰਬੰਧਕਾਂ ਰਾਹੀਂ ਪ੍ਰਗਟ ਹੁੰਦਾ ਵਾ ਉਹਨਾਂ ਨੂੰ ਅਸੀਂ ਬੋਲਦੇ ਆ ਕਾਰਕ ਚਿੰਨ੍ਹ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਜਿਵੇਂ ਫੋਰ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਕਾਰਕ ਚਿੰਨ੍ਹ ਕਿਹੜੇ ਕਿਹੜੇ ਨੇ? ਨੂੰ, ਨਾਲ, ਰਾਹੀਂ, ਵਾਸਤੇ, ਤੋਂ, ਪਰ ਆਦਿ। ਮਤਲਬ ਜਿਹੜੇ ਨਾਮ ਜਾਂ ਪੜਨਾਮ ਆ ਕੇ
ਕਿਸੇ ਹੋਰ ਦਾ ਨਾਲ ਰਿਲੇਸ਼ਨ ਦੱਸਣ, ਉਹਨਾਂ ਨੂੰ ਅਸੀਂ ਬੋਲਦੇ ਆ ਕਾਰਕ। ਠੀਕ ਹੈ, ਕਾਰਕ ਕਿੰਨੀ ਤਰ੍ਹਾਂ ਦੇ ਹੁੰਦੇ ਆ? ਕਾਰਕ ਟੋਟਲ 8 ਤਰ੍ਹਾਂ ਦੇ ਹੁੰਦੇ ਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਤੇ ਮੈਂ ਨੋਟ ਕਰ ਦਿੱਤੇ ਹੋਏ ਨੇ 8, ਅਸੀਂ ਦੇਖ ਲੈਂਦੇ ਆ। ਕਰਤਾ ਕਾਰਕ, ਕਰਮ ਕਾਰਕ, ਕਰਨ ਕਾਰਕ, ਸੰਪਰਦਨ ਕਾਰਕ, ਆਪਾਦਾਨ ਕਾਰਕ, ਸੰਬੰਧ ਕਾਰਕ, ਅਧਿਕਰਨ ਕਾਰਕ, ਸੰਬੋਧਨ ਕਾਰਕ ਆਦਿ। ਨੈਕਸਟ ਕੁਐਸਚਨ, ਵਾਕ ਵਿੱਚ ਕੰਮ ਕਰਨ ਵਾਲੇ ਨਾਮ ਜਾਂ ਪੜਨਾਮ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਵਾਕ ਜਿਹੜਾ ਕੰਮ ਕਰਦਾ ਵਾ, ਜਾਂ ਨਾਮ ਹੋਵੇ ਜਾਂ ਫਿਰ ਪੜਨਾਮ ਹੋਵੇ, ਉਹਨੂੰ ਅਸੀਂ ਕਰਤਾ ਕਾਰਕ ਬੋਲਦੇ ਹਾਂ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਸੁਰਿੰਦਰ ਫੁੱਟਬਾਲ ਖੇਡਦਾ ਹੈ, ਤਾਂ ਇਹਦੇ ਵਿੱਚ ਵਾਕ ਵਿੱਚ ਨਾਮ ਕੰਮ ਕਰਨ ਵਾਲੇ ਨਾਮ ਜਾਂ ਪੜਨਾਮ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਵਾਕ ਦੇ ਵਿੱਚ ਚਾਹੇ ਨਾਮ ਕੰਮ ਕਰੇ ਜਾਂ ਪੜਨਾਮ ਕੰਮ ਕਰੇ ਤਾਂ ਉਸ ਨੂੰ ਅਸੀਂ ਕੀ ਬੋਲਦੇ ਹਾਂ? ਕਰਤਾ ਕਾਰਕ ਬੋਲਦੇ ਹਾਂ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ। ਫੋਰ ਐਗਜ਼ਾਮਪਲ, ਕਰਤਾ ਕਾਰਕ ਦੀ ਐਗਜ਼ਾਮਪਲ ਦੇਖ ਲਓ। ਸੁਰਿੰਦਰ ਫੁੱਟਬਾਲ ਖੇਡਦਾ ਹੈ। ਹੁਣ ਜਿਹੜਾ ਕੰਮ ਕੀ ਕਰ ਰਿਹਾ ਇਸ ਵਾਕ ਦੇ ਵਿੱਚ? ਸੁਰਿੰਦਰ ਕੰਮ ਕਰ ਰਿਹਾ। ਕੀ ਕਰ ਰਿਹਾ ਵਾ? ਖੇਡ ਰਿਹਾ ਵਾ। ਤਾਂ ਸੁਰਿੰਦਰ ਕੀ ਹੈ? ਇਸ ਦੇ ਵਿੱਚ ਕਰਤਾ ਕਾਰਕ ਆ। ਠੀਕ ਹੈ। ਨੈਕਸਟ ਕੁਐਸਚਨ, ਵਾਕ ਵਜੋਂ ਕਾਰਕ ਲੱਭਣ ਲਈ ਕਿਸ ਸਾਧਨ ਦੀ ਵਰਤੋਂ ਕੀਤੀ ਜਾਂਦੀ ਹੈ? ਹਾਂਜੀ, ਵਾਕ ਦੇ ਵਿੱਚੋਂ ਕਾਰਕ ਲੱਭਣ ਦੇ ਲਈ ਕਿਹੜੇ ਸਾਧਨ ਦੀ ਵਰਤੋਂ ਕੀਤੀ ਜਾਂਦੀ ਹੈ? ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਪ੍ਰਸ਼ਨ ਪੁੱਛ ਕੇ ਕੀਤੀ ਜਾਂਦੀ ਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਕੌਣ ਫੁੱਟਬਾਲ ਖੇਡਦਾ ਹੈ? ਠੀਕ ਹੈ, ਤਾਂ ਰਾਈਟ ਆਨਸਰ ਕੀ ਹੋਵੇਗਾ? ਸੁਰਿੰਦਰ। ਸੁਰਿੰਦਰ ਫੁੱਟਬਾਲ ਖੇਡਦਾ ਹੈ। ਸੁਰਿੰਦਰ ਕੀ ਸੀ? ਇਹਦੇ ਵਿੱਚ ਕਾਰਕ ਸੀ। ਨੈਕਸਟ ਕੁਐਸਚਨ, ਵਾਕ ਦੀ ਕਿਰਿਆ ਦਾ ਜਿਸ ਦਾ ਨਾਮ ਜਾਂ ਪੜਨਾਮ ਉੱਤੇ ਪ੍ਰਭਾਵ ਪਵੇ। ਹਾਂਜੀ, ਵਾਕ ਦੀ ਕਿਰਿਆ, ਸੌਰੀ ਇੱਥੇ ਮਿਸਟੇਕ ਆ, ਜਿਸ ਦਾ ਨਾਮ ਜਾਂ ਪੜਨਾਮ ਉੱਤੇ ਪ੍ਰਭਾਵ ਪਵੇ ਉਹ ਕਿਹੜਾ ਕਾਰਕ ਹੁੰਦਾ ਹੈ? ਉਹ ਹੁੰਦਾ ਹੈ ਕਰਮ ਕਾਰਕ। ਜਿਹੜਾ ਨਾਮ ਜਾਂ ਪੜਨਾਮ ਦੇ ਉੱਤੇ ਪ੍ਰਭਾਵ ਪਾਉਂਦਾ ਵਾ ਉਹ ਹੁੰਦਾ ਕਰਮ ਕਾਰਕ। ਠੀਕ ਹੈ। ਫੋਰ ਐਗਜ਼ਾਮਪਲ, ਕੁਲਜੀਤ ਨੂੰ ਰੋਟੀ ਦਿਓ। ਕੁਲਜੀਤ ਨੂੰ ਰੋਟੀ ਦਿਓ, ਇਹਦੇ ਵਿੱਚ ਰੋਟੀ ਕੀ ਆ? ਰੋਟੀ ਹੈਗਾ ਕਰਮ ਕਾਰਕ। ਠੀਕ ਹੈ, ਇਹਦਾ ਹੀ ਦੇਖੋ ਅੱਗੇ ਮੈਂ ਕੁਐਸਚਨ ਵੀ ਬਣਾਇਆ ਹੋਇਆ। ਰੋਟੀ ਕੀ ਆ? ਕਰਮ ਕਾਰਕ ਆ। ਤੇ ਕੁਲਜੀਤ ਕੀ ਆ? ਕਰਤਾ ਕਾਰਕ ਆ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਨਾਮ ਜਾਂ ਪੜਨਾਮ ਦੇ ਉੱਤੇ ਪ੍ਰਭਾਵ ਪਾਵੇ। ਹੁਣ ਰੋਟੀ ਪ੍ਰਭਾਵ ਪਾ ਰਹੀ ਹੈ ਨਾ ਨਾਮ ਉੱਤੇ, ਕੁਲਜੀਤ ਉੱਪਰ, ਤਾਂ ਉਹਨੂੰ ਅਸੀਂ ਬੋਲਦੇ ਆ ਕਰਮ ਕਾਰਕ। ਨੈਕਸਟ ਤੁਸੀਂ ਦੇਖ ਸਕਦੇ ਹੋ, ਉਹਨੇ ਬੋਲਿਆ ਕੁਲਜੀਤ ਨੂੰ ਰੋਟੀ ਦਿਓ। ਵਾਕ ਵਿੱਚ ਕਰਮ ਕਾਰਕ ਕਿਹੜਾ ਹੈ? ਕਰਮ ਕਾਰਕ ਕਿਹੜਾ ਹੈ? ਰੋਟੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਜੇ ਕਰਤਾ ਕਾਰਕ ਪੁੱਛ ਲੈਂਦਾ ਤਾਂ ਕੁਲਜੀਤ ਆਉਣਾ ਸੀ। ਠੀਕ ਹੈ। ਨੈਕਸਟ ਕੁਐਸਚਨ, ਵਾਕ ਦਾ ਕਰਤਾ ਜਿਸ ਨਾਮ ਜਾਂ ਪੜਨਾਮ ਨੂੰ ਸਾਧਨ ਬਣਾ ਕੇ ਕੰਮ ਕਰੇ ਉਹ ਕਿਹੜਾ ਕਾਰਕ ਹੁੰਦਾ ਹੈ? ਹਾਂਜੀ, ਵਾਕ ਦਾ ਜਿਹੜਾ ਕਰਤਾ ਵਾ, ਜੇ ਨਾਮ ਜਾਂ ਪੜਨਾਮ ਨੂੰ ਜਿਹੜੇ ਨੂੰ ਸਾਧਨ ਬਣਾ ਕੇ ਕੰਮ ਕਰਦਾ ਵਾ ਉਹ ਕਾਰਕ ਹੁੰਦਾ ਵਾ ਕਰਨ ਕਾਰਕ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਮੈਂ ਪੈਨ ਨਾਲ ਚਿੱਠੀ ਲਿਖੀ। ਮੈਂ ਪੈਨ ਨਾਲ ਚਿੱਠੀ ਲਿਖੀ, ਇਹਦੀ ਐਗਜ਼ਾਮਪਲ ਆ। ਇਸ ਦੇ ਵਿੱਚ ਕਰਨ ਕਾਰਕ ਕਿਹੜਾ ਹੋਇਆ? ਪੈਨ ਨਾਲ। ਪੈਨ ਨਾਲ ਲਿਖੀ ਹੈ ਨਾ ਉਹਨੇ, ਤਾਂ ਪੈਨ ਨਾਲ। ਨੈਕਸਟ, ਮੈਂ ਪੈਨ ਨਾਲ ਚਿੱਠੀ ਲਿਖੀ, ਵਾਕ ਵਿੱਚ ਕਰਨ ਕਾਰਕ ਕਿਹੜਾ ਵਾ? ਮੈਂ ਆਲਰੇਡੀ ਦੱਸ ਚੁੱਕੀ ਹਾਂ, ਪੈਨ ਨਾਲ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਵਾਕ ਦਾ ਕਰਤਾ ਜਿਸ ਨਾਮ ਜਾਂ ਪੜਨਾਮ ਲਈ ਕੰਮ ਕਰੇ ਉਹ ਕਿਹੜਾ ਕਾਰਕ ਹੁੰਦਾ ਹੈ? ਹਾਂਜੀ, ਵਾਕ ਦਾ ਕਰਤਾ ਜਿਸ ਨਾਮ ਜਾਂ ਪੜਨਾਮ ਦੇ ਲਈ ਕੰਮ ਕਰਦਾ ਵਾ ਤਾਂ ਉਹ ਸੰਪਰਦਾਨ ਕਾਰਕ ਹੁੰਦਾ ਵਾ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਭਗਤ ਸਿੰਘ ਨੇ ਦੇਸ਼ ਦੀ ਖਾਤਰ ਜਾਨ ਕੁਰਬਾਨ ਕਰ ਦਿੱਤੀ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਤਾਂ ਇਸ ਦੇ ਵਿੱਚ ਦੇਸ਼ ਦੀ ਖਾਤਰ ਕੀ ਆ? ਦੇਸ਼ ਦੀ ਕੀ ਆ? ਦੇਸ਼ ਦੀ ਜਿਹੜਾ ਆ ਗਿਆ ਨਾ ਇਹਦੇ ਵਿੱਚ, ਇਹ ਹੈਗਾ ਵਾ ਸੰਪਰਦਨ ਕਾਰਕ। ਸੰਪਰਦਨ ਕਾਰਕ ਕਿਹੜਾ ਹੁੰਦਾ? ਜਿਹੜਾ ਪੜਨਾਮ ਲਈ ਜਾਂ ਨਾਮ ਲਈ ਕੰਮ ਕਰਦਾ ਵਾ। ਠੀਕ ਹੈ, ਤਾਂ ਭਗਤ ਸਿੰਘ ਨੇ ਦੇਸ਼ ਦੀ ਖਾਤਰ ਜਾਨ ਕੁਰਬਾਨ ਕਰ ਦਿੱਤੀ ਵਿੱਚ ਸੰਪਰਦਨ ਕਾਰਕ ਕਿਹੜਾ? ਮੈਂ ਆਲਰੇਡੀ ਦੱਸ ਚੁੱਕੀ ਹਾਂ, ਦੇਸ਼ ਦੀ ਖਾਤਰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ। ਵਾਕ ਵਿੱਚ ਜਿਸ ਨਾਮ ਜਾਂ ਪੜਨਾਮ ਤੋਂ ਕਿਰਿਆ ਦਾ ਕੰਮ ਸ਼ੁਰੂ ਹੋਣ ਜਾਂ ਵੱਖ ਹੋਣ ਦਾ ਪਤਾ ਲੱਗੇ ਉਹ ਕਿਹੜਾ ਕਾਰਕ ਹੁੰਦਾ ਹੈ? ਹਾਂਜੀ, ਵਾਕ ਦੇ ਵਿੱਚ ਨਾਮ ਜਾਂ ਪੜਨਾਮ ਤੋਂ ਕਿਰਿਆ ਦਾ ਕੰਮ ਸ਼ੁਰੂ ਹੋਣ ਜਾਂ ਵੱਖ ਹੋਣ ਦਾ ਜਿਹਦੇ ਤੋਂ ਪਤਾ ਲੱਗਦਾ ਵਾ ਉਹ ਕਾਰਕ ਹੁੰਦਾ ਵਾ ਆਪਾਦਾਨ ਕਾਰਕ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਦੇਖੋ ਕੀ ਬੋਲਿਆ ਉਹਨੇ, ਇਸ ਗੱਲ ਦਾ ਧਿਆਨ ਰੱਖੋ ਕਿ ਨਾਮ ਪੜਨਾਮ ਤੋਂ ਕਿਰਿਆ ਦੇ ਸ਼ੁਰੂ ਹੋਣ ਦਾ ਪਤਾ ਲੱਗੇ ਜਦੋਂ। ਫੋਰ ਐਗਜ਼ਾਮਪਲ, ਸੁਰਜੀਤ ਸਿੰਘ ਸਕੂਲੋਂ ਨਹੀਂ ਆਇਆ। ਸੌਰੀ ਇੱਥੇ ਮਿਸਟੇਕ ਆ, ਸੁਰਜੀਤ ਸਿੰਘ ਸਕੂਲੋਂ ਨਹੀਂ ਆਇਆ। ਵਾਕ ਵਿੱਚ ਆਪਾਦਾਨ ਕਾਰਕ ਕਿਹੜਾ ਹੈ? ਹਾਂਜੀ, ਇਸ ਵਾਕ ਦੇ ਵਿੱਚ ਆਪਾਦਾਨ ਕਾਰਕ ਆ ਕਿਹੜਾ ਵਾ? ਸਕੂਲੋਂ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਇਹ ਆਪਾਦਾਨ ਕਾਰਕ ਆ। ਨੈਕਸਟ ਕੁਐਸਚਨ,
ਵਾਕ ਵਿੱਚ ਜਿਸ ਨਾਮ ਜਾਂ ਪੜਨਾਮ ਦਾ ਦੂਜੇ ਨਾਮ ਜਾਂ ਪੜਨਾਮ ਉੱਤੇ ਮਾਲਕੀ ਸੰਬੰਧ ਹੋਵੇ। ਹਾਂਜੀ, ਨਾਮ ਜਾਂ ਪੜਨਾਮ ਦਾ ਕਿਸੇ ਦੂਜੇ ਨਾਮ ਜਾਂ ਪੜਨਾਮ ਉੱਤੇ ਮਾਲਕੀ ਸੰਬੰਧ ਹੋਵੇ, ਉਹ ਕਿਹੜਾ ਕਾਰਕ ਹੁੰਦਾ ਹੈ? ਉਹ ਹੁੰਦਾ ਹੈ ਸੰਬੰਧ ਕਾਰਕ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਇਹ ਸੁਰਜੀਤ ਦੀ ਕੋਠੀ ਹੈ। ਇਹ ਸੁਰਜੀਤ ਦੀ ਕੋਠੀ ਹੈ, ਮਤਲਬ ਕਿਸੇ ਨਾਮ ਦਾ ਮਾਲਕੀ ਸੰਬੰਧ ਆ ਗਿਆ ਕਿਸੇ ਚੀਜ਼ ਦੇ ਨਾਲ, ਤਾਂ ਮਤਲਬ ਕੀ ਹੈ? ਸੁਰਜੀਤ ਉਸ ਦਾ ਮਾਲਕ ਆ ਕੋਠੀ ਦਾ। ਇਹ ਸੁਰਜੀਤ ਦੀ ਕੋਠੀ ਹੈ ਤਾਂ ਸੁਰਜੀਤ ਦੀ ਕੀ ਹੋਇਆ? ਸੰਬੰਧ ਕਾਰਕ ਹੋ ਗਿਆ ਇਹਦੇ ਵਿੱਚ। ਇਹ ਸੁਰਜੀਤ ਦੀ ਕੋਠੀ ਹੈ, ਬਾਕ ਵਿੱਚ ਸੰਬੰਧ ਕਾਰਕ ਦੱਸੋ। ਹਾਂਜੀ, ਮੈਂ ਆਲਰੇਡੀ ਦੱਸ ਚੁੱਕੀ ਹਾਂ ਸੁਰਜੀਤ ਦੀ ਕੋਠੀ ਮਤਲਬ ਸੁਰਜੀਤ ਦੀ, ਇਹਦੇ ਵਿੱਚ ਕੀ ਆ? ਸੰਬੰਧ ਕਾਰਕ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਬਾਕ ਵਿੱਚ ਕਿਰਿਆ ਦਾ ਕੰਮ ਜਿਸ ਨਾਮ ਜਾਂ ਪੜਨਾਮ ਦੇ ਆਸਰੇ ਜਾਂ ਜਿਸ ਥਾਂ ਹੋਵੇ, ਉਹ ਕਿਹੜਾ ਕਾਰਕ ਹੈ? ਹਾਂਜੀ, ਬਾਕ ਦੇ ਵਿੱਚ ਕਿਰਿਆ ਦਾ ਕੰਮ ਜਿਸ ਨਾਮ ਜਾਂ ਪੜਨਾਮ ਦੇ ਆਸਰੇ ਜਿਸ ਥਾਂ ਉੱਤੇ ਹੋਵੇ, ਉਹ ਹੁੰਦਾ ਅਧਿਕਰਨ ਕਾਰਕ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਤੁਸੀਂ ਦੇਖ ਸਕਦੇ ਹੋ, ਫੋਰ ਐਗਜ਼ਾਮਪਲ ਛੱਤ ਉੱਤੇ ਪੜੋ, ਬਾਕ ਵਿੱਚ ਅਧਿਕਰਨ ਕਾਰਕ ਕਿਹੜਾ ਹੋਊਗਾ? ਛੱਤ ਉੱਤੇ ਪੜੋ ਦਾ ਵਿੱਚ ਹੈਗਾ ਵਾ ਛੱਤ ਉੱਤੇ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ। ਨੈਕਸਟ ਕੁਐਸਚਨ, ਜਿਸ ਵਾਕ ਵਿੱਚ ਨਾਮ ਜਾਂ ਪੜਨਾਮ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਵੇ, ਜਿਸ ਵਾਕ ਨੂੰ ਨਾਮ ਜਾਂ ਪੜਨਾਮ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਵੇ, ਉਹ ਕਿਹੜਾ ਕਾਰਕ ਹੁੰਦਾ ਹੈ? ਹਾਂਜੀ, ਉਹ ਕਾਰਕ ਹੁੰਦਾ ਹੈ ਸੰਬੋਧਨ ਕਾਰਕ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ, ਓਏ ਉੱਲੂ ਆ ਸੋਚ ਸਮਝ ਕੇ ਕੰਮ ਕਰ, ਵਾਕ ਵਿੱਚ ਸੰਬੋਧਨੀ ਕਾਰਕ ਕਿਹੜਾ ਹੋਇਆ? ਓਏ ਉੱਲੂ ਆ। ਠੀਕ ਹੈ, ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਕਿਹੜਾ ਆਨਸਰ ਹੈ ਇਹਦੇ ਵਿੱਚ? ਆਪਸ਼ਨ ਨੰਬਰ ਬੀ। ਹਾਂਜੀ, ਇਹ ਸੀ ਸਾਡਾ ਕੰਪਲੀਟ ਪੰਜਾਬੀ ਗ੍ਰਾਮਰ ਦਾ। ਨਾਮ ਤੋਂ ਲੈ ਕੇ ਅਸੀਂ ਟੋਟਲ 9 ਟੌਪਿਕ ਕੰਪਲੀਟ ਕੀਤੇ ਆ ਜਿਹੜੇ ਕਿ ਇੰਪੋਰਟੈਂਟ ਆ ਤੁਹਾਡੇ ਲਈ। ਵਿਆਕਰਨ ਦਾ ਪਾਰਟ 11 ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ, ਅਸੀਂ ਹੁਣ ਤੱਕ ਪੰਜਾਬੀ ਵਿਆਕਰਨ ਦੇ 9 ਟੌਪਿਕ ਕੰਪਲੀਟ ਕਰ ਲਏ ਨੇ ਤੇ ਅੱਜ ਸਾਡੇ ਕੁਝ ਨਵੇਂ ਟੌਪਿਕ ਸਟਾਰਟ ਹੋਣ ਜਾ ਰਹੇ ਨੇ ਪਾਰਟ 11 ਦੇ ਵਿੱਚ। ਪਾਰਟ 10 ਤੱਕ ਅਸੀਂ ਨਾਮ ਤੋਂ ਲੈ ਕੇ 9 ਟੌਪਿਕ ਕੰਪਲੀਟ ਕੀਤੇ ਨੇ ਤੇ ਹੁਣ ਨੈਕਸਟ ਪਾਰਟ ਦੇ ਵਿੱਚ ਅਸੀਂ ਭਾਸ਼ਾ, ਪੰਜਾਬੀ ਭਾਸ਼ਾ, ਲਿਪੀ, ਗੁਰਮੁਖੀ ਲਿਪੀ, ਮੁਹਾਵਰੇ, ਇਹ ਸਾਰੇ ਟੌਪਿਕ ਐਕਸਪਲੇਨ ਕਰਾਂਗੇ। ਤੇ ਇਹ ਟੌਪਿਕ ਤੁਹਾਡੇ ਲਈ ਕਿੰਨੇ ਜ਼ਿਆਦਾ ਇੰਪੋਰਟੈਂਟ ਨੇ ਤੁਸੀਂ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਆਪਣਾ ਸਿਲੇਬਸ। ਜਿਹੜੇ ਵੀ ਸਟੂਡੈਂਟ ਫੋਰੈਸਟ ਗਾਰਡ, ਵੀਡੀਓ, ਕਲਰਕ, ਐਕਸਾਈਜ਼ ਅਤੇ ਟੈਕਸ ਇੰਸਪੈਕਟਰ ਜਾਂ ਫਿਰ ਸਰਵੇਅਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਉਹਨਾਂ ਦੇ ਲਈ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ, ਕਿਉਂਕਿ ਤੁਸੀਂ ਆਪਣਾ ਸਿਲੇਬਸ ਚੈੱਕ ਕਰਕੇ ਵੀ ਦੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ। ਤਾਂ ਇੱਕ ਵੀ ਕੁਐਸਚਨ ਨਾ ਮਿਸ ਕਰਨਾ, ਕਿਉਂਕਿ ਕੁਐਸਚਨ ਐਗਜ਼ਾਮ ਦੇ ਵਿੱਚ ਕਿਸੇ ਵੀ ਤਰ੍ਹਾਂ ਘੁਮਾ ਫਿਰਾ ਕੇ ਆ ਸਕਦਾ ਵਾ। ਠੀਕ ਹੈ ਜੀ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਆਪਣੀ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਕੁਐਸਚਨ ਨੰਬਰ 1, ਭਾਵਾਂ ਦੇ ਪ੍ਰਗਟਾਵੇ ਦੇ ਸੰਚਾਰ ਸਾਧਨ ਨੂੰ ਕੀ ਕਹਿੰਦੇ ਹਨ? ਹਾਂਜੀ, ਭਾਵਾਂ ਦੇ ਪ੍ਰਗਟਾਵੇ ਦੇ ਸੰਚਾਰ ਸਾਧਨ ਨੂੰ ਕੀ ਕਹਿੰਦੇ ਆ? ਇਸ ਨੂੰ ਕਹਿੰਦੇ ਆ ਜੀ ਭਾਸ਼ਾ। ਠੀਕ ਹੈ। ਭਾਸ਼ਾ ਅਤੇ ਪੰਜਾਬੀ ਭਾਸ਼ਾ, ਵਿਆਕਰਨ, ਵਰਨਬੋਧ, ਗੁਰਮੁਖੀ ਲਿਪੀ, ਵਰਨਮਾਲਾ, ਸ਼ਬਦਬੋਧ, ਸ਼ਬਦ ਰਚਨਾ, ਉਤਪੰਨ ਸ਼ਬਦ, ਗੇਤਰ, ਪਿਛੇਤਰ, ਅਰਥਬੋਧ, ਇਹ ਸਾਰਾ ਕੁਝ ਹੀ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਨ ਵਾਲੇ ਹਾਂ। ਅਲੱਗ-ਅਲੱਗ ਪਾਰਟਸ ਦੇ ਵਿੱਚ ਹੀ ਕਰਾਂਗੇ ਵੈਸੇ ਤਾਂ, ਪਰ ਇਹ ਪਾਰਟਸ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੇ ਨੇ, ਜਾਂ ਫਿਰ ਇਹ ਕਹਿ ਸਕਦੇ ਹਾਂ ਅਸਲੀ ਪੰਜਾਬੀ ਗ੍ਰਾਮਰ ਤਾਂ ਤੁਹਾਡੀ ਹੁਣ ਸਟਾਰਟ ਹੋਈ ਆ। ਠੀਕ ਹੈ। ਜਿਹਦੇ ਵਿੱਚ ਅਸੀਂ ਆਪਣੇ ਭਾਵ ਪ੍ਰਗਟ ਕਰਦੇ ਹਾਂ, ਆਪਣੀ ਫੀਲਿੰਗਸ ਪ੍ਰਗਟ ਕਰਦੇ ਹਾਂ, ਤੇ ਉਹਦਾ ਜਿਹੜਾ ਸੰਚਾਰ ਸਾਧਨ ਆ ਉਸ ਨੂੰ ਅਸੀਂ ਭਾਸ਼ਾ ਬੋਲਦੇ ਹਾਂ। ਠੀਕ ਹੈ। ਨੈਕਸਟ ਕੁਐਸਚਨ, ਭਾਸ਼ਾ ਦੀਆਂ ਕਿੰਨੀਆਂ ਕਿਸਮਾਂ ਹਨ? ਹਾਂਜੀ, ਭਾਸ਼ਾ ਕਿੰਨੇ ਤਰ੍ਹਾਂ ਦੀ ਹੁੰਦੀ ਆ? ਭਾਸ਼ਾ 2 ਤਰ੍ਹਾਂ ਦੀ ਹੁੰਦੀ ਆ। ਇੱਕ ਹੁੰਦੀ ਆ ਮੌਖਿਕ ਭਾਸ਼ਾ ਤੇ ਦੂਜੀ ਹੁੰਦੀ ਆ ਲਿਖਤੀ ਭਾਸ਼ਾ। ਮੌਖਿਕ ਭਾਸ਼ਾ ਕਿਹੜੀ ਹੁੰਦੀ ਆ? ਜਿਹਦੇ ਵਿੱਚ ਅਸੀਂ ਆਪਣੇ ਭਾਵਾਂ ਨੂੰ ਬੋਲ ਚਾਲ ਕੇ ਪ੍ਰਗਟ ਕਰਦੇ ਹਾਂ, ਬੋਲ ਕੇ ਪ੍ਰਗਟ ਕਰਦੇ ਹਾਂ। ਠੀਕ ਹੈ। ਲਿਖਤੀ ਦੇ ਵਿੱਚ ਕੀ ਅਸੀਂ ਆਪਦੇ ਭਾਵ ਆ ਜਿਹੜੇ ਉਹ ਲਿਖ ਕੇ ਪ੍ਰਗਟ ਕਰਦੇ ਹਾਂ। ਠੀਕ ਹੈ। ਅੱਗੇ ਇਹਨਾਂ ਨੂੰ ਅਸੀਂ 1 by 1 MCQ ਦੇ ਵਿੱਚ ਹੀ ਡਿਸਕਸ ਕਰਾਂਗੇ। ਜਿਹੜੀ ਭਾਸ਼ਾ ਬੱਚਾ ਆਪਣੇ ਘਰ, ਪਰਿਵਾਰ ਅਤੇ ਆਪਣੇ ਮਾਂ-ਬਾਪ ਤੋਂ ਸਿੱਖਦਾ ਵਾ, ਉਹ ਕਿਹੜੀ ਭਾਸ਼ਾ ਹੁੰਦੀ ਆ? ਹਾਂਜੀ, ਜਿਹੜੀ ਭਾਸ਼ਾ ਬੱਚਾ ਆਪਣੇ ਘਰ, ਪਰਿਵਾਰ, ਮਾਂ-ਬਾਪ ਤੋਂ ਸਿੱਖਦਾ ਉਹ ਮਾਤ ਭਾਸ਼ਾ ਹੁੰਦੀ ਆ। ਠੀਕ ਹੈ। ਤੇ ਨੈਕਸਟ ਕੁਐਸਚਨ ਹੈ ਜੀ, ਜਿਸ ਭਾਸ਼ਾ ਦੀ ਵਰਤੋਂ ਸਰਕਾਰੀ ਕੰਮਕਾਜਾਂ, ਮੀਡੀਆ ਦੇ ਖੇਤਰ ਦੇ ਵਿੱਚ, ਸਿੱਖਿਆ ਦੇ ਖੇਤਰ ਦੇ ਵਿੱਚ ਹੋਵੇ, ਉਹ ਕਿਹੜੀ ਭਾਸ਼ਾ ਹੁੰਦੀ ਆ? ਉਹ ਹੁੰਦੀ ਹੈ ਜੀ ਲਿਖਤੀ ਭਾਸ਼ਾ। ਠੀਕ ਹੈ। ਜਿਸ ਨੂੰ ਅਸੀਂ ਬੋਲਦੇ ਹਾਂ ਟਕਸਾਲੀ ਭਾਸ਼ਾ।
ਤੇ ਦੇਖੋ ਇੱਕ ਹੁੰਦੀ ਆ ਮੌਖਿਕ ਭਾਸ਼ਾ, ਇੱਕ ਹੁੰਦੀ ਆ ਲਿਖਤੀ ਭਾਸ਼ਾ। ਮੌਖਿਕ ਕਿਹੜੀ ਹੁੰਦੀ ਆ, ਅਸੀਂ ਬੋਲਚਾਲ ਦੀ ਭਾਸ਼ਾ ਨੂੰ ਕਹਿੰਦੇ ਆ ਮੌਖਿਕ, ਜਾਣੀ ਕਿ ਇਸ ਵਿੱਚ ਮਨੁੱਖ ਆਪਣੇ ਭਾਵਾਂ ਨੂੰ ਬੋਲ ਕੇ ਪ੍ਰਗਟ ਕਰਦਾ। ਲਿਖਤੀ ਭਾਸ਼ਾ ਦੇ ਵਿੱਚ ਮਨੁੱਖ ਆਪਣੇ ਭਾਵਾਂ ਨੂੰ ਲਿਖ ਕੇ ਪ੍ਰਗਟ ਕਰਦਾ, ਤੇ ਇਹਨੂੰ ਹੀ ਅਸੀਂ ਟਕਸਾਲੀ ਭਾਸ਼ਾ ਬੋਲਦੇ ਆ। ਠੀਕ ਹੈ ਜੀ, ਵੈਰੀ ਵੈਰੀ ਇੰਪੋਰਟੈਂਟ। ਨੈਕਸਟ ਕੁਐਸਚਨ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਆ, ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਆ? ਹਾਂਜੀ, ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਆ? ਮਾਝੀ ਆ। ਨੈਕਸਟ ਕੁਐਸਚਨ, ਇਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਇਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਉਪਭਾਸ਼ਾ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ, ਜ਼ਿਲ੍ਹਾ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਇਲਾਕੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ? ਹਾਂਜੀ, ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਮਾਝੀ ਭਾਸ਼ਾ ਬੋਲੀ ਜਾਂਦੀ ਹੈ। ਨੈਕਸਟ ਕੁਐਸਚਨ, ਦੁਆਬੀ ਭਾਸ਼ਾ ਕਿਹੜੇ ਖੇਤਰ ਦੇ ਵਿੱਚ ਬੋਲੀ ਜਾਂਦੀ ਹੈ? ਠੀਕ ਹੈ, ਦੁਆਬੀ ਭਾਸ਼ਾ ਪੁੱਛਿਆ ਗਿਆ ਉਹਨਾਂ ਨੇ ਕਿ ਕਿਹੜੇ ਖੇਤਰ ਦੇ ਵਿੱਚ ਬੋਲੀ ਜਾਂਦੀ ਹੈ? ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਵਿੱਚ ਬੋਲੀ ਜਾਂਦੀ ਹੈ ਦੁਆਬੀ ਭਾਸ਼ਾ, ਇਹ ਤੁਸੀਂ ਯਾਦ ਰੱਖਣਾ। ਨੈਕਸਟ, ਵਾਵੇ ਦੀ ਥਾਂ ਬੱਬੇ ਦੀ ਵਰਤੋਂ ਕਿਸ ਇਲਾਕੇ ਦੇ ਵਿੱਚ ਕੀਤੀ ਜਾਂਦੀ ਹੈ? ਵੈਰੀ ਵੈਰੀ ਇੰਪੋਰਟੈਂਟ। ਹਾਂਜੀ, ਵਾਵੇ ਦੀ ਥਾਂ ਬੱਬੇ ਦੀ ਵਰਤੋਂ ਕਿਹੜੇ ਇਲਾਕੇ ਦੇ ਵਿੱਚ ਕੀਤੀ ਜਾਂਦੀ ਹੈ? ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਦੁਆਬੇ ਦੇ ਵਿੱਚ। ਠੀਕ ਹੈ। ਨੈਕਸਟ ਕੁਐਸਚਨ, ਜ਼ਿਲ੍ਹਾ ਫਿਰੋਜ਼ਪੁਰ, ਬਠਿੰਡਾ, ਲੁਧਿਆਣਾ, ਸੰਗਰੂਰ ਅਤੇ ਪਟਿਆਲਾ ਦੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਆ? ਹਾਂਜੀ, ਫਿਰੋਜ਼ਪੁਰ, ਬਠਿੰਡਾ, ਲੁਧਿਆਣਾ, ਸੰਗਰੂਰ ਅਤੇ ਪਟਿਆਲਾ ਦੇ ਵਿੱਚ ਮਲਵਈ ਬੋਲੀ ਜਾਂਦੀ ਆ। ਠੀਕ ਹੈ। ਨੈਕਸਟ ਕੁਐਸਚਨ, ਦਾ, ਦੇ, ਦੀ ਦੀਆਂ ਸੰਬੰਧਕ ਕਿਹੜੀ ਉਪਭਾਸ਼ਾ ਵਿੱਚ ਕਾ, ਕੇ, ਕੀ ਹੋ ਜਾਂਦੇ ਹਨ? ਜਾਣੀ ਕਿ ਕਿਹੜੀ ਉਪਭਾਸ਼ਾ ਦੇ ਵਿੱਚ ਦਾ ਕਾ ਬਣ ਜਾਂਦਾ, ਦੇ ਦਾ ਕੀ ਕੇ ਬਣ ਜਾਂਦਾ, ਦੀ ਦਾ ਕੀ ਬਣ ਜਾਂਦਾ, ਦੀਆਂ ਦਾ ਕੀਆਂ ਬਣ ਜਾਂਦਾ? ਇਹ ਬਣ ਜਾਂਦਾ ਮਲਵਈ ਦੇ ਵਿੱਚ। ਠੀਕ ਹੈ। ਨੈਕਸਟ ਕੁਐਸਚਨ, ਪੋਠੋਹਾਰੀ ਉਪਭਾਸ਼ਾ ਕਿੱਥੇ ਬੋਲੀ ਜਾਂਦੀ ਹੈ? ਹਾਂਜੀ, ਪੋਠੋਹਾਰੀ ਉਪਭਾਸ਼ਾ ਕਿੱਥੇ ਬੋਲੀ ਜਾਂਦੀ ਆ? ਪਾਕਿਸਤਾਨੀ ਪੰਜਾਬ ਦੇ ਪਹਾੜੀ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਆ। ਪਾਕਿਸਤਾਨੀ ਪੰਜਾਬ ਦੇ ਪਹਾੜੀ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਆ ਪੋਠੋਹਾਰੀ ਉਪਭਾਸ਼ਾ। ਨੈਕਸਟ ਕੁਐਸਚਨ, ਆਵਾਂਗਾ ਸ਼ਬਦ ਲਈ ਪੋਠੋਹਾਰੀ ਉਪਭਾਸ਼ਾ ਵਿੱਚ ਕਿਹੜਾ ਸ਼ਬਦ ਹੈ? ਹਾਂਜੀ, ਆਵਾਂਗੇ ਸ਼ਬਦ ਨੂੰ ਪੋਠੋਹਾਰੀ ਦੇ ਵਿੱਚ ਕੀ ਬੋਲਦੇ ਆ? ਅਸ਼ਸ਼ੀ। ਠੀਕ ਹੈ, ਵੈਰੀ ਵੈਰੀ ਇੰਪੋਰਟੈਂਟ ਹੈ। ਨੈਕਸਟ ਕੁਐਸਚਨ, ਮੁਲਤਾਨੀ ਉਪਭਾਸ਼ਾ ਪਾਕਿਸਤਾਨ ਦੇ ਕਿਹੜੇ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਆ? ਹਾਂਜੀ, ਮੁਲਤਾਨੀ ਉਪਭਾਸ਼ਾ ਵਾ ਜਿਹੜੀ ਇਹ ਪਾਕਿਸਤਾਨ ਦੇ ਕਿਹੜੇ ਕਿਹੜੇ ਖੇਤਰ ਦੇ ਵਿੱਚ ਬੋਲੀ ਜਾਂਦੀ ਆ? ਇਹ ਬੋਲੀ ਜਾਂਦੀ ਆ ਮੁਲਤਾਨ ਅਤੇ ਮੁਜ਼ੱਫਰਗੜ੍ਹ ਦੇ ਵਿੱਚ। ਨੈਕਸਟ ਕੁਐਸਚਨ, ਮੁੰਡਾ ਸ਼ਬਦ ਲਈ ਮੁਲਤਾਨੀ ਵਿੱਚ ਕਿਹੜਾ ਸ਼ਬਦ ਹੈ? ਹਾਂਜੀ, ਮੁੰਡਾ ਸ਼ਬਦ ਨੂੰ ਮੁਲਤਾਨੀ ਭਾਸ਼ਾ ਦੇ ਵਿੱਚ ਕੀ ਬੋਲਦੇ ਆ? ਸ਼ੌਹਰ ਬੋਲਦੇ ਆ। ਠੀਕ ਹੈ। ਨੈਕਸਟ ਕੁਐਸਚਨ, ਵਿਆਕਰਨ ਤੋਂ ਕੀ ਭਾਵ ਹੈ? ਹਾਂਜੀ, ਹੁਣ ਸਾਡੇ ਵਿਆਕਰਨ ਦੇ ਨਾਲ ਰਿਲੇਟਡ ਕੁਐਸਚਨ ਸਟਾਰਟ ਹੋ ਗਏ। ਵਿਆਕਰਨ ਤੋਂ ਕੀ ਭਾਵ ਹੈ? ਵਿਆਕਰਨ ਦਾ ਅਰਥ ਹੈ ਵਿਸ਼ਲੇਸ਼ਣ ਕਰਨਾ, ਜੋੜ ਖੋਲਣਾ ਜਾਂ ਕਿਸੇ ਸਮੂਹ ਦੇ ਅੰਗਾਂ ਨੂੰ ਵੱਖ ਕਰਨਾ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਵਿਆਕਰਨ ਦਾ ਭਾਵ ਹੁੰਦਾ ਵਾ, ਵਿਆਕਰਨ ਦਾ ਅਰਥ ਹੁੰਦਾ ਵਾ ਵਿਸ਼ਲੇਸ਼ਣ ਕਰਨਾ, ਜੋੜ ਖੋਲਣਾ ਜਾਂ ਕਿਸੇ ਸਮੂਹ ਦੇ ਅੰਗਾਂ ਨੂੰ ਵੱਖ ਕਰਨਾ। ਠੀਕ ਹੈ। ਨੈਕਸਟ ਕੁਐਸਚਨ, ਵਿਆਕਰਨ ਦੇ ਮੁੱਖ ਕਿੰਨੇ ਭਾਗ ਹਨ? ਹਾਂਜੀ, ਵਿਆਕਰਨ ਦੇ ਮੁੱਖ ਤੌਰ ਤੇ 3 ਭਾਗ ਹੁੰਦੇ ਆ। ਕਿੰਨੇ ਹੁੰਦੇ ਆ? 3 ਭਾਗ। ਕਿਹੜੇ ਕਿਹੜੇ ਹੁੰਦੇ ਆ? ਵਰਨਬੋਧ, ਸ਼ਬਦਬੋਧ, ਵਾਕਬੋਧ। ਠੀਕ ਹੈ। ਨੈਕਸਟ ਅਸੀਂ ਕੁਐਸਚਨ ਦੇ ਵਿੱਚ 1 ਬਾਈ 1 ਡਿਸਕਸ ਕਰਦੇ ਹਾਂ। ਵਰਨਬੋਧ ਤੋਂ ਕੀ ਭਾਵ ਹੈ? ਹਾਂਜੀ, ਵਰਨਬੋਧ ਤੋਂ ਕੀ ਭਾਵ ਹੈ? ਪਹਿਲਾਂ ਦੇਖੋ, ਬੋਧ ਦਾ ਅਰਥ ਹੁੰਦਾ ਜਾਣਕਾਰੀ ਅਤੇ ਵਰਨ ਦਾ ਅਰਥ ਹੁੰਦਾ ਅੱਖਰ ਜਾਂ ਧੁਨੀ। ਤਾਂ ਵਰਨਬੋਧ ਤੋਂ ਭਾਵ ਹੋਇਆ ਅੱਖਰਾਂ ਦੀ ਜਾਣਕਾਰੀ। ਠੀਕ ਹੈ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਪੰਜਾਬੀ ਵਰਨਮਾਲਾ ਵਿੱਚ ਕੁੱਲ ਕਿੰਨੇ ਅੱਖਰ ਹਨ? ਹਾਂਜੀ, ਪੰਜਾਬੀ ਵਰਨਮਾਲਾ ਦੇ ਵਿੱਚ ਟੋਟਲ 41 ਅੱਖਰ ਆ। 6 ਅੱਖਰ ਅਸੀਂ ਬਾਅਦ ਦੇ ਵਿੱਚ ਜੋੜੇ ਸੀਗੇ। ਪਹਿਲਾਂ ਜੇਕਰ ਤੁਹਾਨੂੰ ਕੁਐਸਚਨ ਆ ਜੇ ਕਿ ਪੰਜਾਬੀ ਵਰਨਮਾਲਾ ਦੇ ਵਿੱਚ ਕੁੱਲ ਕਿੰਨੇ ਅੱਖਰ ਆ, ਬਟ 41 ਦੀ ਤੁਹਾਡੇ ਕੋਲ ਆਪਸ਼ਨ ਨਾ ਹੋਵੇ, ਆਪਸ਼ਨ 35 ਦੀ ਹੋਵੇ ਤਾਂ ਤੁਸੀਂ 35 ਲਗਾਓਗੇ। ਠੀਕ ਹੈ। ਤੇ 6 ਅੱਖਰ ਕਿਉਂਕਿ ਅਸੀਂ ਬਾਅਦ ਵਿੱਚ ਜੋੜੇ ਸੀਗੇ, ਪਹਿਲਾਂ 35 ਅੱਖਰ ਸੀ, ਇਹਨੂੰ 35 ਅੱਖਰੀ ਵੀ ਬੋਲਿਆ ਜਾਂਦਾ। ਤੇ ਜਿਹੜੇ 6 ਅੱਖਰ ਬਾਅਦ ਚ ਜੋੜੇ ਉਹ ਕਿਹੜੇ ਸੀਗੇ? ਬਿੰਦੀ ਵਾਲੇ ਜੋੜੇ ਸੀ, ਜਿਵੇਂ ਸੱਸੇ ਪੈਰ ਬਿੰਦੀ। ਠੀਕ ਹੈ, ਇਸ ਤਰ੍ਹਾਂ ਖੱਖੇ ਪੈਰ ਬਿੰਦੀ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਪੰਜਾਬੀ ਵਰਨਮਾਲਾ ਵਿੱਚ ਕੁੱਲ ਕਿੰਨੇ ਸਵਰ ਹਨ? ਹਾਂਜੀ, ਸਵਰ ਪੰਜਾਬੀ ਵਰਨਮਾਲਾ ਦੇ ਵਿੱਚ ਕੁੱਲ ਟੋਟਲ ਕਿੰਨੇ ਸਵਰ ਆ? ਪੰਜਾਬੀ ਵਰਨਮਾਲਾ ਦੇ ਵਿੱਚ 3 ਸਵਰ ਆ। ਕਿਹੜੇ ਕਿਹੜੇ ਆ? ਊੜਾ, ਆੜਾ
ਤੇ ਈੜੀ, ਇਹ ਤਿੰਨ ਸਵਰ ਆ ਜਿਹੜੇ ਪੰਜਾਬੀ ਵਰਣਮਾਲਾ ਦੇ ਵਿੱਚ ਆ। ਤੇ ਉਸ ਤੋਂ ਬਾਅਦ ਜਿਹੜੇ ਵਿਅੰਜਨ ਆ, ਬਾਕੀ ਸਾਰੇ ਬਾਕੀ ਦੇ ਜੋ ਇਹਨਾਂ ਤਿੰਨਾਂ ਤੋਂ ਬਿਨਾ ਬਾਕੀ ਦੇ ਅੱਖਰ ਬਾਣੀ ਬਚ ਗਏ ਆ, ਉਹ ਸਾਰੇ ਵਿਅੰਜਨ ਆ, ਉਹਨਾਂ ਨੂੰ ਵਿਅੰਜਨ ਬੋਲਦੇ ਆ। ਸੱਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਸਾਰੇ ਹੀ ਵਿਅੰਜਨ ਅਖਵਾਉਂਦੇ ਆ। ਤੇ ਜਿਹੜੇ ਤਿੰਨ ਅੱਖਰ ਆ ਇਹਨਾਂ ਨੂੰ ਸਵਰ ਬੋਲਦੇ ਆ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਪੰਜਾਬੀ ਵਰਣਮਾਲਾ ਵਿੱਚ ਕੁੱਲ ਕਿੰਨੀਆਂ ਲਗਾ ਮਾਤਰਾ ਹੁੰਦੀਆਂ ਹਨ? ਹਾਂਜੀ, ਪੰਜਾਬੀ ਵਰਣਮਾਲਾ ਦੇ ਵਿੱਚ ਕੁੱਲ ਕਿੰਨੀਆਂ ਲਗਾ ਮਾਤਰਾ ਹੁੰਦੀਆਂ ਨੇ? ਵੈਰੀ ਇੰਪੋਰਟੈਂਟ ਕੁਐਸਚਨ, ਵਰਡ ਅਟੈਂਡ ਦੇ ਐਗਜ਼ਾਮ ਦੇ ਵਿੱਚ ਵੀ ਇਹ ਆਇਆ ਸੀ। ਪੰਜਾਬੀ ਵਰਣਮਾਲਾ ਦੇ ਵਿੱਚ ਕੁੱਲ 10 ਮਾਤਰਾ ਹੁੰਦੀਆਂ ਨੇ। ਕਿਹੜੀਆਂ? ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲੱਲੇ ਲਾਮਾ ਤੇ ਦੁਲਾਮਾ, ਠੀਕ ਹੈ, ਹੋੜਾ, ਕਨੌੜਾ, ਇਹਨੂੰ ਲਾ ਬੋਲਦੇ ਆ ਅਸੀਂ, ਠੀਕ ਹੈ ਜੀ। ਹੁਣ ਦੇਖੋ ਮੁਕਤਾ ਕਿਹੜਾ ਵਾ? ਜਿਹਨੂੰ ਕੋਈ ਵੀ ਲਾ ਨਹੀਂ ਲੱਗੀ ਹੁੰਦੀ ਜਾਂ ਕੋਈ ਵੀ ਕੰਨਾ ਟਿੱਪੀ ਬਿੰਦੀ ਨਹੀਂ ਲੱਗੀ ਹੁੰਦੀ, ਕੁਛ ਵੀ ਨਹੀਂ ਲੱਗਿਆ ਹੁੰਦਾ, ਕੱਲਾ ਅੱਖਰ ਹੁੰਦਾ, ਉਹਨੂੰ ਅਸੀਂ ਮੁਕਤਾ ਬੋਲਦੇ ਆ। ਫਿਰ ਆ ਗਿਆ ਕੰਨਾ, ਤੇ ਤੁਸੀਂ ਦੇਖ ਸਕਦੇ ਹੋ ਅੱਗੇ ਕੰਨਾ। ਫਿਰ ਆ ਗਿਆ ਸਿਹਾਰੀ, ਇਹਨੂੰ ਬੋਲਦੇ ਆ ਅਸੀਂ ਸਿਹਾਰੀ, ਏਡੀ ਸਿਹਾਰੀ ਪਾਇਆ ਹੋਇਆ ਨਾ। ਤੇ ਅੱਗੇ ਆ ਗਈ ਬਿਹਾਰੀ, ਠੀਕ ਹੈ, ਊੜੇ, ਔਂਕੜ। ਫਿਰ ਤੁਸੀਂ ਦੁਲੈਂਕੜ ਦੀ ਵੀ ਪਛਾਣ ਕਰ ਸਕਦੇ ਆ, ਲਾ ਦੀ ਵੀ ਪਛਾਣ ਕਰ ਸਕਦੇ ਹੋ, ਜਿਹੜੀ ਇੱਕ ਪਾਈ ਦੀ ਆ ਉੱਪਰ, ਠੀਕ ਹੈ, ਇੱਕ ਡੰਡੀ ਲਾਈ ਦੀ ਆ ਉੱਪਰ। ਫਿਰ ਤੁਸੀਂ ਦੁਲਾਮਾ ਦੇ ਵਿੱਚ ਅਸੀਂ 2 ਡੰਡੀਆਂ ਲਾ ਦਿੰਨੇ ਆ, ਠੀਕ ਹੈ। ਫਿਰ ਊੜੇ ਦਾ ਮੂੰਹ ਜਿਹੜਾ ਖੁੱਲਾ ਹੁੰਦਾ ਉਹਨੂੰ ਅਸੀਂ ਬੋਲਦੇ ਆ ਹੋੜਾ, ਇਸ ਗੱਲ ਦਾ ਧਿਆਨ ਰੱਖਣਾ। ਫਿਰ ਇੱਕ ਹੁੰਦਾ ਕਨੌੜਾ, ਦੇਖ ਸਕਦੇ ਹੋ ਤੁਸੀਂ, ਕਨੌੜੇ ਦੀ ਵੀ ਪਛਾਣ ਕਰ ਸਕਦੇ ਹੋ, ਠੀਕ ਹੈ। ਇਹ 10 ਕੀ ਹੁੰਦੀਆਂ ਵਾ? ਲਗਾ ਮਾਤਰਾ ਹੁੰਦੀਆਂ ਵਾ ਪੰਜਾਬੀ ਵਰਣਮਾਲਾ ਦੇ ਵਿੱਚ। ਵੈਰੀ ਇੰਪੋਰਟੈਂਟ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਪੰਜਾਬੀ ਵਰਣਮਾਲਾ ਵਿੱਚ ਕੁੱਲ ਕਿੰਨੇ ਲਗਾਖਰ ਹਨ? ਹਾਂਜੀ, ਪੰਜਾਬੀ ਵਰਣਮਾਲਾ ਦੇ ਵਿੱਚ ਟੋਟਲ ਲਗਾਖਰ ਕਿੰਨੇ ਆ? ਲਗਾਖਰ ਹੈਗੇ ਆ ਜੀ 3। ਕਿਹੜੇ? ਬਿੰਦੀ, ਟਿੱਪੀ, ਆਦਕ। ਕਿਹੜੇ ਲਗਾਖਰ ਆ? ਬਿੰਦੀ, ਟਿੱਪੀ ਤੇ ਆਦਕ। ਦੇਖ ਸਕਦੇ ਹੋ ਤੁਸੀਂ ਬਿੰਦੀ, ਕੱਕੇ ਦੇ ਕੰਨਾਂ ਉੱਪਰ ਬਿੰਦੀ ਲੱਗੀ ਹੋਈ ਹੈ ਨਾ, ਕਾਂ ਬਣਿਆ, ਠੀਕ ਹੈ। ਥੋੜੀ ਜਿਹੀ ਨੰਨੇ ਦੀ ਆਵਾਜ਼ ਆ ਰਹੀ ਹੈ ਜਦੋਂ ਅਸੀਂ ਕਾਂ ਬੋਲਦੇ ਆ। ਉਸ ਤੋਂ ਬਾਅਦ ਟਿੱਪੀ, ਕੰਨੇ ਦੇ ਉੱਪਰ, ਕੱਕੇ ਦੇ ਉੱਪਰ ਟਿੱਪੀ, ਫਿਰ ਨੰਨਾ ਪਾਇਆ ਹੋਇਆ ਵਾ, ਇਹਨੂੰ ਅਸੀਂ ਕੀ ਬੋਲਦੇ ਆ? ਕੰਨ। ਜਿਹੜੀ ਟਿੱਪੀ ਆ ਇਹ ਨੰਨੇ ਦੀ ਆਵਾਜ਼ ਕੱਢਦੀ ਆ, ਠੀਕ ਹੈ। ਉਸ ਤੋਂ ਬਾਅਦ ਆਦਕ ਕਿਹਦੇ ਲਈ ਵਰਤਿਆ ਜਾਂਦਾ? ਜਦੋਂ ਅਸੀਂ ਅੱਖਰ ਨੂੰ ਦੁੱਗਣਾ ਕਰਨਾ ਹੁੰਦਾ, ਮਤਲਬ ਜਿਹਦੇ ਤੋਂ ਥੋੜਾ ਜਿਹਾ ਜ਼ੋਰ ਲਾ ਕੇ ਬੋਲਦੇ ਆ। ਦੇਖੋ, ਜੇ ਆਦਕ ਨਾ ਪਾਈਏ ਤਾਂ ਕੀ ਬਣੂਗਾ? ਹੱਥ, ਠੀਕ ਹੈ। ਜੇ ਆਪਾਂ ਆਦਕ ਪਾ ਦਈਏ ਤਾਂ ਕੀ ਬਣਦਾ? ਹੱਥ। ਨੈਕਸਟ ਦੇਖ ਸਕਦੇ ਹੋ ਤੁਸੀਂ, ਪੰਜਾਬੀ ਭਾਸ਼ਾ ਲਿਖਣ ਲਈ ਲਿਪੀ ਕਿਹੜੀ ਹੈ? ਹਾਂਜੀ, ਪੰਜਾਬੀ ਭਾਸ਼ਾ ਲਿਖਣ ਦੇ ਲਈ ਕਿਹੜੀ ਲਿਪੀ ਵਰਤੀ ਜਾਂਦੀ ਆ? ਗੁਰਮੁਖੀ ਲਿਪੀ ਵਰਤੀ ਜਾਂਦੀ ਆ। ਜਿਵੇਂ ਹਿੰਦੀ ਨੂੰ ਲਿਖਣ ਦੇ ਲਈ ਦੇਵਨਾਗਰੀ ਵਰਤੀ ਜਾਂਦੀ ਆ, ਅੰਗਰੇਜ਼ੀ ਨੂੰ ਲਿਖਣ ਦੇ ਲਈ ਰੋਮਨ ਵਰਤੀ ਜਾਂਦੀ ਆ, ਉਸੇ ਤਰ੍ਹਾਂ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਗੁਰਮੁਖੀ ਲਿਪੀ ਹੀ ਢੁਕਵੀਂ ਮੰਨੀ ਜਾਂਦੀ ਆ। ਨੈਕਸਟ ਕੁਐਸਚਨ, ਗੁਰਮੁਖੀ ਵਿੱਚ ਅਰਧ ਸਵਰ ਕਿਹੜੇ ਹਨ? ਵੈਰੀ ਇੰਪੋਰਟੈਂਟ। ਹਾਂਜੀ, ਗੁਰਮੁਖੀ ਲਿਪੀ ਦੇ ਵਿੱਚ ਅਰਧ ਸਵਰ ਕਿਹੜੇ ਆ? ਅਰਧ ਸਵਰ ਆ ਯਈਆ ਤੇ ਵਾਵਾ। ਇਹ ਗੁਰਮੁਖੀ ਲਿਪੀ ਦੇ ਵਿੱਚ 2 ਅਰਧ ਸਵਰ ਹੈ, ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਜਿਨ੍ਹਾਂ ਨੂੰ ਉਚਾਰਨ ਸਮੇਂ ਨਾ ਸਵਰ ਅਤੇ ਨਾ ਹੀ ਵਿਅੰਜਨ ਲੱਗਣ। ਜਦੋਂ ਅਸੀਂ ਜਿਨ੍ਹਾਂ ਨੂੰ ਉਚਾਰਦੇ ਆ, ਨਾ ਤਾਂ ਉਹ ਸਵਰ ਲੱਗਣ ਅਤੇ ਨਾ ਹੀ ਉਹ ਵਿਅੰਜਨ ਲੱਗਣ, ਉਹਨਾਂ ਨੂੰ ਅਸੀਂ ਅਰਧ ਸਵਰ ਬੋਲਦੇ ਆ, ਠੀਕ ਹੈ ਜੀ। ਇਹ ਜਿਹੜੇ 4 ਤੋਂ 5 ਵਾਰ ਇਹ ਕੁਐਸਚਨ ਆ ਚੁੱਕਿਆ ਵਾ ਐਗਜ਼ਾਮ ਦੇ ਵਿੱਚ, ਬਹੁਤ ਜ਼ਿਆਦਾ ਇੰਪੋਰਟੈਂਟ ਆ ਤੁਹਾਡੇ ਲਈ। ਨੈਕਸਟ ਕੁਐਸਚਨ, ਹਾਂਜੀ, ਨਈਆਂ ਨਾਣਾ ਨੰਨਾ ਮੰਮਾ ਕਿਹੜੇ ਵਿਅੰਜਨ ਹਨ? ਹਾਂਜੀ, ਨਈਆਂ ਨਾਣਾ ਤੇ ਮੰਮਾ ਨੰਨਾ ਇਹ ਵਿਅੰਜਨ ਨਾਸਕੀ ਆ, ਜਾਣੀ ਕਿ ਜਿਨ੍ਹਾਂ ਨੂੰ ਉਚਾਰਨ ਸਮੇਂ ਆਵਾਜ਼ ਨੱਕ ਵਿੱਚੋਂ ਬਾਹਰ ਆਉਂਦੀ ਆ, ਉਹਨਾਂ ਨੂੰ ਅਸੀਂ ਨਾਸਕੀ ਬੋਲਦੇ ਆ। ਤੇ ਨਈਆਂ, ਨਾਣਾ, ਨੰਨਾ, ਮੰਮਾ, ਇਹਨਾਂ ਨੂੰ ਉਚਾਰਨ ਸਮੇਂ ਆਵਾਜ਼ ਨੱਕ ਦੇ ਵਿੱਚੋਂ ਬਾਹਰ ਹੁੰਦੀ, ਇਦਾਂ ਲੱਗਦਾ ਜਿੱਦਾਂ ਨੱਕ ਦੇ ਵਿੱਚੋਂ ਬੋਲਦੇ ਹੁੰਨੇ ਆ, ਠੀਕ ਹੈ। ਇਹਨੂੰ ਅਸੀਂ ਨਾਸਕੀ ਬੋਲਦੇ ਆ। ਇਹ 5 ਸਵਰ ਆ ਜਿਹੜੇ ਨਾਸਕੀ ਆ। ਨੈਕਸਟ ਕੁਐਸਚਨ, 2 ਹੋਠੀ ਵਿਅੰਜਨ ਦੱਸੋ। ਹਾਂਜੀ, 2 ਹੋਠੀ ਦਾ ਮਤਲਬ ਕੀ ਆ? ਜਿਨ੍ਹਾਂ ਦੇ ਵਿੱਚ ਲਿਪਸ ਆਪਸ ਦੇ ਵਿੱਚ ਟੱਚ ਕਰਦੇ ਆ, ਜਿਨ੍ਹਾਂ ਨੂੰ ਅਸੀਂ ਜਦੋਂ ਉਚਾਰਦੇ ਆ ਉਹਨਾਂ ਵੇਲੇ ਲਿਪਸ ਆਪਸ ਦੇ ਵਿੱਚ ਟੱਚ ਕਰਦੇ ਆ, ਤਾਂ ਉਹਨਾਂ ਨੂੰ ਅਸੀਂ ਬੋਲਦੇ ਆ 2 ਹੋਠੀ ਵਿਅੰਜਨ। ਜਿਵੇਂ ਤੁਸੀਂ ਬੋਲ ਕੇ ਦੇਖ ਸਕਦੇ ਹੋ, ਪੱਪਾ, ਫੱਫਾ, ਬੱਬਾ, ਭੱਬਾ, ਮੰਮਾ। ਇਹਨਾਂ ਨੂੰ ਜਦੋਂ ਅਸੀਂ ਉਚਾਰਦੇ ਆ ਲਿਪਸ ਆਪਸ ਦੇ ਵਿੱਚ ਟੱਚ ਕਰਦੇ ਆ, ਠੀਕ ਹੈ। ਨੈਕਸਟ ਕੁਐਸਚਨ, ਹਾਂਜੀ 5 ਹੁੰਦੇ ਆ 2 ਹੋਠੀ ਵਿਅੰਜਨ, ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਤੇ ਹੁਣ ਤੁਸੀਂ ਦੇਖ ਸਕਦੇ ਹੋ ਨੈਕਸਟ, ਤਵਰਗ ਕਿਹੜੇ ਵਿਅੰਜਨ ਹਨ? ਹਾਂਜੀ, ਤਵਰਗ ਦੀ ਗੱਲ ਹੋ ਰਹੀ ਆ। ਤਵਰਗ ਕਿਹੜੇ ਵਿਅੰਜਨ ਹੁੰਦੇ ਆ? ਤਾਂ ਦੰਤੀ ਵਿਅੰਜਨ ਆ ਜਿਹੜੇ, ਇਹ ਤਵਰਗ ਹੁੰਦੇ ਆ। ਦੰਤੀ ਕੀ ਹੁੰਦੇ ਆ? ਜਿਨ੍ਹਾਂ ਨੂੰ ਬੋਲਦੇ ਸਮੇਂ ਜੀਭ ਦੰਦਾਂ ਨੂੰ ਟੱਚ ਕਰਦੀ ਆ, ਉਹਨਾਂ ਨੂੰ ਅਸੀਂ ਦੰਤੀ ਬੋਲਦੇ ਆ। ਜਿਨ੍ਹਾਂ ਨੂੰ ਬੋਲਦੇ ਸਮੇਂ ਜੀਭ ਦੰਦਾਂ ਨੂੰ ਟੱਚ ਕਰਦੀ, ਉਹਨਾਂ ਨੂੰ ਅਸੀਂ ਦੰਤੀ ਬੋਲਦੇ ਆ। ਹੁਣ ਤੁਸੀਂ ਬੋਲ ਕੇ ਦੇਖ ਸਕਦੇ ਹੋ, ਦੰਤੀ ਵਿਅੰਜਨ ਲਿਖੇ ਹੋਏ ਨੇ ਤੁਹਾਡੇ ਸਾਹਮਣੇ 5। ਕਿਹੜੇ ਆ? ਤੱਤਾ, ਥੱਥਾ, ਦੱਦਾ,
ਤੱਦਾ ਨੰਨਾ ਇਹਨਾਂ ਨੂੰ ਬੋਲਦੇ ਸਮੇਂ ਸਾਡੀ ਜੀਭ ਆ ਜਿਹੜੀ ਉਹ ਦੰਦਾਂ ਨੂੰ ਟੱਚ ਕਰਦੀ ਹੈ। ਠੀਕ ਹੈ, ਵੈਰੀ ਵੈਰੀ ਇੰਪੋਰਟੈਂਟ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਹਿੱਸਾ ਕੋਮਲ ਤਾਲੂ ਨਾਲ ਲੱਗੇ ਉਹ ਕਿਹੜੇ ਵਿਅੰਜਨ ਹੁੰਦੇ ਆ? ਹਾਂਜੀ, ਜਦੋਂ ਅਸੀਂ ਧੁਨੀਆਂ ਉਚਾਰਦੇ ਆ ਜਿਨ੍ਹਾਂ ਨੂੰ ਉਚਾਰਨ ਸਮੇਂ ਸਾਡਾ ਜਿਹੜਾ ਜੀਭ ਦਾ ਹਿੱਸਾ ਵਾ ਉਹ ਤਾਲੂ ਨੂੰ ਛੂੰਹਦਾ ਵਾ ਤਾਂ ਉਹਨਾਂ ਨੂੰ ਅਸੀਂ ਬੋਲਦੇ ਆ ਕੰਠੀ ਵਿਅੰਜਨ। ਹੁਣ ਤੁਸੀਂ ਬੋਲ ਕੇ ਦੇਖ ਸਕਦੇ ਹੋ ਕਿ ਜੀਭ ਸਾਡੀ ਤਾਲੂ ਨਾਲ ਲੱਗਦੀ ਆ। ਕੱਕਾ, ਖੱਖਾ, ਗੱਗਾ, ਘੱਗਾ। ਠੀਕ ਹੈ, ਇਹ 5 ਵਿਅੰਜਨ ਹੁੰਦੇ ਆ ਜਿਨ੍ਹਾਂ ਨੂੰ ਬੋਲਦੇ ਸਮੇਂ ਜੀਭ ਦਾ ਪਿਛਲਾ ਹਿੱਸਾ ਕੋਮਲ ਤਾਲੂ ਦੇ ਨਾਲ ਲੱਗਦਾ ਵਾ। ਕੱਕਾ, ਖੱਖਾ, ਗੱਗਾ, ਘੱਗਾ, ਨਈਆਂ। ਜੀਭ ਦਾ ਪਿਛਲਾ ਹਿੱਸੇ ਦੀ ਗੱਲ ਹੋ ਰਹੀ ਆ। ਨੈਕਸਟ ਹੁਣ ਆ ਗਏ ਤਾਲਵੀ ਵਿਅੰਜਨ। ਇਹਨਾਂ ਦੇ ਲਈ ਕੀ ਆ, ਜੀਭ ਆ ਜਿਹੜੀ ਤਾਲੂ ਨੂੰ ਹੀ ਸੁਣਦੀ ਆ। ਜਿਨ੍ਹਾਂ ਧੁਨੀਆਂ ਨੂੰ ਉਚਾਰਨ ਵੇਲੇ ਜੀਭ ਦਾ ਅਗਲਾ ਹਿੱਸਾ ਕੋਮਲ ਤਾਲੂ ਨਾਲ ਸੂਏ, ਅਗਲੇ ਹਿੱਸੇ ਦੀ ਗੱਲ ਹੋ ਰਹੀ ਆ, ਤਾਂ ਉਹ ਕਿਹੜੇ ਵਿਅੰਜਨ ਹੁੰਦੇ ਆ? ਉਹ ਤਾਲਵੀ ਵਿਅੰਜਨ ਹੁੰਦੇ ਆ। ਜਿਵੇਂ ਫੋਰ ਐਗਜ਼ਾਮਪਲ ਤੁਸੀਂ ਉਚਾਰ ਕੇ ਦੇਖ ਸਕਦੇ ਹੋ, ਚਿੱਚਾ, ਛਿੱਛਾ, ਜਿੱਜਾ, ਝਿੱਜਾ, ਨਈਆਂ। ਨੈਕਸਟ ਕੁਐਸਚਨ ਅਸੀਂ ਕਰਦੇ ਝਿੱਜਾ। ਠੀਕ ਹੈ, ਨੈਕਸਟ ਕੁਐਸਚਨ, ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦਾ ਅਗਲਾ ਹਿੱਸਾ ਦੰਦਾਂ ਨਾਲ ਜੁੜ ਕੇ ਧੁਨੀ ਉਚਾਰੇ। ਹਾਂਜੀ, ਜਿਨ੍ਹਾਂ ਧੁਨੀਆਂ ਨੂੰ ਉਚਾਰਨ ਸਮੇਂ ਜੀਭ ਦਾ ਅਗਲਾ ਹਿੱਸਾ ਦੰਦਾਂ ਨਾਲ ਜੁੜ ਕੇ ਧੁਨੀ ਉਚਾਰਦਾ ਉਹਨਾਂ ਨੂੰ ਵੀ ਅਸੀਂ ਕੀ ਬੋਲਦੇ ਹਾਂ? ਦੰਤੀ ਵਿਅੰਜਨ। ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ। ਤੱਤਾ, ਥੱਥਾ, ਦੱਦਾ, ਧੱਦਾ, ਨੰਨਾ, ਇਹ ਦੰਤੀ ਵਿਅੰਜਨ ਹੁੰਦੇ ਆ। ਠੀਕ ਹੈ, ਨੈਕਸਟ ਕੁਐਸਚਨ, ਜਿਨ੍ਹਾਂ ਧੁਨੀਆਂ ਨੂੰ ਉਚਾਰਨ ਸਮੇਂ ਬੁੱਲ ਮਿੱਟੇ ਜਾਣ ਉਹ ਕਿਹੜੇ ਵਿਅੰਜਨ ਹੁੰਦੇ ਆ? ਹਾਂਜੀ, ਇਹ ਕੁਐਸਚਨ ਇਸ ਤਰ੍ਹਾਂ ਆਇਆ ਹੋਇਆ ਐਗਜ਼ਾਮ ਦੇ ਵਿੱਚ। ਠੀਕ ਹੈ, ਜੋ ਮੈਂ ਪਹਿਲਾਂ ਕਰਵਾਇਆ ਸੇਮ ਉਸੇ ਤਰ੍ਹਾਂ ਤੇ ਇਸੇ ਤਰ੍ਹਾਂ ਆਇਆ, ਇਸੇ ਕਰਕੇ ਮੈਂ ਵੀਡੀਓ 'ਚ ਐਡ ਕੀਤੇ ਆ। ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਬੁੱਲ ਆਪਸ ਦੇ ਵਿੱਚ ਮਿੱਟੇ ਜਾਂਦੇ ਆ ਉਹਨਾਂ ਨੂੰ ਅਸੀਂ ਦੋ ਹੋਠੀ ਵਿਅੰਜਨ ਬੋਲਦੇ ਆ, ਜਿਵੇਂ ਪੱਪਾ, ਫੱਫਾ, ਬੱਬਾ, ਭੱਬਾ, ਮੰਮਾ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਆਵਾਜ਼ ਨੱਕ ਰਾਹੀਂ ਨਿਕਲੇ ਉਹ ਕਿਹੜੇ ਵਿਅੰਜਨ ਹੁੰਦੇ ਆ? ਹਾਂਜੀ, ਜਿਨ੍ਹਾਂ ਧੁਨੀਆਂ ਨੂੰ ਉਚਾਰਨ ਸਮੇਂ ਆਵਾਜ਼ ਨੱਕ ਰਾਹੀਂ ਨਿਕਲਦੀ ਆ ਤਾਂ ਉਹਨਾਂ ਨੂੰ ਅਸੀਂ ਕਿਹੜੇ ਵਿਅੰਜਨ ਬੋਲਦੇ ਆ? ਨਾਸਕੀ ਵਿਅੰਜਨ। ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ। ਤੇ ਕਿਹੜੇ ਕਿਹੜੇ ਵਿਅੰਜਨ? ਨਈਆਂ, ਨਾਣਾ, ਨੰਨਾ, ਮੰਮਾ। ਇਹਨਾਂ ਨੂੰ ਉਚਾਰਨ ਸਮੇਂ ਆਵਾਜ਼ ਕੀ ਆ? ਨੱਕ ਰਾਹੀਂ ਬਾਹਰ ਨਿਕਲਦੀ ਆ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਜਿਨ੍ਹਾਂ ਧੁਨੀਆਂ ਦਾ ਉਚਾਰਨ ਨਾ ਤਾਂ ਸਵਰਾਂ ਵਾਂਗ ਲੱਗੇ ਤੇ ਨਾ ਹੀ ਪੂਰੇ ਵਿਅੰਜਨਾਂ ਵਾਂਗ ਹੋਵੇ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਮੈਂ ਆਲਰੇਡੀ ਦੱਸ ਚੁੱਕੀ ਹਾਂ, ਅਰਧ ਸਵਰ ਬੋਲਦੇ ਹਾਂ। ਜਿੱਤੇ ਅਰਧ ਸਵਰ ਕਿਹੜੇ ਹੁੰਦੇ ਆ? 2 ਹੁੰਦੇ ਆ। ਕਿਹੜੇ ਕਿਹੜੇ? ਜਈਆ ਤੇ ਵਾਵਾ। ਠੀਕ ਹੈ, ਜਿਨ੍ਹਾਂ ਨੂੰ ਉਚਾਰਨ ਸਮੇਂ ਨਾ ਤਾਂ ਸਵਾਰੀ ਲੱਗਦੇ ਆ ਤੇ ਨਾ ਹੀ ਵਿਅੰਜਨ ਲੱਗਦੇ ਆ। ਨੈਕਸਟ ਕੁਐਸਚਨ, ਸਾਹ ਦੀ ਮਾਤਰਾ ਦੇ ਆਧਾਰ ਤੇ ਵਿਅੰਜਨਾਂ ਨੂੰ ਕਿੰਨੇ ਹਿੱਸਿਆਂ ਦੇ ਵਿੱਚ ਵੰਡਿਆ ਜਾ ਸਕਦਾ ਹੈ? ਹਾਂਜੀ, ਸਾਹ ਦੀ ਮਾਤਰਾ ਦੇ ਆਧਾਰ ਤੇ ਵਿਅੰਜਨਾਂ ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ ਜਾ ਸਕਦਾ, ਜਾਣੀ ਕਿ ਜਿਨ੍ਹਾਂ ਨੂੰ ਉਚਾਰਨ ਸਮੇਂ ਸਾਹ ਬਾਹਰ ਨਿਕਲਦਾ ਵਾ ਉਹਨਾਂ ਨੂੰ ਅਸੀਂ 2 ਹਿੱਸਿਆਂ ਦੇ ਵਿੱਚ ਵੰਡਦੇ ਹਾਂ। ਕਿਹੜੇ ਕਿਹੜੇ? ਅਲਪ ਪ੍ਰਾਣ ਅਤੇ ਮਹਾਪ੍ਰਾਣ। ਅੱਗੇ ਅਸੀਂ ਕੁਐਸਚਨ ਦੇ ਵਿੱਚ ਹੀ ਇਸ ਦੀ ਡੈਫੀਨੇਸ਼ਨ ਦੇਖ ਲੈਂਦੇ ਹਾਂ। ਜਿਹੜੇ ਵਿਅੰਜਨਾਂ ਦੇ ਉਚਾਰਨ ਸਮੇਂ ਥੋੜੀ ਮਾਤਰਾ ਵਿੱਚ ਸਾਹ ਬਾਹਰ ਨਿਕਲਦਾ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਅਲਪ ਪ੍ਰਾਣ ਬੋਲਦੇ ਹਾਂ। ਹਾਂਜੀ, ਇਹ ਜਿਹੜੇ ਵਿਅੰਜਨਾਂ ਨੂੰ ਉਚਾਰਨ ਸਮੇਂ ਸਾਹ ਥੋੜੀ ਮਾਤਰਾ ਦੇ ਵਿੱਚ ਬਾਹਰ ਨਿਕਲਦਾ ਉਹਨੂੰ ਅਸੀਂ ਅਲਪ ਪ੍ਰਾਣ ਬੋਲਦੇ ਹਾਂ। ਜਿਵੇਂ ਇਹਦੇ ਵਿੱਚ ਕਿਹੜੇ ਕਿਹੜੇ ਵਿਅੰਜਨ ਆ ਜਾਂਦੇ ਆ? ਇੱਕ ਤਾਂ ਹਰੇਕ ਲਾਈਨ ਦੇ ਪਹਿਲੇ ਪਹਿਲੇ ਅੱਖਰ ਆ ਜਾਂਦੇ ਆ, ਜਿਵੇਂ ਪਹਿਲੇ ਵਰਨ ਹੋ ਗਏ। ਠੀਕ ਹੈ, ਤੇ ਇੱਕ ਤੀਜੇ ਵਰਨ ਆਉਂਦੇ ਆ ਹਰੇਕ ਲਾਈਨ ਦੇ ਤੀਜੇ ਵਰਨ। ਜਿਵੇਂ ਤੁਸੀਂ ਦੇਖਦੇ ਹੋ ਊੜਾ, ਆੜਾ, ਈੜੀ, ਸੱਸਾ, ਹਾ, ਅਸੀਂ 5 ਅੱਖਰ ਲਿਖਦੇ ਆ ਨਾ ਇੱਕ ਲਾਈਨ ਦੇ ਵਿੱਚ, ਤਾਂ ਉਹੀ ਅੱਖਰ ਇੱਕ ਤਾਂ ਆ ਗਿਆ ਹਰੇਕ ਲਾਈਨ ਦਾ ਪਹਿਲਾ ਅੱਖਰ, ਇੱਕ ਤੀਜਾ ਅੱਖਰ। ਇਹ ਸਾਰੇ ਕੀ ਅਲਪ ਪ੍ਰਾਣ ਹੈ। ਇਹਨਾਂ ਨੂੰ ਜਦੋਂ ਅਸੀਂ ਉਚਾਰਦੇ ਆ ਸਾਹ ਥੋੜੀ ਮਾਤਰਾ ਵਿੱਚ ਬਾਹਰ ਨਿਕਲਦਾ, ਜਿਵੇਂ ਕੱਕਾ, ਚਿੱਚਾ, ਟੈਂਕਾ, ਤੱਤਾ, ਫੱਫਾ, ਗੱਗਾ, ਜਿੱਜਾ, ਡੱਡਾ, ਦੱਦਾ, ਬੱਬਾ। ਇਹ 10 ਹੁੰਦੇ ਆ ਟੋਟਲ ਅਰਪ ਪ੍ਰਾਣ। ਠੀਕ ਹੈ, ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਜਿਹੜੇ ਵਿਅੰਜਨਾਂ ਦੇ ਉਚਾਰਨ ਸਮੇਂ ਸਾਹ ਜ਼ਿਆਦਾ ਮਾਤਰਾ ਵਿੱਚ ਬਾਹਰ ਨਿਕਲਦਾ ਉਹ ਕਿਹੜੇ ਪ੍ਰਾਣ ਹੁੰਦੇ ਹਨ? ਹਾਂਜੀ, ਜਿਹੜੇ ਵਿਅੰਜਨਾਂ ਨੂੰ ਉਚਾਰਨ ਸਮੇਂ ਸਾਹ ਜ਼ਿਆਦਾ ਮਾਤਰਾ ਦੇ ਵਿੱਚ ਬਾਹਰ ਨਿਕਲਦਾ ਉਹ ਮਹਾਪ੍ਰਾਣ ਹੁੰਦੇ ਆ। ਇਹ ਵੀ 10 ਹੁੰਦੇ ਆ ਤੇ ਇਸ ਦੇ ਵਿੱਚ ਇੱਕ ਤਾਂ ਦੂਜੇ ਵਰਨ ਆਉਂਦੇ ਆ, ਸੌਰੀ ਇੱਥੇ ਵਰਨ ਆਉਣਾ ਸੀ। ਠੀਕ ਹੈ, ਤੇ ਇੱਕ ਚੌਥੇ ਵਰਨ ਆਉਂਦੇ ਆ, ਇੱਕ ਦੂਜੇ ਤੇ ਇੱਕ ਚੌਥੇ। ਦੂਜੇ 'ਚ ਕਿਹੜੇ ਕਿਹੜੇ ਆ ਗਏ? ਖੱਖਾ, ਛਿੱਛਾ, ਠੱਠਾ, ਥੱਥਾ, ਫੱਫਾ। ਇਹਨਾਂ ਨੂੰ ਉਚਾਰਨ ਸਮੇਂ ਸਾਹ ਜ਼ਿਆਦਾ ਬਾਹਰ ਨਿਕਲਦਾ ਨਾ, ਇੱਕ ਤਰ੍ਹਾਂ ਨਾਲ ਹਵਾ ਹੀ ਵੱਜਦੀ ਆ ਬਾਹਰ ਨੂੰ। ਤੁਸੀਂ ਹੱਥ ਅੱਗੇ ਕਰਕੇ ਬੋਲ ਕੇ ਦੇ ਸਕਦੇ ਹੋ। ਘੱਗਾ, ਨਈਆਂ, ਢੱਡਾ, ਤੱਦਾ, ਪੱਬਾ। ਠੀਕ ਹੈ, 10 ਹੁੰਦੇ ਆ ਵੀ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਗੁਰਮੁਖੀ ਵਰਨਮਾਲਾ ਵਿੱਚ ਕਿੰਨੇ ਵਰਨ ਆਉਂਦੇ ਹਨ
ਜਿਨ੍ਹਾਂ ਦੇ ਪੈਰ ਵਿੱਚ ਬਿੰਦੀ ਲੱਗਦੀ ਆ। ਹਾਂਜੀ, ਗੁਰਮੁਖੀ ਵਰਣਮਾਲਾ ਦੇ ਵਿੱਚ ਇਦਾਂ ਦੇ ਕਿੰਨੇ ਵਰਨ ਆਉਂਦੇ ਆ ਜਿਨ੍ਹਾਂ ਦੇ ਪੈਰ ਵਿੱਚ ਬਿੰਦੀ ਲੱਗਦੀ ਆ? ਇਹ 6 ਵਰਨ ਆਉਂਦੇ ਆ ਜਿਨ੍ਹਾਂ ਦੇ ਪੈਰ ਵਿੱਚ ਬਿੰਦੀ ਲੱਗਦੀ ਹੈ, ਜਿਹੜੇ ਅਸੀਂ ਗੁਰਮੁਖੀ ਲਿਪੀ ਦੇ ਵਿੱਚ ਬਾਅਦ ਚ ਜੋੜੇ ਆ। ਪਹਿਲਾਂ ਗੁਰਮੁਖੀ ਨੂੰ 35 ਅੱਖਰ ਹੀ ਬੋਲਿਆ ਜਾਂਦਾ ਸੀ, 35 ਅੱਖਰ ਹੁੰਦੇ ਸੀ, ਪਰ ਇਹ 6 ਅੱਖਰ ਬਾਅਦ ਚ ਜੋੜਨ ਨਾਲ 41 ਹੋ ਗਏ ਹੁਣ ਟੋਟਲ। ਤੇ ਕਿਹੜੇ ਕਿਹੜੇ ਆ? ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜਿੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ। ਇਹ 6 ਵਰਨ ਆ ਜਿਨ੍ਹਾਂ ਦੇ ਪੈਰਾਂ 'ਚ ਬਿੰਦੀ ਲੱਗਦੀ ਆ। ਠੀਕ ਹੈ, ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ। ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ। ਕੱਲ ਅਸੀਂ ਕਰਾਂਗੇ ਇਸ ਵੀਡੀਓ ਦਾ ਪਾਰਟ 12 ਤੇ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ, ਕਿਉਂਕਿ ਅਸੀਂ ਪੂਰੇ ਦਾ ਪੂਰੇ ਪੰਜਾਬੀ ਵਿਆਕਰਨ ਦੇ ਨਿਚੋੜ ਦੇ ਕੁਐਸਚਨਸ ਕੱਢੇ ਹੋਏ ਆ ਜਿਹੜੇ ਤੁਹਾਡੇ ਜਾ ਰਹੇ ਆ। ਅਸੀਂ ਪੰਜਾਬੀ ਵਿਆਕਰਨ ਦਾ ਪਾਰਟ 11 ਦੇ ਵਿੱਚ ਅਸੀਂ ਭਾਸ਼ਾ, ਪੰਜਾਬੀ ਭਾਸ਼ਾ, ਲਿਪੀ, ਗੁਰਮੁਖੀ ਲਿਪੀ, ਮੁਹਾਵਰੇ ਤੇ ਹੋਰ ਅਖੌਤਾਂ ਵਗੈਰਾ ਦਾ ਜਿਹੜਾ ਟੌਪਿਕ ਹੈ ਅਸੀਂ ਸ਼ੁਰੂ ਕੀਤਾ ਸੀਗਾ ਪਾਰਟ 11 ਦੇ ਵਿੱਚ, ਜਿਵੇਂ ਕਿ ਤੁਹਾਨੂੰ ਪਤਾ ਹੈ। ਹੁਣ ਅਸੀਂ ਪਾਰਟ 12 ਕਰਨ ਜਾ ਰਹੇ ਹਾਂ, ਪਰ ਜੇਕਰ ਤੁਸੀਂ ਪਾਰਟ 12 ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਹਾਨੂੰ ਇਸ ਤੋਂ ਪਹਿਲਾਂ ਪਾਰਟ 11 ਦੇਖਣਾ ਪਵੇਗਾ, ਫਿਰ ਹੀ ਤੁਹਾਨੂੰ ਪਾਰਟ 12ਵਾਂ ਸਮਝ ਆਵੇਗਾ। ਤੇ ਇਸ ਤੋਂ ਪਹਿਲਾਂ ਜੋ ਅਸੀਂ 10 ਪਾਰਟ ਕੀਤੇ ਆ ਉਸ ਦੇ ਵਿੱਚ ਅਸੀਂ 9 ਟੌਪਿਕ ਕਵਰ ਕੀਤੇ ਆ, ਨਾਮ, ਪੜਨਾਮ, ਕਿਰਿਆ ਵਿਸ਼ੇਸ਼ਣ ਵਾਲੇ। ਠੀਕ ਹੈ, ਉਹ 9 ਟੌਪਿਕ ਅਸੀਂ ਪੂਰੇ ਦੇ ਪੂਰੇ ਕਵਰ ਕੀਤੇ ਆ, ਪੂਰੇ ਦਾ ਪੂਰਾ ਕੰਪਲੀਟ ਪੰਜਾਬੀ ਵਿਆਕਰਨ ਦਾ ਨਿਚੋੜ ਕੀਤਾ ਵਾ। ਬਹੁਤ ਵਧੀਆ MCQ ਜਿਸ ਤਰ੍ਹਾਂ ਦੇ ਐਗਜ਼ਾਮ ਦੇ ਵਿੱਚ ਆਉਂਦੇ ਨੇ ਉਸ ਤਰ੍ਹਾਂ ਦੇ ਕਰਵਾਏ ਆ, ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਜਿਹੜੇ ਸਟੂਡੈਂਟਸ ਨੇ ਹਜੇ ਤੱਕ ਨਹੀਂ ਦੇਖੇ, ਕਿਉਂਕਿ ਤੁਹਾਡੇ ਸਿਲੇਬਸ ਦੇ ਵਿੱਚ ਹੈ। ਜਿਹੜੇ ਵੀ ਸਟੂਡੈਂਟ ਵੀਡੀਓ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਫੋਰੈਸਟ ਗਾਰਡ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਇਸ ਤੋਂ ਇਲਾਵਾ PTPLS ਕਲਰਕ, ਟੈਕਸ ਅਤੇ ਸਰਵੇਅਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਉਹਨਾਂ ਦੇ ਲਈ ਇਹ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ, ਕਿਉਂਕਿ ਉਹਨਾਂ ਦੇ ਟੌਪਿਕ ਦੇ ਵਿੱਚ ਅਲੱਗ ਤੋਂ ਮੇਨ ਸਿਲੇਬਸ ਦੇ ਵਿੱਚ ਆ ਪੰਜਾਬੀ ਵਿਆਕਰਨ। ਠੀਕ ਹੈ, ਅਸੀਂ ਪੰਜਾਬੀ ਵਿਆਕਰਨ ਦੇ ਵਿੱਚੋਂ ਇੱਕ ਵੀ ਨੰਬਰ ਘੱਟ ਨਹੀਂ ਲੈਣਾ, ਇਸ ਨੂੰ ਅਸੀਂ ਪੂਰਾ ਕਵਰ ਕਰਨਾ ਹੈ। ਤੇ ਪੂਰਾ ਕਵਰ ਕਰਨ ਦੇ ਲਈ ਅਸੀਂ ਇੱਕ ਇੱਕ ਟੌਪਿਕ ਦੇ ਨਾਲ ਰਿਲੇਟਡ ਇੱਕ ਇੱਕ ਇੰਪੋਰਟੈਂਟ ਕੁਐਸਚਨ ਕੀਤਾ ਹੈ, ਤੁਸੀਂ ਦੇਖ ਸਕਦੇ ਹੋ ਹਰੇਕ ਪਾਰਟ ਦੇ ਵਿੱਚ। ਠੀਕ ਹੈ, ਤੇ ਜੋ ਪਾਰਟ 11 ਅਸੀਂ ਸ਼ੁਰੂ ਕੀਤਾ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਤੁਹਾਡੇ ਲਈ ਸ਼ੁਰੂ ਕੀਤੇ ਗਏ ਆ ਉਸ ਦੇ ਵਿੱਚ, ਤੇ ਜਿਹਨੂੰ ਅਸੀਂ ਅੱਗੇ 1 by 1 ਹਰੇਕ ਪਾਰਟ ਦੇ ਵਿੱਚ ਐਕਸਪਲੇਨ ਕਰਾਂਗੇ ਪੂਰੀ ਡਿਟੇਲ ਦੇ ਵਿੱਚ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਕੁਐਸਚਨ ਨੰਬਰ 1 ਅੱਜ ਦੀ ਵੀਡੀਓ ਦਾ ਸਾਡਾ, ਪੰਜਾਬੀ ਵਿੱਚ ਕੁੱਲ ਕਿੰਨੇ ਵਰਨ ਹਨ ਜਿਹੜੇ ਦੂਜੇ ਅੱਖਰਾਂ ਦੇ ਪੈਰਾਂ ਵਿੱਚ ਪਾਏ ਜਾਂਦੇ ਹਨ? ਹਾਂਜੀ, ਪੰਜਾਬੀ ਦੇ ਵਿੱਚ ਕੁੱਲ 2 ਇਦਾਂ ਦੇ ਵਰਨ ਆ ਜਿਹੜੇ ਕਿ ਦੂਜੇ ਅੱਖਰਾਂ ਦੇ ਪੈਰਾਂ ਦੇ ਵਿੱਚ ਲੱਗਦੇ ਆ, ਜਿਵੇਂ ਹਾਹਾ ਤੇ ਰਾਰਾ। ਫੋਰ ਐਗਜ਼ਾਮਪਲ ਪ੍ਰੀਤੀ, ਦੇਖੋ ਰਾਰਾ ਵਾ ਜਿਹੜਾ ਇਹ ਕੀ ਹੋਇਆ, ਪ੍ਰੀਤੀ ਦੇ ਮਤਲਬ ਕਿ ਪੱਪੇ ਦੇ ਪੈਰ ਦੇ ਵਿੱਚ ਲੱਗਿਆ ਵਾ। ਠੀਕ ਹੈ, ਇਸ ਤਰ੍ਹਾਂ ਦੇ ਐਗਜ਼ਾਮ ਦੇ ਵਿੱਚ ਕੁਐਸਚਨ ਆਉਂਦੇ ਆ। ਫਿਰ ਅਸੀਂ ਫੋਰ ਐਗਜ਼ਾਮਪਲ ਪਾਉਣਾ ਹੋਵੇ ਇਹਨਾਂ ਨੂੰ ਅਸੀਂ ਕਿਵੇਂ ਪਾਉਂਦੇ ਆ? ਇਸ ਤਰ੍ਹਾਂ ਵੀ ਤਾਂ ਪਾ ਹੀ ਸਕਦੇ ਆ ਨਾ। ਤਾਂ ਇਸ ਤਰ੍ਹਾਂ ਜਿਹੜਾ ਹਾਹਾ ਵਾ ਉਹ ਪੈਰ ਦੇ ਵਿੱਚ ਲੱਗਿਆ ਹੋਇਆ ਵਾ ਨੰਨੇ ਦੇ ਵਿੱਚ। ਇਹ ਦੋ ਅੱਖਰ ਆ ਜਿਨ੍ਹਾਂ ਨੂੰ ਅਸੀਂ ਪੈਰ ਦੇ ਵਿੱਚ ਪਾਉਂਦੇ ਆ ਦੂਜੇ ਅੱਖਰਾਂ ਦੇ। ਨੈਕਸਟ ਕੁਐਸਚਨ, ਸ਼ਬਦ ਵਿੱਚ ਕਿਸੇ ਵਰਨ ਨੂੰ ਉਚਾਰਨ ਵੇਲੇ ਜਿੰਨਾ ਸਮਾਂ ਲੱਗਦਾ ਹੈ ਉਸ ਨੂੰ ਕੀ ਕਹਿੰਦੇ ਆ? ਹਾਂਜੀ, ਸ਼ਬਦ ਦੇ ਵਿੱਚ ਕਿਸੇ ਵਰਨ ਨੂੰ ਉਚਾਰਨ ਵੇਲੇ ਜਿਹੜਾ ਸਮਾਂ ਲੱਗਦਾ ਵਾ ਉਸ ਨੂੰ ਮਾਤਰਾ ਕਹਿੰਦੇ ਆ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਪੰਜਾਬੀ ਵਿੱਚ ਕੁੱਲ ਕਿੰਨੇ ਮੂਲ ਸਵਰ ਹਨ? ਹਾਂਜੀ, ਮੈਂ ਆਲਰੇਡੀ ਤੁਹਾਨੂੰ ਦੱਸਿਆ ਸੀ ਕਿ ਪੰਜਾਬੀ ਦੇ ਵਿੱਚ ਟੋਟਲ 3 ਮੂਲ ਸਵਰ ਆ। ਕਿਹੜੇ ਕਿਹੜੇ? ਊੜਾ, ਆੜਾ ਤੇ ਈੜੀ। ਊੜਾ, ਆੜਾ ਤੇ ਈੜੀ, ਇਹਨਾਂ ਨੂੰ ਕੋਈ ਵੀ ਜਿਹੜੀ ਲਗਾ ਉਹ ਨਹੀਂ ਲੱਗੀ ਹੁੰਦੀ, ਇਹ ਵੀ ਤੁਸੀਂ ਯਾਦ ਰੱਖਣਾ। ਊੜਾ, ਆੜਾ, ਈੜੀ। ਊੜੇ ਔਂਕੜ ਦੇ ਨਾਲ, ਊੜੇ ਦੇ ਨਾਲ ਇੱਥੇ ਵੈਸੇ ਊੜਾ ਔਂਕੜ ਬਾਈ ਮਿਸਟੇਕ ਪਿਆ ਹੋਇਆ ਵਾ। ਠੀਕ ਹੈ, ਕੱਲਾ ਊੜਾ ਇੱਥੇ। ਊੜੇ ਦੇ ਨਾਲ ਕੁੱਲ ਕਿੰਨੀਆਂ ਲਗਾਂ ਲੱਗਦੀਆਂ ਹਨ? ਹਾਂਜੀ, ਊੜੇ ਦੇ ਨਾਲ ਟੋਟਲ 3 ਲਗਾਂ ਹੀ ਲੱਗਦੀਆਂ ਨੇ। ਕਿਹੜੀਆਂ ਕਿਹੜੀਆਂ? ਔਂਕੜ, ਦੁਲੈਂਕੜ ਅਤੇ ਹੋੜਾ। ਔਂਕੜ ਦਾ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਔਸ, ਦੁਲੈਂਕੜ ਦੀ ਊਠ, ਹੋੜੇ ਦੀ ਦੇਖ ਸਕਦੇ ਹੋ ਤੁਸੀਂ ਓਮ। ਜਦੋਂ ਊੜੇ ਦਾ ਮੂੰਹ ਖੁੱਲਾ ਹੁੰਦਾ ਨਾ, ਇਹਦਾ ਮਤਲਬ ਕੀ ਹੈ ਹੋੜਾ ਵਾ ਇਹ। ਨੈਕਸਟ ਕੁਐਸਚਨ, ਆੜੇ ਨਾਲ ਕੁੱਲ ਕਿੰਨੀਆਂ ਲਗਾਂ ਲੱਗਦੀਆਂ ਹਨ? ਹਾਂਜੀ, ਆੜੇ ਦੇ ਨਾਲ ਕੁੱਲ ਕਿੰਨੀਆਂ ਲਗਾਂ ਲੱਗਦੀਆਂ ਨੇ? 4 ਲਗਾਂ ਲੱਗਦੀਆਂ ਨੇ ਆੜੇ ਦੇ ਨਾਲ। ਕਿਹੜੀਆਂ ਕਿਹੜੀਆਂ ਲੱਗਦੀਆਂ ਨੇ? ਮੁਕਤਾ, ਕੰਨਾ, ਦੁਲਾਮਾ ਤੇ ਕਨੌੜਾ, ਆਦਰ, ਐਨਕ ਅਤੇ ਔਖਾ। ਇੱਥੇ ਤੁਸੀਂ ਸੋਚੋਗੇ ਕਿ ਮੈਂ ਇੰਨੇ ਜ਼ਿਆਦਾ ਵਰਡ ਕਿਉਂ ਬੋਲੇ ਆ। ਦੇਖੋ, ਮੁਕਤਾ ਕੀ ਹੁੰਦਾ ਵਾ? ਜਦੋਂ ਆੜੇ ਦੇ ਨਾਲ ਕੋਈ ਵੀ ਲਗ ਨਹੀਂ ਲੱਗਦੀ, ਇਕੱਲਾ ਹੀ ਹੁੰਦਾ, ਇਹਨੂੰ ਅਸੀਂ ਬੋਲਦੇ ਆ ਮੁਕਤਾ। ਫਿਰ ਕੰਨਾ ਆ ਗਿਆ। ਠੀਕ ਹੈ, ਕੰਨਾ ਜਿਵੇਂ ਆੜੇ ਕੰਨਾ,
ਆੜੇ ਨੂੰ ਕੰਨਾ ਲੱਗਦਾ ਨਾ। ਫਿਰ ਉਸ ਤੋਂ ਬਾਅਦ ਅਸੀਂ ਕੀ ਬੋਲਦੇ ਆ, ਦੁਲਾਵਾਂ ਲੱਗਦੀਆਂ ਵਾ। ਦੁਲਾਵਾਂ ਕਿਹੜੀਆਂ ਹੁੰਦੀਆਂ, ਇਹ ਵਾਲੀਆਂ, ਠੀਕ ਹੈ। ਇਹਦੀ ਐਗਜ਼ਾਮਪਲ ਲਈ ਗਈ ਆ ਐਨਕ, ਠੀਕ ਹੈ। ਉਸ ਤੋਂ ਬਾਅਦ ਅਸੀਂ ਬੋਲਾਂਗੇ ਆੜੇ ਨੂੰ ਅਸੀਂ ਕਨੌੜਾ ਲਾਉਂਦੇ ਆ। ਕਨੌੜੇ ਦੀ ਐਗਜ਼ਾਮਪਲ ਲਈ ਆ ਔਖਾ, ਠੀਕ ਹੈ। ਮੁਕਤੇ ਦੀ ਐਗਜ਼ਾਮਪਲ ਹੈ ਇਹਦੇ ਵਿੱਚ ਅਮਰ, ਠੀਕ ਹੈ। ਦੁਲਾਵਾਂ ਦੀ ਇਹਦੇ ਵਿੱਚ ਹੈਗੀ ਆ ਵਰਤੋਂ ਐਨਕ, ਮਤਲਬ ਐਗਜ਼ਾਮਪਲ ਲਈ ਆ। ਕੰਨੇ ਦੀ ਲਈ ਗਈ ਆ ਆਦਰ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ। ਥੋੜਾ ਉਲਟ ਫੁਲਟ ਹੋ ਗਏ ਆ, ਬਾਈ ਮਿਸਟੇਕ ਹੋਇਆ, ਇਹ ਕੋਈ ਜਾਣ ਬੁੱਝ ਕੇ ਨਹੀਂ ਕੀਤੇ ਗਏ, ਉਸ ਦੇ ਲਈ ਸੌਰੀ। ਅੱਗੇ ਤੋਂ ਧਿਆਨ ਰੱਖਾਂਗੇ ਇਸ ਗੱਲ ਦਾ ਕਿ ਸਾਹਮਣੇ ਬਿਲਕੁਲ ਪਾਏ ਜਾਣ। ਹਾਂਜੀ, ਅੱਗੇ ਈੜੀ ਦੇ ਨਾਲ ਕੁੱਲ ਕਿੰਨੀਆਂ ਲਗਾਂ ਲੱਗਦੀਆਂ ਹਨ? ਈੜੀ ਦੇ ਨਾਲ ਟੋਟਲ 3 ਲਗਾਂ ਲੱਗਦੀਆਂ। ਕਿਹੜੀਆਂ ਕਿਹੜੀਆਂ? ਸਿਹਾਰੀ, ਬਿਹਾਰੀ ਤੇ ਲਾ। ਈੜੀ ਦੇ ਨਾਲ ਕਿੰਨੀਆਂ ਲਗਾਂ ਲੱਗਦੀਆਂ? 3 ਲੱਗਦੀਆਂ ਨੇ, ਸਿਹਾਰੀ, ਬਿਹਾਰੀ ਤੇ ਲਾ। ਫੋਰ ਐਗਜ਼ਾਮਪਲ ਈੜੀ ਸਿਹਾਰੀ, ਈੜੀ ਬਿਹਾਰੀ ਤੇ ਈੜੀ ਨੂੰ ਲਾ, ਠੀਕ ਹੈ। ਤੇ ਈੜੀ ਦੀ ਸਿਹਾਰੀ ਦੀ ਇੱਥੇ ਐਗਜ਼ਾਮਪਲ ਲਈ ਗਈ ਹੈ ਇਸਤਰੀ, ਈੜੀ ਨੂੰ ਬਿਹਾਰੀ ਦੀ ਲਈ ਗਈ ਹੈ ਈਨ ਤੇ ਈੜੀ ਨੂੰ ਲਾ ਦੀ ਲਈ ਗਈ ਹੈ ਏਕਤਾ। ਨੈਕਸਟ ਕੁਐਸਚਨ, ਮਾਤਰਾ ਦੇ ਆਧਾਰ ਤੇ ਲਗਾਂ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ? ਹਾਂਜੀ, ਮਾਤਰਾ ਦੇ ਆਧਾਰ ਤੇ ਲਗਾਂ ਨੂੰ ਟੋਟਲ 2 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ। ਕਿਹੜੀ ਕਿਹੜੀ? ਲਘੂ ਅਤੇ ਦੀਰਘ, ਯਾਨੀ ਕਿ ਛੋਟੀ ਮਾਤਰਾ ਤੇ ਵੱਡੀ ਮਾਤਰਾ ਦੇ ਵਿੱਚ ਵੰਡਿਆ ਜਾ ਸਕਦਾ ਵਾ ਲਗਾਂ ਨੂੰ ਮਾਤਰਾ ਦੇ ਆਧਾਰ ਤੇ। ਨੈਕਸਟ ਕੁਐਸਚਨ, ਮੁਕਤਾ, ਸਿਹਾਰੀ, ਲਾ, ਔਂਕੜ ਅਤੇ ਹੋੜਾ ਕਿਹੜੀਆਂ ਮਾਤਰਾਵਾਂ ਹਨ? ਹਾਂਜੀ, ਮੁਕਤਾ, ਸਿਹਾਰੀ, ਲਾ, ਔਂਕੜ ਅਤੇ ਹੋੜਾ ਇਹ ਸਾਰੀਆਂ ਲਘੂ ਮਾਤਰਾਵਾਂ ਨੇ। ਨੈਕਸਟ ਕੁਐਸਚਨ, ਕੰਨਾ, ਵਿਹਾਰੀ, ਦੁਲਾਵਾਂ, ਦੁਲੈਂਕੜ ਅਤੇ ਕਨੌੜਾ ਕਿਹੜੀਆਂ ਮਾਤਰਾਵਾਂ ਹਨ? ਹਾਂਜੀ, ਕੰਨਾ, ਵਿਹਾਰੀ, ਦੁਲਾਵਾਂ, ਦੁਲੈਂਕੜ ਅਤੇ ਕਨੌੜਾ ਇਹ ਦੀਰਘ ਮਾਤਰਾਵਾਂ ਨੇ। ਨੈਕਸਟ ਕੁਐਸਚਨ, ਭਾਸ਼ਾ ਦੀ ਛੋਟੀ ਤੋਂ ਛੋਟੀ ਤੇ ਸਾਰਥਿਕ ਇਕਾਈ ਕਿਹੜੀ ਹੈ ਜੋ ਵਰਨਾਂ, ਲਗਾ ਤੇ ਲਗਾਖਰਾਂ ਦੇ ਸਹੀ ਜੋੜ ਮੇਲ ਤੋਂ ਬਣਦੀ ਹੈ? ਹਾਂਜੀ, ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਆ ਜਿਹੜੀ ਸਾਰਥਿਕ ਇਕਾਈ ਆ ਸ਼ਬਦ, ਜਿਹੜੀ ਕਿ ਵਰਨਾਂ, ਲਗਾ ਤੇ ਲਗਾਖਰਾਂ ਦੇ ਸਹੀ ਜੋੜ ਮੇਲ ਤੋਂ ਬਣਦੀ ਆ। ਨੈਕਸਟ ਕੁਐਸਚਨ, ਵਰਤੋਂ ਦੇ ਆਧਾਰ ਤੇ ਸ਼ਬਦ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਹਾਂਜੀ, ਵਰਤੋਂ ਦੇ ਆਧਾਰ ਤੇ ਸ਼ਬਦ ਦੀਆਂ 2 ਕਿਸਮਾਂ ਹੁੰਦੀਆਂ ਨੇ, ਕੋਸ਼ਗਤ ਸ਼ਬਦ ਅਤੇ ਵਿਆਕਰਨਿਕ ਸ਼ਬਦ, ਠੀਕ ਹੈ। ਅੱਗੇ ਅਸੀਂ 1 ਬਾਈ 1 ਐਕਸਪਲੇਨ ਕਰਦੇ ਹਾਂ ਇਹਨਾਂ ਨੂੰ। ਜਿਨ੍ਹਾਂ ਸ਼ਬਦਾਂ ਨੂੰ ਮੁੱਢਲੀ ਇਕਾਈ ਵਜੋਂ ਕੋਸ਼ ਦੇ ਵਿੱਚ ਦਰਜ ਕਰਨ ਲਈ ਵਰਤਿਆ ਜਾਂਦਾ ਉਹਨਾਂ ਨੂੰ ਕੀ ਕਹਿੰਦੇ ਆ? ਹਾਂਜੀ, ਜਿਨ੍ਹਾਂ ਸ਼ਬਦਾਂ ਨੂੰ ਮੁੱਢਲੀ ਇਕਾਈ ਵਜੋਂ ਕੋਸ਼ ਵਿੱਚ ਦਰਜ ਕਰਨ ਦੇ ਲਈ ਵਰਤਿਆ ਜਾਂਦਾ ਉਹਨਾਂ ਨੂੰ ਕੋਸ਼ਗਤ ਸ਼ਬਦ ਕਹਿੰਦੇ ਆ। ਫੋਰ ਐਗਜ਼ਾਮਪਲ ਕੁਰਸੀ, ਠੀਕ ਹੈ। ਕੁਰਸੀ ਕੋਸ਼ਗਤ ਸ਼ਬਦ ਆ ਜਿਸ ਵਿੱਚ ਇਸ ਦਾ ਅਰਥ ਹੈ ਇੱਕ ਵਸਤੂ ਜਿਸ ਤੇ ਬੈਠਣ ਤੋਂ ਕੰਮ ਲਿਆ ਜਾਂਦਾ ਵਾ, ਠੀਕ ਹੈ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਪੰਜਾਬੀ ਵਾਕਾਂ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਸ਼ਬਦ ਰੂਪਾਂ ਨੂੰ ਕੀ ਕਹਿੰਦੇ ਹਨ? ਹਾਂਜੀ, ਪੰਜਾਬੀ ਵਾਕਾਂ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਸ਼ਬਦ ਰੂਪਾਂ ਨੂੰ ਵਿਆਕਰਨਿਕ ਕਹਿੰਦੇ ਹਨ। ਫੋਰ ਐਗਜ਼ਾਮਪਲ ਜਿਵੇਂ ਨਾਮ, ਵਸਤੂਵਾਚਕ ਨਾਮ, ਇੱਕਵਾਚਕ ਨਾਮ, ਇਸਤਰੀ ਲਿੰਗ ਆਦਿ, ਠੀਕ ਹੈ। ਇਸ ਤਰ੍ਹਾਂ ਦੇ ਆ ਜਾਂਦੇ ਆ ਵਿਆਕਰਨਿਕ ਸ਼ਬਦ ਦੇ ਵਿੱਚ। ਇਹ ਕੁਰਸੀ ਮਤਲਬ ਕਿ ਕਿਸੇ ਚੀਜ਼ ਦਾ ਨਾਮ ਆ, ਕਿਸੇ ਵਸਤੂ ਦਾ ਨਾਮ ਆ, ਠੀਕ ਹੈ। ਵਸਤੂਵਾਚਕ ਨਾਮ ਆ ਜਾਂਦਾ ਵਾ, ਠੀਕ ਹੈ। ਇੱਕ ਵਚਨ ਵੀ ਬਣਦਾ ਵਾ ਇਹਦਾ, ਇਸਤਰੀ ਲਿੰਗ ਵੀ ਹੈ ਇਹ, ਠੀਕ ਹੈ। ਇਸ ਤਰ੍ਹਾਂ ਇਹ ਵਿਆਕਰਨਿਕ ਸ਼ਬਦ ਆ ਜਿਨ੍ਹਾਂ ਦੇ ਵਿੱਚ ਕਿਸੇ ਸ਼ਬਦ ਦੇ ਵੱਖ-ਵੱਖ ਰੂਪ ਲਏ ਜਾਂਦੇ ਆ। ਨੈਕਸਟ, ਅਰਥ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਹਨ? ਹਾਂਜੀ, ਅਰਥਾਂ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀਆਂ 2 ਕਿਸਮਾਂ ਨੇ। ਕਿਹੜੀਆਂ-ਕਿਹੜੀਆਂ ਨੇ? ਸਾਰਥਕ ਸ਼ਬਦ ਅਤੇ ਨਿਰਾਰਥਕ ਸ਼ਬਦ। ਅੱਗੇ ਅਸੀਂ ਦੇਖ ਲੈਂਦੇ ਹਾਂ 1 ਬਾਈ 1 ਵਿਦ ਐਗਜ਼ਾਮਪਲ। ਜਿਨ੍ਹਾਂ ਸ਼ਬਦਾਂ ਦੇ ਆਪਣੇ ਕੋਈ ਨਿਸ਼ਚਿਤ ਭਾਵ ਅਥਵਾ ਅਰਥ ਹੁੰਦੇ ਆ ਉਹਨਾਂ ਨੂੰ ਕੀ ਕਹਿੰਦੇ ਆ? ਹਾਂਜੀ, ਜਿਨ੍ਹਾਂ ਸ਼ਬਦਾਂ ਦੇ ਕੋਈ ਨਾ ਕੋਈ ਅਰਥ ਹੁੰਦੇ ਆ, ਮਤਲਬ ਕੋਈ ਨਿਸ਼ਚਿਤ ਅਰਥ ਨਿਕਲਦੇ ਆ, ਕੁਛ ਨਾ ਕੁਛ ਉਹਦਾ ਭਾਵ ਹੁੰਦਾ ਵਾ, ਉਸ ਨੂੰ ਅਸੀਂ ਸਾਰਥਕ ਸ਼ਬਦ ਬੋਲਦੇ ਆ। ਜਿਵੇਂ ਗੱਡੀ, ਕੁਰਸੀ, ਫੁੱਲ, ਕਾਂ, ਚਿੜੀ। ਹੁਣ ਤੁਸੀਂ ਦੇਖ ਸਕਦੇ ਹੋ ਗੱਡੀ ਇੱਕ ਸਾਧਨ ਦਾ ਨਾਮ ਆ, ਕੁਰਸੀ ਇੱਕ ਵਸਤੂ ਦਾ ਨਾਮ ਆ, ਠੀਕ ਹੈ। ਫੁੱਲ ਵੀ ਤੁਹਾਨੂੰ ਪਤਾ ਹੈ, ਕਾਂ ਇੱਕ ਪੰਛੀ ਦਾ ਨਾਮ ਆ, ਚਿੜੀ ਇੱਕ ਪੰਛੀ ਦਾ ਨਾਮ ਆ, ਠੀਕ ਹੈ। ਇਸ ਤਰ੍ਹਾਂ ਜਿਹੜੇ ਤੁਸੀਂ ਦੇਖ ਸਕਦੇ ਇਹਨਾਂ ਦੇ ਕੋਈ ਨਾ ਕੋਈ ਮੀਨਿੰਗ ਆ। ਸਾਨੂੰ ਪਤਾ ਵਾ ਫੁੱਲ ਦੀਆਂ ਵੀ ਅੱਗੇ ਕਿੰਨੀਆਂ ਕਿਸਮਾਂ ਹੁੰਦੀਆਂ ਵਾ, ਠੀਕ ਹੈ। ਇਸ ਤਰ੍ਹਾਂ ਇਹਨਾਂ ਦੇ ਕੋਈ ਨਾ ਕੋਈ ਮੀਨਿੰਗ ਆ। ਪਰ ਅੱਗੇ ਅਸੀਂ ਦੇਖਦੇ ਹਾਂ ਨਿਰਾਰਥਕ ਸ਼ਬਦ, ਜਿਨ੍ਹਾਂ ਦਾ ਕੋਈ ਮੀਨਿੰਗ ਨਹੀਂ ਹੁੰਦਾ, ਜਿਨ੍ਹਾਂ ਸ਼ਬਦਾਂ ਦੇ ਕੋਈ ਵਿਸ਼ੇਸ਼ ਅਰਥ ਪ੍ਰਾਪਤ ਨਾ ਹੋਣ ਉਹਨਾਂ ਨੂੰ ਕੀ ਕਹਿੰਦੇ ਆ? ਉਹਨਾਂ ਨੂੰ ਕਹਿੰਦੇ ਆ ਨਿਰਾਰਥਕ ਸ਼ਬਦ। ਫੋਰ ਐਗਜ਼ਾਮਪਲ ਜਿਵੇਂ ਰੋਟੀ, ਰਾਟੀ। ਹੁਣ ਦੇਖੋ ਰੋਟੀ ਦਾ ਮੀਨਿੰਗ ਤਾਂ ਸਾਨੂੰ ਪਤਾ ਸਭ ਨੂੰ ਕਿ ਰੋਟੀ ਦਾ ਮੀਨਿੰਗ ਇੱਕ ਸਾਰਥਕ ਮੀਨਿੰਗ ਆ, ਸਾਰਥਕ ਸ਼ਬਦ ਬੋਲਾਂਗੇ ਇਹਨੂੰ। ਪਰ ਜਦੋਂ ਅਸੀਂ ਕਹਿੰਦੇ ਆ ਕਿ ਪਹਿਲਾਂ ਰੋਟੀ ਰੱਟੀ ਤਾਂ ਕੰਮ ਨਿਬੇੜੀਏ ਤਾਂ ਉਸ ਟਾਈਮ ਕੀ ਕਹਿੰਦੇ ਆ ਅਸੀਂ? ਰਾਟੀ ਦਾ ਤਾਂ ਕੋਈ ਮੀਨਿੰਗ ਨਹੀਂ, ਇਹਨੂੰ ਅਸੀਂ ਬੋਲਾਂਗੇ ਨਿਰਾਰਥਕ ਸ਼ਬਦ। ਜਿਵੇਂ ਪਾਣੀ ਧਾਣੀ, ਆਜੋ ਪਾਣੀ ਧਾਣੀ ਪੀ ਲਓ, ਤਾਂ ਇਹਨੂੰ ਕੀ ਕਹਿੰਦੇ ਆ ਅਸੀਂ?
ਜਿਹੜਾ ਧਾਣੀ ਹੈ ਇਹਦਾ ਤਾਂ ਕੋਈ ਮੀਨਿੰਗ ਨਹੀਂ, ਠੀਕ ਹੈ। ਜਿਵੇਂ ਅਸੀਂ ਕਹਿੰਦੇ ਆਜੋ ਚਾਹ ਚੂ ਪੀ ਕੇ ਚਲੇ ਜਾਇਓ, ਤਾਂ ਚਾਹ ਤਾਂ ਮੀਨਿੰਗ ਹੈ ਪਰ ਚੂ ਦਾ ਤਾਂ ਕੋਈ ਮੀਨਿੰਗ ਹੀ ਨਹੀਂ। ਇਹਨਾਂ ਨੂੰ ਅਸੀਂ ਬੋਲਦੇ ਹਾਂ ਨਿਰਾਰਥਕ ਸ਼ਬਦ। ਨੈਕਸਟ ਕੁਐਸਚਨ, ਬਣਤਰ ਦੇ ਆਧਾਰ ਤੇ ਸ਼ਬਦ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਹਾਂਜੀ, ਬਣਤਰ ਦੇ ਆਧਾਰ ਤੇ ਸ਼ਬਦਾਂ ਦੀਆਂ ਟੋਟਲ 2 ਕਿਸਮਾਂ ਹੁੰਦੀਆਂ ਨੇ। ਕਿਹੜੀਆਂ-ਕਿਹੜੀਆਂ? ਮੂਲ ਅਤੇ ਰਚਿਤ ਸ਼ਬਦ। ਮੂਲ ਅਤੇ ਰਚਿਤ ਸ਼ਬਦ, ਇਹਨਾਂ ਦੇ ਹੋਰ ਨਾਮ ਵੀ ਆ। ਮੂਲ ਦਾ ਨਾਮ ਆ ਰੂੜ ਸ਼ਬਦ ਅਤੇ ਰਚਿਤ ਦਾ ਨਾਮ ਆ ਯੋਗਿਕ ਸ਼ਬਦ। ਅੱਗੇ ਅਸੀਂ 1 by 1 ਵਿਦ ਐਗਜ਼ਾਮਪਲ ਇਹਨਾਂ ਨੂੰ ਦੇਖ ਲੈਂਦੇ ਆ। ਜਿਨ੍ਹਾਂ ਸ਼ਬਦਾਂ ਨੂੰ ਅੱਗੇ ਹੋਰ ਹਿੱਸਿਆਂ ਵਿੱਚ ਨਾ ਵੰਡਿਆ ਜਾ ਸਕੇ ਉਹਨਾਂ ਨੂੰ ਕੀ ਕਹਿੰਦੇ ਆ? ਹਾਂਜੀ, ਜਿਨ੍ਹਾਂ ਸ਼ਬਦਾਂ ਨੂੰ ਕਿਸੇ ਅੱਗੇ ਹੋਰ ਹਿੱਸੇ ਦੇ ਵਿੱਚ ਨਾ ਵੰਡਿਆ ਜਾਵੇ, ਮਤਲਬ ਜਿਨ੍ਹਾਂ ਤੋਂ ਕੋਈ ਹੋਰ ਸ਼ਬਦ ਨਾ ਨਿਕਲੇ ਜਾਂ ਜਿਹਦਾ ਕੋਈ ਹੋਰ ਮੀਨਿੰਗ ਹੀ ਨਾ ਨਿਕਲੇ, ਹੋਰ ਸ਼ਬਦ ਨਾ ਬਣੇ ਜਿਹਦੇ ਤੋਂ, ਉਹਨੂੰ ਅਸੀਂ ਮੂਲ ਬੋਲਦੇ ਆ ਜਾਂ ਰੂੜ ਬੋਲਦੇ ਆ। ਵੀ ਉਹ ਰੁੱਠਿਆ ਹੀ ਰਹਿੰਦਾ, ਆਪਦਾ ਅਲੱਗ ਹੀ ਰਹਿੰਦਾ, ਠੀਕ ਹੈ। ਮੂਲ ਸ਼ਬਦ ਜਾਂ ਰੂੜ ਸ਼ਬਦ ਬੋਲਦੇ ਆ। ਫਾਰ ਐਗਜ਼ਾਮਪਲ ਨਮਕ। ਨਮਕ ਨੂੰ ਚਾਹੇ ਅਸੀਂ ਨੰਨਾ ਮੰਮਾ ਵਿੱਚ ਕੱਕਾ ਪਾ ਕੇ ਜੋੜ ਦਈਏ ਤਾਂ ਵੀ ਨਮਕ ਹੀ ਰਹਿਣਾ, ਚਾਹੇ ਅਸੀਂ ਨੰਨਾ ਪਲੱਸ ਮੰਮਾ ਕੱਕਾ ਪਾ ਦਈਏ ਤਾਂ ਵੀ ਨਮਕ ਹੀ ਰਹਿਣਾ, ਠੀਕ ਹੈ ਜੀ। ਨੈਕਸਟ ਕੁਐਸਚਨ, ਉਹ ਸ਼ਬਦ ਜੋ 2 ਜਾਂ 2 ਤੋਂ ਵੱਧ ਸ਼ਬਦਾਂ ਦੀ ਮਦਦ ਨਾਲ ਰਚੇ ਜਾਣ ਉਹਨਾਂ ਨੂੰ ਕੀ ਬੋਲਦੇ ਆ? ਹਾਂਜੀ, ਜਿਹੜੇ ਸ਼ਬਦ ਅਸੀਂ ਆਪ ਰਚ ਸਕਦੇ ਹਾਂ 2 ਤੋਂ 2 ਜਾਂ 2 ਜਾਂ 2 ਤੋਂ ਵੱਧ ਸ਼ਬਦਾਂ ਨੂੰ, ਉਹਨਾਂ ਨੂੰ ਅਸੀਂ ਬੋਲਦੇ ਹਾਂ ਰਚਿਤ ਜਾਂ ਫਿਰ ਯੋਗਿਕ ਸ਼ਬਦ। ਉਹ ਸ਼ਬਦ ਜੋ 2 ਜਾਂ 2 ਤੋਂ ਵੱਧ ਸ਼ਬਦਾਂ ਦੀ ਮਦਦ ਨਾਲ ਰਚੇ ਜਾਣ ਉਹਨਾਂ ਨੂੰ ਅਸੀਂ ਰਚਿਤ ਜਾਂ ਯੋਗਿਕ ਸ਼ਬਦ ਬੋਲਦੇ ਹਾਂ। ਫੋਰ ਐਗਜ਼ਾਮਪਲ ਗੁਰਮੁਖ। ਗੁਰਮੁਖ 2 ਤੋਂ ਬਣਿਆ ਨਾ, ਪਹਿਲਾ ਗੁਰ ਤੇ ਪਲੱਸ ਮੁਖ, ਗੁਰਮੁਖ ਬਣ ਗਿਆ। ਫਿਰ ਰੇਲ ਗੱਡੀ 2 ਤੋਂ ਬਣਿਆ, ਰੇਲ ਪਲੱਸ ਗੱਡੀ, ਇਹ ਵੀ 2 ਤੋਂ ਬਣਾਇਆ ਵਾ। ਤਾਂ ਇਸ ਤਰ੍ਹਾਂ ਦੇ ਇਸ ਦੇ ਵਿੱਚ ਸ਼ਬਦ ਆ ਜਾਂਦੇ ਆ ਜਿਹੜੇ ਕਿਸੇ ਹੋਰ ਸ਼ਬਦਾਂ ਤੋਂ ਕ੍ਰੀਏਟ ਹੋ ਜਾਂਦੇ ਆ। ਪਰ ਰੂੜ ਸ਼ਬਦ ਉਹ ਹੁੰਦੇ ਆ ਜਿਹੜੇ ਕਿ ਆਪ ਹੀ ਰਹਿੰਦੇ ਆ, ਆਪਦਾ ਕਿਸੇ ਹੋਰ ਨੂੰ ਆਪਦੇ ਵਿੱਚ ਨਹੀਂ ਇਨਵੋਲਵ ਕਰਦੇ। ਨੈਕਸਟ ਕੁਐਸਚਨ, ਜਾਂ ਯੋਗਿਕ ਸ਼ਬਦਾਂ ਨੂੰ ਅੱਗੇ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ? ਹਾਂਜੀ, ਰਚਿਤ ਜਾਂ ਯੋਗਿਕ ਸ਼ਬਦਾਂ ਨੂੰ ਅੱਗੇ 2 ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ। ਕਿੰਨਿਆਂ ਦੇ ਵਿੱਚ ਵੰਡਿਆ ਜਾ ਸਕਦਾ? 2 ਦੇ ਵਿੱਚ। ਕਿਹੜੇ-ਕਿਹੜੇ? ਸਮਾਸੀ ਸ਼ਬਦ ਅਤੇ ਉਤਪੰਨ ਸ਼ਬਦ। ਅੱਗੇ ਅਸੀਂ ਇਹਨਾਂ ਨੂੰ ਵੀ 1 by 1 ਵਿਦ ਐਗਜ਼ਾਮਪਲ ਕੁਐਸਚਨ ਦੇ ਵਿੱਚ ਐਕਸਪਲੇਨ ਕਰਦੇ ਹਾਂ। 2 ਜਾਂ 2 ਤੋਂ ਵੱਧ ਮੂਲ ਸ਼ਬਦਾਂ ਦੇ ਜੋੜ ਤੋਂ ਬਣਨ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਹਨ, ਜਿਨ੍ਹਾਂ ਨੂੰ ਜੋੜ ਨਹੀਂ ਲਗਾ ਕੇ ਲਿਖਿਆ ਜਾ ਸਕਦਾ? ਹਾਂਜੀ, ਸਮਾਸੀ ਸ਼ਬਦ ਕਹਿੰਦੇ ਆ ਇਹਨਾਂ ਨੂੰ, ਠੀਕ ਹੈ, ਜਿਨ੍ਹਾਂ ਨੂੰ ਅਸੀਂ 2 ਜਾਂ 2 ਤੋਂ ਵੱਧ ਸ਼ਬਦ ਜਦੋਂ ਲਿਖਦੇ ਹਾਂ, 2 ਜਾਂ 2 ਤੋਂ ਵੱਧ ਮੂਲ ਸ਼ਬਦਾਂ ਦੇ ਜੋੜ ਤੋਂ ਬਣਨ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਆ, ਜਿਨ੍ਹਾਂ ਨੂੰ ਅਸੀਂ ਜੋੜ ਨਹੀਂ ਲਾ ਕੇ ਲਿਖਦੇ ਆ, ਸਮਾਸੀ ਸ਼ਬਦ ਬੋਲਦੇ ਆ। ਜਿਵੇਂ ਅਸੀਂ ਲਿਖਦੇ ਆ ਚੰਗਾ, ਮਾੜਾ, ਘਰ, ਵਾਰ, ਠੀਕ ਹੈ, ਅਸੀਂ ਵਿੱਚ ਡੈਸ਼ ਜੀ ਪਾਉਂਦੇ ਆ ਨਾ, ਇਹਨਾਂ ਨੂੰ ਅਸੀਂ ਜੋੜ ਨਹੀਂ ਲਾ ਕੇ ਬੋਲਦੇ ਆ। ਨੈਕਸਟ ਕੁਐਸਚਨ, ਉਹ ਸ਼ਬਦ ਜੋ ਮੂਲ ਸ਼ਬਦਾਂ ਦੇ ਅੱਗੇ ਜਾਂ ਪਿੱਛੇ ਜੋੜ ਕੇ ਬਣਾਏ ਜਾਣ ਉਹਨਾਂ ਨੂੰ ਕੀ ਕਹਿੰਦੇ ਹਨ? ਹਾਂਜੀ, ਉਹ ਸ਼ਬਦ ਜਿਹੜੇ ਮੂਲ ਸ਼ਬਦਾਂ ਦੇ ਅੱਗੇ ਜਾਂ ਪਿੱਛੇ ਜੋੜ ਕੇ ਬਣਾਏ ਜਾਂਦੇ ਆ ਉਹਨਾਂ ਨੂੰ ਉਤਪੰਨ ਸ਼ਬਦ ਕਹਿੰਦੇ ਆ, ਠੀਕ ਹੈ। ਕਿਹੜੇ ਸ਼ਬਦ ਬੋਲਦੇ ਆ ਉਹਨਾਂ ਨੂੰ? ਉਹਨਾਂ ਨੂੰ ਬੋਲਦੇ ਆ ਅਸੀਂ ਉਤਪੰਨ ਸ਼ਬਦ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਕਿਹੜੇ ਸ਼ਬਦ ਬੋਲਦੇ ਆ? ਉਤਪੰਨ ਸ਼ਬਦ। ਉਤਪਤੀ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਹਨ? ਹਾਂਜੀ, ਉਤਪਤੀ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀਆਂ 3 ਕਿਸਮਾਂ ਨੇ। ਕਿਹੜੇ-ਕਿਹੜੇ ਆ? ਤਤਸਮ ਸ਼ਬਦ, ਤਤਭਵ ਸ਼ਬਦ ਅਤੇ ਦੇਸੀ ਸ਼ਬਦ। ਅੱਗੇ ਅਸੀਂ ਇਹਨਾਂ ਨੂੰ ਵੀ 1 by 1 ਐਕਸਪਲੇਨ ਕਰਦੇ ਹਾਂ। ਉਹ ਸ਼ਬਦ ਜੋ ਦੂਜੀਆਂ ਭਾਸ਼ਾਵਾਂ ਤੋਂ ਜਿਉਂ ਦੇ ਤਿਉਂ ਹੀ ਪੰਜਾਬੀ ਵਿੱਚ ਸ਼ਾਮਿਲ ਕਰ ਲਏ ਗਏ ਉਹਨਾਂ ਨੂੰ ਕੀ ਕਹਿੰਦੇ ਆ? ਹਾਂਜੀ, ਉਹ ਸ਼ਬਦ ਜਿਹੜੇ ਅਸੀਂ ਦੂਸਰੀਆਂ ਭਾਸ਼ਾਵਾਂ ਤੋਂ ਅਡਾਪਟ ਕੀਤੇ ਆ, ਜਿਵੇਂ ਹੈਗੇ ਆ ਉਸੇ ਤਰ੍ਹਾਂ ਪੰਜਾਬੀ 'ਚ ਐਡ ਕੀਤੇ ਆ, ਕੋਈ ਉਹਨਾਂ ਦਾ ਅਸੀਂ ਮੀਨਿੰਗ ਨਹੀਂ ਚੇਂਜ ਕੀਤਾ, ਐਜ਼ ਇਟ ਇਜ਼ ਹੀ ਲਏ ਗਏ ਆ, ਉਹਨਾਂ ਨੂੰ ਅਸੀਂ ਬੋਲਦੇ ਆ ਤਤਸਮ ਸ਼ਬਦ। ਜਿਵੇਂ ਗਿਆਨ ਅਸੀਂ ਸੰਸਕ੍ਰਿਤ ਭਾਸ਼ਾ ਤੋਂ ਲਿਆ ਵਾ ਤੇ ਗਿਆਨ ਨੂੰ ਅਸੀਂ ਪੰਜਾਬੀ 'ਚ ਵੀ ਗਿਆਨ ਹੀ ਬੋਲਦੇ ਆ ਤੇ ਸੇਮ ਮੀਨਿੰਗ ਇਹਦਾ ਸੰਸਕ੍ਰਿਤ ਦੇ ਵਿੱਚ ਆ, ਸੇਮ ਪੰਜਾਬੀ ਦੇ ਵਿੱਚ ਆ। ਫੋਰ ਐਗਜ਼ਾਮਪਲ ਸਕੂਲ ਅਸੀਂ ਅੰਗਰੇਜ਼ੀ ਦਾ ਸ਼ਬਦ ਲਿਆ ਵਾ, ਸਕੂਲ ਨੂੰ ਅੰਗਰੇਜ਼ੀ ਤੋਂ ਲਿਆ ਵਾ, ਠੀਕ ਹੈ। ਸਕੂਲ ਨੂੰ ਅਸੀਂ ਪੰਜਾਬੀ 'ਚ ਵੀ ਸਕੂਲ ਹੀ ਬੋਲਦੇ ਆ ਤੇ ਅੰਗਰੇਜ਼ੀ 'ਚ ਵੀ ਸਕੂਲ ਹੀ ਬੋਲਦੇ ਆ, ਠੀਕ ਹੈ। ਸੇਮ ਇਦਾਂ ਹੀ ਅਸੀਂ ਹਿੰਦੀ ਤੋਂ ਲਿਆ ਵਾ ਕਵੀ ਨੂੰ ਅਸੀਂ ਪੰਜਾਬੀ 'ਚ ਵੀ ਕਵੀ ਹੀ ਬੋਲਦੇ ਆ। ਇਦਾਂ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਆ ਜਾਂਦੇ ਆ, ਠੀਕ ਹੈ। ਹੁਣ ਇਹ ਤੁਸੀਂ ਯਾਦ ਰੱਖਣਾ, ਜਿਹੜੇ ਸ਼ਬਦ ਅਸੀਂ ਕਿਸੇ ਹੋਰ ਭਾਸ਼ਾ ਤੋਂ ਅਡਾਪਟ ਕੀਤੇ ਆ ਸੇਮ ਐਜ਼ ਇਟ ਇਜ਼, ਕੋਈ ਉਹਨਾਂ ਦੇ ਵਿੱਚ ਚੇਂਜ ਨਹੀਂ ਕੀਤਾ, ਕੋਈ ਮੀਨਿੰਗ ਨਹੀਂ ਚੇਂਜ ਕੀਤਾ, ਉਹਨਾਂ ਨੂੰ ਅਸੀਂ ਬੋਲਦੇ ਹਾਂ ਤਤਸਮ ਸ਼ਬਦ। ਨੈਕਸਟ ਕੁਐਸਚਨ, ਉਹ ਸ਼ਬਦ ਜਿਹੜੇ ਦੂਜੀਆਂ ਭਾਸ਼ਾਵਾਂ ਤੋਂ ਲਏ ਤਾਂ ਗਏ ਹੋਣ ਪਰ ਪੰਜਾਬੀ ਵਿੱਚ ਉਹਨਾਂ ਦਾ ਰੂਪ ਬਦਲ ਗਿਆ ਹੋਵੇ ਉਹਨਾਂ ਨੂੰ ਕੀ ਬੋਲਦੇ ਆ? ਹਾਂਜੀ, ਉਹ ਸ਼ਬਦ ਜਿਹੜੇ ਅਸੀਂ ਕਿਸੇ ਹੋਰ ਭਾਸ਼ਾ ਤੋਂ ਅਡਾਪਟ ਤਾਂ ਕੀਤੇ ਆ ਪਰ ਪੰਜਾਬੀ ਦੇ ਵਿੱਚ ਲਿਆ ਕੇ ਉਹਨਾਂ ਦੇ ਅਸੀਂ ਮੀਨਿੰਗ ਚੇਂਜ ਕੀਤੇ ਆ, ਉਹਨਾਂ ਨੂੰ ਅਸੀਂ ਬੋਲਦੇ ਹਾਂ
ਤਦਭਵ ਸ਼ਬਦ। ਫੋਰ ਐਗਜ਼ਾਮਪਲ ਜਿਵੇਂ ਪੰਚ, ਪੰਚ ਇੱਕ ਪੰਜਾਬੀ ਸ਼ਬਦ, ਪੰਚ ਆ ਜਿਹੜਾ ਇਹ ਪੰਜਾਬੀ ਦਾ ਸ਼ਬਦ ਹਿੰਦੀ ਦਾ ਸ਼ਬਦ ਆ ਤੇ ਇਹਨੂੰ ਪੰਜਾਬੀ ਚ ਅਸੀਂ ਇਹਦਾ ਅਰਥ ਕੱਢਿਆ ਪੰਜ। ਦੀਪ, ਦੀਪ ਜਿਹੜਾ ਹਿੰਦੀ ਦਾ ਸ਼ਬਦ ਆ ਪਰ ਇਹਨੂੰ ਅਸੀਂ ਪੰਜਾਬੀ ਚ ਕੱਢਿਆ ਵਾ ਇਹਦਾ ਅਰਥ ਦੀਵਾ। ਜਿਵੇਂ ਹਿਰਦੇ ਆ ਹਿੰਦੀ ਦਾ ਸ਼ਬਦ ਆ ਤੇ ਇਹ ਤੋਂ ਅਸੀਂ ਪੰਜਾਬੀ ਚ ਸ਼ਬਦ ਲਈ ਮੀਨਿੰਗ ਲਿਆ ਵਾ ਹਿਰਦਾ, ਪੰਜਾਬੀ ਚ ਇਹਨੂੰ ਹਿਰਦਾ ਬੋਲ ਕੇ ਐਡ ਕੀਤਾ। ਠੀਕ ਹੈ, ਇਸ ਤਰ੍ਹਾਂ ਦੇ ਸ਼ਬਦ। ਨੈਕਸਟ ਕੁਐਸਚਨ, ਆਪਣੇ ਦੇਸ਼ ਦੇ ਲੋਕ ਜੀਵਨ ਵਿੱਚ ਬੋਲ ਚਾਲ ਦੇ ਉਹ ਸ਼ਬਦ ਜੋ ਮਲ ਸੰਸਕ੍ਰਿਤ ਦੇ ਹੋਣ ਉਹਨਾਂ ਨੂੰ ਕੀ ਕਹਿੰਦੇ ਆ? ਹਾਂਜੀ, ਆਪਣੇ ਜਿਹੜੇ ਜੀਵਨ ਦੇ ਵਿੱਚ ਆਪਾਂ ਬੋਲ ਚਾਲ ਦੇ ਜਿਹੜੇ ਸ਼ਬਦ ਬੋਲਦੇ ਆ, ਠੀਕ ਹੈ, ਜਿਨ੍ਹਾਂ ਨੂੰ ਅਸੀਂ ਐਜ਼ ਇਟ ਇਜ਼ ਹੀ ਬੋਲਦੇ ਆ, ਜਿਨ੍ਹਾਂ ਨੂੰ ਅਸੀਂ ਦੇਸੀ ਦਾ ਹੁਣ ਸਾਨੂੰ ਸਭ ਨੂੰ ਹੀ ਪਤਾ ਦੇਸੀ ਸ਼ਬਦ ਬੋਲਦੇ ਆ, ਠੀਕ ਹੈ, ਉਹ ਸ਼ਬਦ ਜਿਹੜੇ ਅਸੀਂ ਆ ਲੋਕ ਜੀਵਨ ਦੇ ਵਿੱਚੋਂ ਬੋਲ ਚਾਲ ਤੋਂ ਲਏ ਆ, ਉਹਨਾਂ ਮੂਲ ਸੰਸਕ੍ਰਿਤੀ ਤੋਂ ਲਏ ਆ ਸਾਡੀ ਤੋਂ, ਉਹਨਾਂ ਨੂੰ ਅਸੀਂ ਬੋਲਦੇ ਆ ਦੇਸੀ ਸ਼ਬਦ, ਜਿਵੇਂ ਐਟ, ਖੁਰਪਾ, ਛਾਤੀ ਆਦਿ। ਨੈਕਸਟ ਕੁਐਸਚਨ, ਰੂਪ ਦੇ ਆਧਾਰ ਤੇ ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਹਾਂਜੀ, ਰੂਪ ਦੇ ਆਧਾਰ ਤੇ ਸ਼ਬਦਾਂ ਦੀਆਂ ਦੋ ਕਿਸਮਾਂ ਹੁੰਦੀਆਂ ਨੇ। ਕਿਹੜੀਆਂ-ਕਿਹੜੀਆਂ? ਵਿਕਾਰੀ ਸ਼ਬਦ ਅਤੇ ਅਵਿਕਾਰੀ ਸ਼ਬਦ। ਠੀਕ ਹੈ, ਅੱਗੇ ਅਸੀਂ ਇਹਨਾਂ ਨੂੰ ਵੀ 1 ਬਾਈ 1 ਦੇਖ ਸਕਦੇ ਹਾਂ, ਕੁਐਸਚਨ ਦੇ ਵਿੱਚ ਹੀ ਐਕਸਪਲੇਨ ਕੀਤੇ ਹੋਏ ਆ। ਉਹ ਸ਼ਬਦ ਜਿਨ੍ਹਾਂ ਦੇ ਰੂਪ ਵਿੱਚ ਕੋਈ ਨਾ ਕੋਈ ਤਬਦੀਲੀ ਆ ਜਾਵੇ। ਕਿਹੜੇ ਸ਼ਬਦ ਹੁੰਦੇ ਆ? ਹਾਂਜੀ, ਜਿਨ੍ਹਾਂ ਦੇ ਰੂਪ ਵਿੱਚ ਕੋਈ ਨਾ ਕੋਈ ਤਬਦੀਲੀ ਆ ਜਾਵੇ, ਜਿਹੜੇ ਚੇਂਜ ਹੁੰਦੇ ਰਹਿੰਦੇ ਆ, ਠੀਕ ਹੈ, ਜਿਨ੍ਹਾਂ ਤੋਂ ਅਸੀਂ ਬਹੁਤ ਸਾਰੇ ਸ਼ਬਦ ਕ੍ਰੀਏਟ ਕਰ ਸਕਦੇ ਆ, ਉਹਨਾਂ ਨੂੰ ਅਸੀਂ ਬੋਲਦੇ ਆ ਵਿਕਾਰੀ ਸ਼ਬਦ। ਜਿਹੜੇ ਸ਼ਬਦਾਂ ਦੇ ਰੂਪ ਵਿੱਚ ਕੋਈ ਨਾ ਕੋਈ ਤਬਦੀਲੀਆਂ ਆ ਜਾਂਦੀਆਂ, ਉਹਨਾਂ ਨੂੰ ਅਸੀਂ ਬੋਲਦੇ ਆ ਵਿਕਾਰੀ ਸ਼ਬਦ। ਫੋਰ ਐਗਜ਼ਾਮਪਲ ਸਾਡੇ ਕੋਲੇ ਸ਼ਬਦ ਆਇਆ ਸੀ ਇਕੱਲਾ ਮੁੰਡਾ, ਠੀਕ ਹੈ, ਮੁੰਡਾ, ਪਰ ਮੁੰਡੇ ਤੋਂ ਅਸੀਂ ਕਿੰਨੇ ਸ਼ਬਦ ਕ੍ਰੀਏਟ ਕਰ ਲਏ? ਮੁੰਡੇ, ਮੁੰਡਿਆਂ, ਮੁੰਡਿਆਂ, ਮੁੰਡਿਓ, ਠੀਕ ਹੈ, ਉਹੀ ਮੁੰਡਿਓ ਕਿੱਦਾਂ ਬੋਲਦੇ ਆ ਨਾ ਸਾਰੇ, ਕਿੱਦੇ ਆਪਦੀ ਮਰਜ਼ੀ ਨਾਲ ਹੀ ਸ਼ਬਦ ਇਕੱਠੇ ਜਿਹੜੇ ਕ੍ਰੀਏਟ ਕੀਤੇ ਹੋਏ ਆ ਅਲੱਗ-ਅਲੱਗ, ਤਾਂ ਉਹਨਾਂ ਨੂੰ ਅਸੀਂ ਵਿਕਾਰੀ ਸ਼ਬਦ ਬੋਲਦੇ ਆ। ਪਰ ਅੱਗੇ ਅਸੀਂ ਦੇਖਦੇ ਆ ਉਹ ਸ਼ਬਦ ਜਿਨ੍ਹਾਂ ਦੇ ਰੂਪ ਵਿੱਚ ਕਿਸੇ ਵੀ ਸਮੇਂ ਕਿਸੇ ਵੀ ਕਿਸਮ ਦੀ ਕੋਈ ਤਬਦੀਲੀ ਨਹੀਂ ਆਉਂਦੀ, ਉਹ ਕਿਹੜੇ ਸ਼ਬਦ ਹੁੰਦੇ ਆ? ਹਾਂਜੀ, ਜਿਨ੍ਹਾਂ ਦੇ ਰੂਪ ਵਿੱਚ ਕਿਸੇ ਵੀ ਸਮੇਂ ਤੇ ਕੋਈ ਵੀ ਤਬਦੀਲੀ ਨਹੀਂ ਆਉਂਦੀ, ਉਹਨਾਂ ਨੂੰ ਅਸੀਂ ਬੋਲਦੇ ਆ ਅਵਿਕਾਰੀ ਸ਼ਬਦ। ਫੋਰ ਐਗਜ਼ਾਮਪਲ ਨੇ, ਨੂੰ, ਕੀ, ਪਰ, ਤੋਂ, ਫਿਰ, ਹਾਂ। ਇਹਨਾਂ ਸ਼ਬਦਾਂ ਦੇ ਵਿੱਚ ਅਸੀਂ ਕੋਈ ਵੀ ਅਗੇਤਰ ਜਾਂ ਪਿਛੇਤਰ ਲਾ ਕੇ ਇਹਨਾਂ ਨੂੰ ਚੇਂਜ ਨਹੀਂ ਕਰ ਸਕਦੇ, ਇਹ ਸੇਮ ਦੇ ਸੇਮ ਹੀ ਰਹਿਣਗੇ। ਇਹਨਾਂ ਨੂੰ ਅਸੀਂ ਬੋਲਦੇ ਆ ਅਵਿਕਾਰੀ ਸ਼ਬਦ। ਠੀਕ ਹੈ, ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਗੱਗਾ, ਜੇਜਾ, ਡੱਡਾ, ਦੱਦਾ ਅਤੇ ਬੱਬਾ ਤੀਜੇ ਵਰਗ ਦੇ ਵਰਨਾਂ ਵਿੱਚ ਆਉਂਦੇ ਆ। ਇਹ ਕਿਹੜੇ ਪ੍ਰਾਣ ਆ? ਹਾਂਜੀ, ਗੱਗਾ, ਜੇਜਾ, ਡੱਡਾ, ਦੱਦਾ ਤੇ ਬੱਬਾ ਇਹ ਤੀਜੇ ਵਰਗ ਦੇ ਵਰਨਾਂ ਦੇ ਵਿੱਚ ਆਉਂਦੇ ਆ। ਇਹਨਾਂ ਨੂੰ ਅਸੀਂ ਬੋਲਦੇ ਆ ਅਲਪ ਪ੍ਰਾਣ, ਮਤਲਬ ਜਿਨ੍ਹਾਂ ਨੂੰ ਬੋਲਣ ਸਮੇਂ ਸਾਹ ਘੱਟ ਬਾਹਰ ਨਿਕਲਦਾ, ਇਹਨਾਂ ਨੂੰ ਬੋਲਦੇ ਆ ਅਸੀਂ ਅਲਪ ਪ੍ਰਾਣ। ਨੈਕਸਟ ਕੁਐਸਚਨ, ਘੱਗਾ, ਝਿੱਜਾ, ਢੱਡਾ, ਤੱਦਾ ਅਤੇ ਪੱਬਾ ਇਹ ਚੌਥੇ ਵਰਗ ਦੇ ਵਰਨਾਂ ਵਿੱਚ ਆਉਂਦੇ ਆ ਤੇ ਇਹਨਾਂ ਨੂੰ ਅਸੀਂ ਬੋਲਦੇ ਆ ਕਿਹੜੇ ਪ੍ਰਾਣ ਬੋਲਦੇ ਆ? ਇਹਨਾਂ ਨੂੰ ਅਸੀਂ ਬੋਲਦੇ ਆ ਮਹਾਪ੍ਰਾਣ, ਮਤਲਬ ਜਿਨ੍ਹਾਂ ਨੂੰ ਬੋਲਣ ਸਮੇਂ ਸਾਹ ਵੱਧ ਬਾਹਰ ਨਿਕਲਦਾ ਵਾ ਵਿੱਚ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਵੀਡੀਓ ਨੂੰ ਕਰਦੇ ਆ ਸਟਾਰਟ। ਕੁਐਸਚਨ ਨੰਬਰ 1, ਹਾਂਜੀ, ਪੰਜਾਬੀ ਵਿੱਚ ਕੁੱਲ ਕਿੰਨੇ ਅਨੁਨਾਸਿਕ ਵਿਅੰਜਨ ਹਨ? ਹਾਂਜੀ, ਪੰਜਾਬੀ ਦੇ ਵਿੱਚ ਕੁੱਲ ਕਿੰਨੇ ਅਨੁਨਾਸਿਕ ਵਿਅੰਜਨ ਆ? 5। ਕਿਹੜੇ-ਕਿਹੜੇ? ਨਈਆਂ, ਨਾਣਾ, ਨੰਨਾ ਤੇ ਮੰਮਾ। ਇਹ 5 ਵਿਅੰਜਨ ਆ ਅਨੁਨਾਸਿਕ ਪੰਜਾਬੀ ਦੇ ਵਿੱਚ। ਹੁਣ ਤੁਸੀਂ ਬੋਲੋਗੇ ਇੱਥੇ ਤਾਂ 4 ਹੀ ਲਿਖਿਆ, ਇੱਕ ਇਸ ਤਰ੍ਹਾਂ ਦਾ ਵੀ ਤਾਂ ਨਈਆਂ ਹੁੰਦਾ, 2 ਨਈਆਂ ਹੁੰਦੇ ਆ ਨਾ, ਤਾਂ ਇਸ ਨਈਆਂ ਵੀ ਇਹਨੂੰ 5 ਬੋਲਦੇ ਆ ਅਸੀਂ ਅਨੁਨਾਸਿਕ ਵਿਅੰਜਨ, ਜਿਨ੍ਹਾਂ ਨੂੰ ਉਚਾਰਨ ਸਮੇਂ ਆਵਾਜ਼ ਨੱਕ ਦੇ ਵਿੱਚੋਂ ਬਾਹਰ ਆਉਂਦੀ ਆ। ਨੈਕਸਟ ਕੁਐਸਚਨ, ਵੰਤਰ ਦੇ ਆਧਾਰ ਤੇ ਸ਼ਬਦ ਕਿੰਨੇ ਕਿਸਮ ਦੇ ਹੁੰਦੇ ਹਨ? ਹਾਂਜੀ, ਵੰਤਰ ਦੇ ਆਧਾਰ ਤੇ ਸ਼ਬਦ 2 ਤਰ੍ਹਾਂ ਦੇ ਹੁੰਦੇ ਆ। ਕਿਹੜੇ-ਕਿਹੜੇ ਹੁੰਦੇ ਆ? ਮੂਲ ਸ਼ਬਦ ਅਤੇ ਰਚਿਤ ਸ਼ਬਦ। ਠੀਕ ਹੈ, ਅੱਗੇ ਅਸੀਂ 1 ਬਾਈ 1 ਦੇਖਦੇ ਹਾਂ ਵਿਦ ਐਗਜ਼ਾਮਪਲ। ਉਹ ਸ਼ਬਦ ਜੋ ਆਪਣੇ ਆਪ ਵਿੱਚ ਪੂਰਨ ਹੋਣ, ਜਿਨ੍ਹਾਂ ਨੂੰ ਅੱਗੋਂ ਤੋੜਿਆ ਨਾ ਜਾ ਸਕੇ, ਉਹਨਾਂ ਨੂੰ ਕੀ ਕਹਿੰਦੇ ਹਨ? ਹਾਂਜੀ, ਉਹ ਸ਼ਬਦ ਜੋ ਆਪਣੇ ਆਪ ਦੇ ਵਿੱਚ ਪੂਰਨ ਹੋਣ, ਜਿਨ੍ਹਾਂ ਨੂੰ ਅੱਗੋਂ ਤੋੜਿਆ ਨਾ ਜਾ ਸਕਦਾ ਹੋਵੇ, ਉਹਨਾਂ ਨੂੰ ਅਸੀਂ ਕਹਿੰਦੇ ਆ ਮੂਲ ਸ਼ਬਦ। ਜਿਵੇਂ ਪੁੱਤਰ, ਦੁਨੀਆ, ਪਾਣੀ, ਬਾਗ ਆਦਿ। ਇਹਨਾਂ ਨੂੰ ਅਸੀਂ ਤੋੜ ਕੇ ਨਹੀਂ ਲਿਖ ਸਕਦੇ ਨਾ, ਇਹਨਾਂ ਨੂੰ ਅਸੀਂ ਬੋਲਦੇ ਆ ਮੂਲ ਸ਼ਬਦ। ਨੈਕਸਟ ਕੁਐਸਚਨ, ਕਿਸੇ ਹੋਰ ਸ਼ਬਦ ਜਾਂ ਸਵਦਾਸ਼ਾਂ ਦੀ ਸਹਾਇਤਾ ਨਾਲ ਬਣੇ ਹੋਣ, ਉਹ ਕਿਹੜੇ ਸ਼ਬਦ ਹੁੰਦੇ ਆ? ਹਾਂਜੀ, ਜਿਹੜੇ ਕਿਸੇ ਹੋਰ ਸ਼ਬਦਾਂ ਤੋਂ ਬਣਦੇ ਆ, ਉਹਨਾਂ ਨੂੰ ਅਸੀਂ ਬੋਲਦੇ ਆ ਰਚਿਤ ਸ਼ਬਦ। ਜਿਵੇਂ ਪੁੱਤਰ ਤੋਂ ਸਪੁੱਤਰ, ਦੁਨੀਆ ਤੋਂ ਦੁਨੀਆਦਾਰ, ਯੋਗ ਤੋਂ ਅਯੋਗ, ਇਹਨਾਂ ਨੂੰ ਅਸੀਂ ਬੋਲਦੇ ਆ ਰਚਿਤ ਸ਼ਬਦ। ਨੈਕਸਟ ਕੁਐਸਚਨ, ਰਚਿਤ ਸ਼ਬਦਾਂ ਨੂੰ ਅੱਗੇ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ? ਹਾਂਜੀ, ਰਚਿਤ ਸ਼ਬਦਾਂ ਨੂੰ ਅੱਗੇ 2 ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ। ਕਿਹੜੇ-ਕਿਹੜੇ? ਸਮਾਸੀ ਸ਼ਬਦ ਅਤੇ ਉਤਪੰਨ ਸ਼ਬਦ। ਨੈਕਸਟ ਕੁਐਸਚਨ, ਉਹ ਸ਼ਬਦ ਜਿਹੜੇ 2 ਜਾਂ 2 ਤੋਂ ਵੱਧ ਸ਼ਬਦਾਂ ਦੇ ਸੁਮੇਲ ਨਾਲ ਸੰਬੰਧਕ ਲੱਗ ਕੇ ਬਣੇ ਹੋਣ, ਉਹਨਾਂ ਨੂੰ ਕੀ ਕਹਿੰਦੇ ਆ? ਹਾਂਜੀ, ਉਹ ਸ਼ਬਦ
ਜਿਹੜੇ 2 ਜਾਂ 2 ਤੋਂ ਵੱਧ ਸ਼ਬਦਾਂ ਦੇ ਸੁਮੇਲ ਨਾਲ ਸੰਬੰਧਕ ਲੱਗ ਕੇ ਬਣੇ ਹੋਣ ਉਹਨਾਂ ਨੂੰ ਅਸੀਂ ਸਮਾਸੀ ਸ਼ਬਦ ਬੋਲਦੇ ਹਾਂ। ਜਿਵੇਂ ਅਮੀਰ ਤੋਂ ਗਰੀਬ, ਅਮੀਰ ਤੋਂ ਗਰੀਬ ਜਿਹੜੇ ਉਹ ਸ਼ਬਦ ਜਿਹੜੇ 2 ਜਾਂ 2 ਤੋਂ ਵੱਧ ਸ਼ਬਦਾਂ ਦੇ ਸੁਮੇਲ ਨਾਲ ਸੰਬੰਧਕ ਲੱਗ ਕੇ ਬਣੇ ਹੋਣ ਉਹਨਾਂ ਨੂੰ ਕੀ ਬੋਲਦੇ ਆ। ਜਿਵੇਂ ਅਮੀਰ ਅਤੇ ਗਰੀਬ, ਅਮੀਰ ਅਤੇ ਗਰੀਬ ਤੋਂ ਅਸੀਂ ਕਿੱਦਾਂ ਲਿਖਦੇ ਆ, ਅਮੀਰ ਗਰੀਬ। ਦਿਨ ਅਤੇ ਰਾਤ ਨੂੰ ਅਸੀਂ ਕੀ ਲਿਖਦੇ ਆ, ਦਿਨ ਅਤੇ ਦਿਨ ਰਾਤ। ਠੀਕ ਹੈ, ਇਸ ਤਰ੍ਹਾਂ ਦੇ ਸ਼ਬਦਾਂ ਨੂੰ ਅਸੀਂ ਬੋਲਦੇ ਆ ਸਮਾਸੀ ਸ਼ਬਦ। ਨੈਕਸਟ, ਉਹ ਰਚਿਤ ਸ਼ਬਦ ਜਿਹੜੇ ਮੂਲ ਸ਼ਬਦਾਂ ਨਾਲ ਅਗੇਤਰ ਜਾਂ ਪਿਛੇਤਰ ਲਾ ਕੇ ਬਣਾਏ ਜਾਣ ਉਹਨਾਂ ਨੂੰ ਅਸੀਂ ਕੀ ਬੋਲਦੇ ਆ, ਹਾਂਜੀ ਉਹਨਾਂ ਨੂੰ ਅਸੀਂ ਬੋਲਦੇ ਆ ਉਤਪੰਨ ਸ਼ਬਦ। ਫੋਰ ਐਗਜ਼ਾਮਪਲ ਨਿਰਵੈਰ, ਪਹਿਲਾਂ ਕੀ ਆ ਨਿਰ, ਅਸੀਂ ਪਿਛੇਤਰ ਲਾਇਆ ਵੈਰ ਦਾ ਤਾਂ ਕੀ ਬਣ ਗਿਆ ਸ਼ਬਦ ਨਿਰਵੈਰ। ਸੇਮ ਇਦਾਂ ਹੀ ਚਿੱਤਰ, ਅਸੀਂ ਪਿਛੇਤਰ ਲਾਇਆ ਕਾਰ ਦਾ ਤਾਂ ਇਹ ਕੀ ਬਣ ਗਿਆ, ਚਿੱਤਰਕਾਰ ਬਣ ਗਿਆ। ਠੀਕ ਹੈ ਜੀ। ਨੈਕਸਟ ਕੁਐਸਚਨ, ਜਿਹੜੇ ਮੂਲ ਸ਼ਬਦਾਂ ਦੇ ਅੱਗੇ ਜੁੜ ਕੇ ਇੱਕ ਨਵਾਂ ਤੇ ਸਾਰਥਕ ਸ਼ਬਦ ਬਣਾਉਣ ਉਹਨਾਂ ਨੂੰ ਕੀ ਕਹਿੰਦੇ ਆ। ਹਾਂਜੀ, ਜਿਹੜੇ ਮੂਲ ਸ਼ਬਦਾਂ ਦੇ ਅੱਗੇ ਜੋੜੇ ਜਾਂਦੇ ਆ ਉਹਨਾਂ ਨੂੰ ਅਸੀਂ ਅਗੇਤਰ ਹੀ ਬੋਲਦੇ ਆ। ਜਿਹੜੇ ਅੱਗੇ ਜੁੜਦੇ ਆ ਉਹਨਾਂ ਨੂੰ ਅਗੇਤਰ, ਜਿਹੜੇ ਪਿੱਛੇ ਜੁੜਦੇ ਆ ਉਹਨਾਂ ਨੂੰ ਪਿਛੇਤਰ। ਜਿਹੜੇ ਮੂਲ ਸ਼ਬਦਾਂ ਨਾਲ ਜੁੜ ਕੇ ਇੱਕ ਨਵਾਂ ਤੇ ਸਾਰਥਕ ਸ਼ਬਦ ਬਣਾਉਣ ਉਹਨਾਂ ਨੂੰ ਅਸੀਂ ਅਗੇਤਰ ਬੋਲਦੇ ਆ। ਫੋਰ ਐਗਜ਼ਾਮਪਲ ਅਗੇਤਰ, ਅਗੇਤਰ ਅਸੀਂ ਲਿਆ ਪਰ, ਠੀਕ ਹੈ, ਤੇ ਮੂਲ ਸ਼ਬਦ ਲਿਆ ਅਸੀਂ ਦੇਸ਼ ਤਾਂ ਕੀ ਬਣ ਗਿਆ ਇਹ ਪ੍ਰਦੇਸ਼। ਠੀਕ ਹੈ, ਉਤਪੰਨ ਸ਼ਬਦ ਕਿਹੜਾ ਬਣਿਆ, ਪ੍ਰਦੇਸ਼। ਫੋਰ ਐਗਜ਼ਾਮਪਲ ਅਗੇਤਰ ਅਸੀਂ ਲਿਆ ਸ਼ਬਦ ਅਸੀਂ ਲਿਆ ਸਹਿ ਤਾਂ ਇਹਨੂੰ ਕੀ ਅਸੀਂ ਉਤਪੰਨ ਸ਼ਬਦ ਕੀ ਬਣਾਤਾ, ਸਹਿ। ਠੀਕ ਹੈ। ਨੈਕਸਟ ਕੁਐਸਚਨ, ਜਿਹੜੇ ਮੂਲ ਸ਼ਬਦਾਂ ਦੇ ਪਿੱਛੇ ਜੁੜ ਕੇ ਇੱਕ ਨਵਾਂ ਤੇ ਸਾਰਥਕ ਸ਼ਬਦ ਬਣਾਉਣ, ਜਿਹੜੇ ਪਿੱਛੇ ਜੁੜਦੇ ਆ, ਅੱਗੇ ਅਸੀਂ ਗੱਲ ਕੀਤੀ ਸੀ ਅੱਗੇ ਵਾਲੀ ਤਾਂ ਉਹਨੂੰ ਅਗੇਤਰ ਬੋਲਦੇ ਆ। ਹੁਣ ਜਿਹੜੇ ਮੂਲ ਸ਼ਬਦਾਂ ਦੇ ਪਿੱਛੇ ਜੁੜ ਕੇ ਇੱਕ ਨਵਾਂ ਤੇ ਸਾਰਥਕ ਸ਼ਬਦ ਬਣਾਉਂਦੇ ਆ ਉਹਨਾਂ ਨੂੰ ਪਿਛੇਤਰ ਬੋਲਦੇ ਆ। ਫੋਰ ਐਗਜ਼ਾਮਪਲ ਮੂਲ ਸ਼ਬਦ ਲਿਆ ਸੀ ਦੁਕਾਨ, ਪਿਛੇਤਰ ਲਾਇਆ ਸੀ ਦਾਰ ਤਾਂ ਉਤਪੰਨ ਸ਼ਬਦ ਕਿਹੜਾ ਬਣ ਗਿਆ, ਦੁਕਾਨਦਾਰ। ਫਿਰ ਅਸੀਂ ਮੂਲ ਸ਼ਬਦ ਲਿਆ ਹਾਨੀ ਤੇ ਪਿਛੇਤਰ ਲਾਇਆ ਸੀ ਕਾਰਕ ਤਾਂ ਤੁਹਾਡੇ ਕੋਲ ਉਤਪੰਨ ਸ਼ਬਦ ਕੀ ਬਣ ਗਿਆ, ਹਾਨੀਕਾਰਕ। ਨੈਕਸਟ ਕੁਐਸਚਨ, ਅਰਥਬੋਧ ਦੇ ਆਧਾਰ ਤੇ ਸ਼ਬਦ ਰਚਨਾਵਾਂ ਕਿੰਨੇ ਪ੍ਰਕਾਰ ਦੀਆਂ ਹਨ। ਹਾਂਜੀ, ਅਰਥਬੋਧ ਦੇ ਆਧਾਰ ਤੇ ਸ਼ਬਦ ਰਚਨਾਵਾਂ ਕਿੰਨੇ ਪ੍ਰਕਾਰ ਦੀਆਂ ਨੇ, 3 ਪ੍ਰਕਾਰ ਦੀਆਂ। ਕਿਹੜੀਆਂ ਕਿਹੜੀਆਂ, ਵਿਰੋਧੀ ਸ਼ਬਦ, ਸਮਾਨਾਰਥਕ ਸ਼ਬਦ ਅਤੇ ਬਹੁਆਰਥਕ ਸ਼ਬਦ। ਅੱਗੇ ਅਸੀਂ ਇਹਨਾਂ ਨੂੰ ਵੀ 1 ਬਾਈ 1 ਡਿਸਕਸ ਕਰ ਲੈਂਦੇ ਹਾਂ ਵਿਦ ਐਗਜ਼ਾਮਪਲ। ਉਹ ਸ਼ਬਦ ਜਿਹੜੇ ਇੱਕ ਦੂਜੇ ਦੇ ਉਲਟੇ ਅਰਥਾਂ ਵਾਲੇ ਹੋਣ, ਹਾਂਜੀ ਉਹ ਸ਼ਬਦ ਜਿਹੜੇ ਇੱਕ ਦੂਜੇ ਦੇ ਉਲਟ ਹੋਣ ਉਹਨਾਂ ਨੂੰ ਕੀ ਬੋਲਦੇ ਆ, ਉਹਨਾਂ ਨੂੰ ਬੋਲਦੇ ਆ ਵਿਰੋਧੀ ਸ਼ਬਦ। ਠੀਕ ਹੈ, ਕੀ ਬੋਲਦੇ ਆ ਉਹਨਾਂ ਨੂੰ, ਵਿਰੋਧੀ ਸ਼ਬਦ। ਜਿਵੇਂ ਉੱਚਾ, ਉੱਚੇ ਦਾ ਉਲਟਾ ਕੀ ਆ, ਨੀਵਾਂ। ਜਿਵੇਂ ਉੱਠਣਾ, ਉੱਠਣੇ ਦਾ ਉਲਟਾ ਕੀ ਆ, ਬੈਠਣਾ। ਦਿਨ, ਦਿਨ ਦਾ ਉਲਟ ਕੀ ਆ, ਰਾਤ। ਇਸ ਤਰ੍ਹਾਂ ਹੀ ਉਪਯੋਗ ਦਾ ਕੀ ਆ, ਦੁਰਉਪਯੋਗ ਆਦਿ ਇਹ ਸਾਰੇ ਕੀ ਆ, ਵਿਰੋਧੀ ਸ਼ਬਦ ਆ। ਨੈਕਸਟ ਕੁਐਸਚਨ, ਉਹ ਸ਼ਬਦ ਜਿਨ੍ਹਾਂ ਦੇ ਅਰਥ ਇੱਕੋ ਹੀ ਹੋਣ ਉਹ ਕਿਹੜੇ ਸ਼ਬਦ ਕਹਾਉਂਦੇ ਆ। ਹਾਂਜੀ, ਉਹ ਸ਼ਬਦ ਜਿਨ੍ਹਾਂ ਕੋਈ ਹੋਣ ਉਹ ਕਿਹੜੇ ਸ਼ਬਦ ਕਹਾਉਂਦੇ ਆ, ਸਮਾਨਾਰਥਕ ਸ਼ਬਦ। ਜਿਵੇਂ ਸੋਹਣਾ, ਸੋਹਣੇ ਦੇ ਸਮਾਨਾਰਥਕ ਕਿਹੜੇ ਹੁੰਦੇ ਆ, ਜਿਵੇਂ ਇਹਨੂੰ ਅਸੀਂ ਇੰਗਲਿਸ਼ ਚ ਬੋਲਦੇ ਆ ਐਂਟੋਨੀਅਮਸ ਕਰਦੇ ਹੋ ਨਾ ਤੁਸੀਂ, ਤਾਂ ਇਹਦੇ ਸਮਾਨਾਰਥਕ ਕਿਹੜੇ ਕਿਹੜੇ ਸ਼ਬਦ ਹੁੰਦੇ ਆ, ਇਹਨਾਂ ਦਾ ਇੱਕੋ ਹੀ ਮੀਨਿੰਗ ਹੁੰਦਾ, ਸੋਹਣਾ, ਸੁੰਦਰ, ਖੂਬਸੂਰਤ, ਹੁਸੈਨ। ਮੀਨਿੰਗ ਤਾਂ ਇਹਨਾਂ ਦਾ ਇੱਕੋ ਹੀ ਆ ਨਾ, ਇਹਦੇ ਸਮਾਨ ਹੋ ਗਏ, ਸੋਹਣੇ ਦੇ ਸਮਾਨ ਅਰਥ ਹੋ ਗਏ ਇਹ ਸ਼ਬਦ, ਤੇ ਇਹਨੂੰ ਅਸੀਂ ਕੀ ਬੋਲਦੇ ਹਾਂ, ਸਮਾਨਾਰਥਕ ਸ਼ਬਦ। ਨੈਕਸਟ ਕੁਐਸਚਨ, ਜਿਨ੍ਹਾਂ ਸ਼ਬਦਾਂ ਦੇ ਅਰਥ ਇੱਕ ਤੋਂ ਵੱਧ ਕੇ ਹੋਣ। ਫੋਰ ਐਗਜ਼ਾਮਪਲ ਸਿਨੋਨੀਅਮਸ ਬੋਲਦੇ ਆ ਨਾ ਇੰਗਲਿਸ਼ ਦੇ ਵਿੱਚ ਅਸੀਂ, ਜਿਨ੍ਹਾਂ ਸ਼ਬਦਾਂ ਦੇ ਅਰਥ ਇੱਕ ਤੋਂ ਵੱਧ ਕੇ ਹੋਣ ਉਹਨਾਂ ਨੂੰ ਕੀ ਕਹਿੰਦੇ ਆ, ਉਹਨਾਂ ਨੂੰ ਕਹਿੰਦੇ ਆ ਬਹੁਆਰਥਕ ਸ਼ਬਦ। ਜਿਵੇਂ ਹਾਰ, ਹਾਰ ਦੇ ਹੁਣ ਕਈ ਅਰਥ ਆ। ਹਾਰ ਇੱਕ ਗਹਿਣਾ ਵੀ ਹੁੰਦਾ, ਫੁੱਲਾਂ ਦੀ ਮਾਲਾ ਵੀ ਹੁੰਦੀ ਆ, ਇੱਕ ਜਿੱਤ ਦਾ ਵਿਰੋਧੀ ਸ਼ਬਦ ਵੀ ਹੁੰਦਾ ਹਾਰ। ਠੀਕ ਹੈ, ਇਸ ਤਰ੍ਹਾਂ। ਨੈਕਸਟ ਕੁਐਸਚਨ, ਜੋ ਸ਼ਬਦ ਕਿਰਿਆ ਮੂਲ ਤੋਂ ਬਣਿਆ ਹੋਵੇ ਪਰ ਕਿਰਿਆ ਨਾ ਹੋਵੇ। ਉਹ ਸ਼ਬਦ ਜਿਹੜਾ ਮੂਲ ਤੋਂ ਬਣਿਆ ਹੋਵੇ, ਕਿਰਿਆ ਮੂਲ ਤੋਂ ਤਾਂ ਬਣਿਆ ਹੋਵੇ ਪਰ ਕਿਰਿਆ ਨਾ ਹੋਵੇ, ਬਲਕਿ ਕਿਸੇ ਹੋਰ ਵਿਆਕਰਨਿਕ ਸ਼ਬਦ ਵਜੋਂ ਵਰਤਿਆ ਜਾਵੇ, ਉਸ ਨੂੰ ਕੀ ਕਹਿੰਦੇ ਆ। ਹਾਂਜੀ, ਉਸ ਨੂੰ ਬੋਲਦੇ ਆ ਕਿਰਦੰਤ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਰੱਟੇ ਲਗਾ ਲਓ ਇਹਨੂੰ। ਠੀਕ ਹੈ, ਇਹਨੂੰ ਬੋਲਦੇ ਆ ਅਸੀਂ ਕਿਰਦੰਤ। ਨੈਕਸਟ ਕੁਐਸਚਨ ਆ ਜੀ ਜਿਹੜੇ ਅਸੀਂ ਐਡ ਕੀਤੇ ਹੋਏ ਆ ਇਸ ਵੀਡੀਓ ਦੇ ਵਿੱਚ, ਉਹ ਵਾਲੇ ਕੁਐਸਚਨ ਆ ਜਿਹੜੇ ਕਿ ਅਸੀਂ ਇਹ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਆ। 20 ਕੁਐਸਚਨ ਆ ਜਿਹੜੇ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਗਏ ਨੇ, ਤੇ ਇਸ ਦੇ ਨਾਲ ਪੂਰੇ ਦਾ ਪੂਰਾ ਸਾਡਾ ਪੰਜਾਬੀ ਵਿਆਕਰਨ ਦਾ ਨਿਚੋੜ ਆ ਜਿਹੜਾ ਉਹ ਖਤਮ ਹੋ ਜਾਵੇਗਾ। ਤੇ ਇਸ ਵੀਡੀਓ ਇਹ ਜਿਹੜੇ 20 ਕੁਐਸਚਨ ਆ ਇਹਨਾਂ ਨੂੰ ਤੁਸੀਂ ਕੀ ਕਰਨਾ ਵਾ ਕਿ ਐਜ਼ ਅ ਟੈਸਟ ਮੰਨਦੇ ਹੋਏ ਮੇਰੇ ਨਾਲ ਅਟੈਂਪਟ ਕਰਦੇ ਜਾਣਾ, ਮੇਰੇ ਨਾਲ ਆਨਸਰ ਮੈਚ ਕਰਦੇ ਜਾਣਾ, ਤੇ 20 ਨੰਬਰ ਦੇ ਟੈਸਟ ਚੋਂ ਮੈਨੂੰ ਲਾਸਟ ਤੇ ਜ਼ਰੂਰ ਦੱਸਣਾ ਕਿ ਤੁਹਾਡੇ ਕਿੰਨੇ ਮਾਰਕਸ ਆਏ ਇਸ ਟੈਸਟ ਦੇ ਵਿੱਚੋਂ। ਐਜ਼ ਅ ਟੈਸਟ ਮੰਨ ਕੇ ਹੋਏ ਹੀ ਚੱਲਣਾ। ਠੀਕ ਹੈ ਜੀ। ਨੈਕਸਟ ਕੁਐਸਚਨ, ਹੇਠ ਲਿਖਿਆਂ ਵਿੱਚੋਂ ਸੁਧਾਰਨ ਵਾਕ ਚੁਣੋ। ਹਾਂਜੀ, ਇਹਨਾਂ ਦੇ ਵਿੱਚੋਂ ਸੁਧਾਰਨ ਵਾਕ ਕਿਹੜਾ ਵਾ, ਇਹਨਾਂ ਦੇ ਵਿੱਚੋਂ ਸੁਧਾਰਨ ਵਾਕ ਆ ਮਾਲੀ ਪੌਦਿਆਂ ਨੂੰ ਪਾਣੀ ਲਾ ਰਿਹਾ ਹੈ।
ठीक है, माली पौदिਆਂ ਨੂੰ पानी ला रहा है, ये सधारण वाक आ। ऑप्शन नंबर सी इज द राइट आंसर। पर ਜਿਹੜੇ बाकी सारे शब्द आ वाक आ ये संयुक्त ਅਤੇ मिश्रण आ। ठीक है, नैक्सट क्वेश्चन, हेठ लिखे शब्दों ਨੂੰ ਕਿਹੜਾ ਪਿਛੇਤਰ ਲਗਾ ਕੇ ਇਸਤਰੀ ਲਿੰਗ ਵਿੱਚ ਬਦਲਿਆ ਜਾ ਸਕਦਾ ਹੈ। ਹਾਂਜੀ, ਇਹਨਾਂ ਨੂੰ ਕਿਹੜਾ ਪਿਛੇਤਰ ਲਾਈਏ ਕਿ ਇਹ ਇਸਤਰੀ ਲਿੰਗ ਬਣ ਜੇ। ਜਿਵੇਂ ਦਿਓਰ, ਦਿਓਰ ਦਾ ਕੀ ਬਣੂਗਾ देवरानी। ठीक है, दियोरानी, दरानी बोलते हैं ना, दरानी। ते मास्टर, मास्टर का की बनूगा मास्टरानी। ठीक है, ते सेठ, सेठ का की बनूगा सेठानी। तो ये सेठानी, देखो सेठ आनी, आनी बन रहा ना पिछे, तो इनू कि लावांगे सी ऑप्शन। मतलब कि इन्होंने सारिਆਂ ਦੇ मगर ਅਸੀਂ आनी लावांगे, फिर ਇਹਦਾ स्त्रीलिंग सही बनूगा। ठीक है जी, नैक्सट क्वेश्चन, मां नालों धी सियाणी रिद्धे पक्के पावे डैश अखौत ਨੂੰ पूरी करो। हाँ जी, ये अखौत ਅਸੀਂ आम ਵਰਤਦੇ ਹਾਂ। मां नालों धी सियाणी रिद्धे पक्के पावे, की पावे मलाई, मलाई पावे ਜਾਂ ਮਿਰਚ ਪਾਵੇ ਜਾਂ ਦੁੱਧ ਪਾਵੇ ਜਾਂ ਪਾਣੀ ਪਾਵੇ। ਇਸ ਦੀ ਦੇਖੋ ਕਰੋ ਪੂਰੀ ਇਸ ਨੂੰ। ਮਾਂ ਨਾਲੋਂ ਧੀ ਸਿਆਣੀ ਰਿੱਧੇ ਪੱਕੇ ਪਾਵੇ ਪਾਣੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਰਾਮ ਸਿੰਘ ਉਦੋਂ ਹੀ ਸਹਿਦ ਤੇ ਆ ਗਿਆ, ਪੀ ਨਹੀਂ ਗਾ ਇੱਥੇ ਤੀ ਆਊਗਾ। ਠੀਕ ਹੈ, ਰਾਮ ਸਿੰਘ ਉਦੋਂ ਹੀ ਸਹਿਦ ਤੇ ਆ ਗਿਆ ਸੀ, ਤੀ ਅਸੀਂ ਸੀ ਬੋਲਦੇ ਹਾਂ, ਪਰ ਕਈ ਇਲਾਕਿਆਂ ਦੇ ਵਿੱਚ ਤੀ ਬੋਲਿਆ ਜਾਂਦਾ। ਵਾਕ ਪੰਜਾਬੀ ਦੀ ਕਿਸ ਉਪਭਾਸ਼ਾ ਵਿੱਚ ਹੈ। ਹਾਂਜੀ, ਜਿਹੜਾ ਤੀ ਹੈ ਇਹ ਕਿਸ ਦੇ ਵਿੱਚ ਵਰਤਿਆ ਜਾਂਦਾ, ਇੱਥੇ ਤੀ ਆਉਣਾ ਵਾ ਸਭ ਤੋਂ ਪਹਿਲਾਂ ਤਾਂ। ਠੀਕ ਹੈ ਜੀ, ਇਹ ਪੁਆਧੀ ਦੇ ਵਿੱਚ ਵਰਤਿਆ ਜਾਂਦਾ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਕਈ ਇਲਾਕਿਆਂ ਦੇ ਵਿੱਚ ਤੀ ਬੋਲਦੇ ਆ। ਠੀਕ ਹੈ, ਰਾਮ ਸਿੰਘ ਉਦੋਂ ਹੀ ਸਹਿਤ ਤੇ ਆ ਗਿਆ ਤੀ, ਤਾਂ ਉਹਨੂੰ ਪੁਆਧੀ ਵਿੱਚ ਬੋਲਦੇ ਆ ਅਸੀਂ, ਪੁਆਧੀ ਉਪਭਾਸ਼ਾ ਦਾ ਇਹ। ਨੈਕਸਟ, ਵਿਪਰੀਤ ਸ਼ਬਦਾਂ ਵਾਲਾ ਜੱਟ ਹੈ। ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਵਰਡ ਆ ਜਿਹੜਾ ਕਰੈਕਟ ਆ। ਇੱਥੇ ਤੁਸੀਂ ਕਰੈਕਟ ਲਿਖਣਾ। ਠੀਕ ਹੈ, ਇੱਥੇ ਸਹੀ ਲਿਖਣਾ ਵਾ। ਵਿਪਰੀਤ ਅਰਥਾਂ ਵਾਲਾ ਕਿਹੜਾ ਇਹਨਾਂ ਦੇ ਵਿੱਚੋਂ ਸਹੀ ਆ। ਇਹਨਾਂ ਦੇ ਵਿੱਚੋਂ ਦੇਖੋ ਵਿਪਰੀਤ ਸ਼ਬਦ, ਜਾਨੀ ਕਿ ਕਰੈਕਟ ਸ਼ਬਦ ਦੇਖੋ ਕਿਹੜੇ ਆ, ਅਮੀਰ ਅਤੇ ਗਰੀਬ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਮਧਾਣੀ ਸ਼ਬਦ ਨੂੰ ਸ਼ੁੱਧ ਕਰੋ। ਹਾਂਜੀ, ਮਧਾਣੀ ਦੇ ਵਿੱਚ ਦੱਦਾ ਨਹੀਂ ਲੱਗਦਾ, ਤੱਦਾ ਲੱਗਦਾ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ, ਮਧਾਣੀ। ਹੁਣ ਦੇਖੋ ਬਣਿਆ ਹੋਇਆ ਮਧਾਣੀ, ਵੈਸੇ ਕੀ ਹੁੰਦੀ ਆ, ਮਧਾਣੀ ਹੁੰਦੀ ਆ। ਠੀਕ ਹੈ, ਨੈਕਸਟ ਕੁਐਸਚਨ, ਤਕਾਲਾ ਸ਼ਬਦ ਦਾ ਵਿਰੋਧੀ ਸ਼ਬਦ। ਹਾਂਜੀ, ਤਕਾਲਾ, ਤਕਾਲਾ ਅਸੀਂ ਸ਼ਾਮ ਨੂੰ ਬੋਲਦੇ ਹਾਂ। ਆਥਣ ਵੀ ਅਸੀਂ ਸ਼ਾਮ ਨੂੰ ਹੀ ਬੋਲਦੇ ਹਾਂ, ਦੇਰ ਵੀ ਅਸੀਂ ਸ਼ਾਮ ਨੂੰ ਹੀ ਬੋਲਦੇ ਹਾਂ। ਤਾਂ ਇਹਦਾ ਵਿਰੋਧੀ ਪੁੱਛਿਆ ਉਹਨਾਂ ਨੇ, ਵਿਰੋਧੀ ਮਤਲਬ ਇਹਦਾ ਓਪੋਜ਼ਿਟ ਪੁੱਛਿਆ। ਓਪੋਜ਼ਿਟ ਕੀ ਹੋਇਆ, ਸਵੇਰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਚੁਗਲ ਅਤੇ ਖੋਰ ਤੋਂ ਕਿਹੜਾ ਸਮਾਸੀ ਸ਼ਬਦ ਬਣੇਗਾ। ਹਾਂਜੀ, ਚੁਗਲ ਅਤੇ ਖੋਰ ਤੋਂ ਸਮਾਸੀ ਸ਼ਬਦ ਬਣੇਗਾ ਚੁਗਲਖੋਰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਨਿਰਮਲ ਸ਼ਬਦ ਦਾ ਸਮਾਨਾਰਥ ਚੁਣੋ। ਹਾਂਜੀ, ਨਿਰਮਲ ਸ਼ਬਦ ਦਾ ਸਮਾਨਾਰਥ ਚੁਣੋ। ਨਿਰਮਲ ਸ਼ਬਦ ਦਾ ਸਮਾਨਾਰਥ ਆ ਪਵਿੱਤਰ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਹੇਠ ਲਿਖੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦ ਜੋੜ ਵਾਲਾ ਸ਼ਬਦ ਚੁਣੋ। ਹਾਂਜੀ, ਇਹਨਾਂ ਦੇ ਵਿੱਚੋਂ ਸ਼ੁੱਧ ਕਿਹੜਾ ਵਾ, ਇਹਨਾਂ ਦੇ ਵਿੱਚੋਂ ਸ਼ੁੱਧ ਆ ਸਿਹਤ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਮੁਲਤਾਨੀ ਉਪਭਾਸ਼ਾ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ। ਹਾਂਜੀ, ਮੁਲਤਾਨੀ ਉਪਭਾਸ਼ਾ ਕਿਹੜੇ ਖੇਤਰ ਦੇ ਵਿੱਚ ਬੋਲੀ ਜਾਂਦੀ ਆ। ਮੁਲਤਾਨੀ ਉਪਭਾਸ਼ਾ ਬੋਲੀ ਜਾਂਦੀ ਆ ਕਿਹੜੇ ਖੇਤਰ ਦੇ ਵਿੱਚ ਬੋਲੀ ਜਾਂਦੀ ਆ, ਜ਼ਿਲ੍ਹਾ ਮੁਲਤਾਨ ਅਤੇ ਮੁਜ਼ੱਫਰਗੜ੍ਹ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਕਿਹੜਾ ਸ਼ਬਦ ਦਰਖਤ ਦਾ ਸਮਾਨਾਰਥੀ ਹੈ। ਹਾਂਜੀ, ਦਰਖਤ ਦਾ ਸਮਾਨਾਰਥੀ ਸ਼ਬਦ ਕਿਹੜਾ ਵਾ, ਵਿਰਖ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਤੀਵੀਂ ਦੀ ਥਾਂ ਤੀਵੀਂ ਕਿਸ ਉਪਬੋਲੀ ਵਿੱਚ ਬੋਲਿਆ ਜਾਂਦਾ ਹੈ। ਹਾਂਜੀ, ਤੀਵੀਂ ਦੀ ਥਾਂ ਤੀਵੀਂ ਕਿਸ ਉਪਬੋਲੀ ਦੇ ਵਿੱਚ ਬੋਲਿਆ ਜਾਂਦਾ ਹੈ, ਮਲਵਈ ਦੇ ਵਿੱਚ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਅਜਾਖਾਂ ਵਾਰਿਸ ਸ਼ਾਹ ਨੂੰ ਕਿਸ ਦੀ ਰਚਨਾ ਹੈ। ਹਾਂਜੀ, ਅਜਾਖਾਂ ਵਾਰਿਸ ਸ਼ਾਹ ਨੂੰ ਪੰਜਾਬ ਪਟਵਾਰੀ ਦੇ ਐਗਜ਼ਾਮ ਦੇ ਵਿੱਚ ਆ ਚੁੱਕਿਆ ਹੈ, ਇਹ ਅੰਮ੍ਰਿਤਾ ਪ੍ਰੀਤਮ ਦੀ ਰਚਨਾ ਹੈ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਪੰਜਾਬੀ ਦਾ ਪਹਿਲਾ ਨਾਟਕਕਾਰ ਕੌਣ ਸੀ। ਹਾਂਜੀ, ਪੰਜਾਬੀ ਦਾ ਪਹਿਲਾ ਨਾਟਕਕਾਰ ਸੀ कौन सी, बलवंत गार्गी। ऑप्शन नंबर बी इज द राइट आंसर। इस तो इलावा तुहानू क्वेश्चन आ सकता, पंजाबी नावल का पिता कौन आ, किहनू कहा जांदा, नानक सिंह नू कहा जांदा। ठीक है, नैक्सट क्वेश्चन, हेठ लिखियां विचों किहड़ा व्यंजन नहीं है। हाँ जी, इन्हां दे विचों व्यंजन किहड़ा नहीं है। देखो बाकी सारे व्यंजन हुंदे ऊड़ा आड़ा ते ईड़ी आ, जिहड़े स्वर हुंदे आ, तां इहदे विच आड़ा दित्ता होया जिहड़ा कि स्वर आ, व्यंजन नीगा। नैक्सट क्वेश्चन, सारे विद्यार्थी अज किताबां पढ़ रहे हैं, बाक विच कर्मबोध
ਨਾਮ ਹੈ। ਹਾਂਜੀ ਸਾਰੇ ਵਿਦਿਆਰਥੀ ਅੱਜ ਕਿਤਾਬਾਂ ਪੜ੍ਹ ਰਹੇ ਆ। ਇਸ ਵਾਕ ਦੇ ਵਿੱਚ ਕਰਮਬੋਧ ਨਾਮ ਹੈ। ਕਿਹੜਾ ਨਾਮ ਆ ਕਰਮਬੋਧ? ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਏ ਕਿਤਾਬਾਂ। ਕਿਤਾਬਾਂ ਵਾ ਜਿਹੜਾ ਇਹ ਕਰਮਬੋਧਕ ਆ। ਨੈਕਸਟ ਕੁਐਸਚਨ, ਗਿਆਨੀ ਸੰਤ ਸਿੰਘ ਜੀ ਮਸਕੀਨ ਬਹੁਤ ਹੀ ਸੱਜਣ ਆਦਮੀ ਸਨ। ਵਾਕ ਵਿੱਚ ਵਿਸ਼ੇਸ਼ਣ ਕਿਹੜਾ ਵਾ? ਹਾਂਜੀ ਇਸ ਦੇ ਵਿੱਚ ਵਿਧੇ ਵਿਸ਼ੇਸ਼ਣ ਕਿਹੜਾ ਵਾ? ਗਿਆਨੀ ਸੰਤ ਸਿੰਘ ਜੀ ਮਸਕੀਨ ਬਹੁਤ ਹੀ ਸੱਜਣ ਆਦਮੀ ਸਨ। ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ ਸੱਜਣ। ਨੈਕਸਟ ਕੁਐਸਚਨ, ਤੂੰ ਮੇਰੀ ਗੱਲ ਸੁਣ ਖਾਂ ਜਰਾ। ਵਾਕ ਵਿੱਚ ਨਿਪਾਤ ਹੈ। ਹਾਂਜੀ ਇਸ ਵਾਕ ਦੇ ਵਿੱਚ ਨਿਪਾਤ ਹੈ ਖਾਂ ਜਰਾ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਝਾੜੂ ਵਿੱਚ ਕਿਹੜੀ ਸੁਰ ਪ੍ਰਗਟ ਹੁੰਦੀ ਆ? ਹਾਂਜੀ ਝਾੜੂ ਦੇ ਵਿੱਚ ਕਿਹੜੀ ਸੁਰ ਪ੍ਰਗਟ ਹੁੰਦੀ ਆ? ਤਾਂ ਝਾੜੂ ਦੇ ਵਿੱਚ ਨੀਵੀਂ ਸੁਰ ਪ੍ਰਗਟ ਹੁੰਦੀ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਹਾਂਜੀ ਇਹ ਸੀ ਸਾਡੀ ਕੰਪਲੀਟ ਪੰਜਾਬੀ ਵਿਆਕਰਨ ਦਾ ਨਿਚੋੜ, ਜੋ ਅਸੀਂ ਕਾਫੀ ਹੀ ਡਿਟੇਲ ਦੇ ਵਿੱਚ ਸ਼ੁਰੂ ਕੀਤਾ ਹੋਇਆ ਸੀ ਤੇ ਅੱਜ ਇਹ ਖਤਮ ਹੁੰਦਾ ਹੈ। ਠੀਕ ਹੈ, ਸਾਡਾ ਪੰਜਾਬੀ ਵਿਆਕਰਨ ਦਾ ਪੂਰਾ ਟੌਪਿਕ ਅੱਜ ਖਤਮ ਹੁੰਦਾ ਹੈ। ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਤੇ ਇਸ ਵੀਡੀਓ ਦੇ ਵਿੱਚੋਂ ਇਸ ਟੈਸਟ ਦੇ ਵਿੱਚੋਂ ਤੁਹਾਡੇ ਕਿੰਨੇ ਮਾਰਕਸ ਆਏ ਇਹ ਵੀ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ। ਠੀਕ ਹੈ ਜੀ, ਤੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।